ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਬਾਜਾਂ ਵਾਲੀ ਸਰਕਾਰ ਸਰਵੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਨੇ ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ 9 ਦਿਨ ਵਿਸਰਾਮ ਕੀਤਾ। ਅੱਜ ਉਹ ਬੁਰਜ ਜੋ ਭਾਈ ਭਗਤੂ ਦੀ ਦੂਸਰੀ ਸਪਤਨੀ ਮਾਈ ਵੀਰੋ ਨੇ ਆਪਣੇ ਹੱਥੀਂ ਬਣਾਇਆ 7ਵੇਂ ਪਾਤਸ਼ਾਹ ਤੋਂ ਆਗਿਆ ਲੈ ਕੇ, ਉਹ ਅੱਜ ਵੀ ਸਹੀ ਸਲਾਮਤ ਹੈ। ਪਿਛਲੇ 400-450 ਸਾਲ ਦੇ ਸਮੇਂ ਦੀ ਗਵਾਹੀ ਭਰਦਾ ਹੈ। ਸੰਗਤਾਂ ਨਤਮਸਤਕ ਹੁੰਦੀਆਂ ਹਨ। ਸਤਿਗੁਰਾਂ ਨੇ ਬੜੀਆਂ ਰਹਿਮਤਾਂ ਕੀਤੀਆਂ। 9 ਦਿਨ ਵਿਸਰਾਮ ਕੀਤਾ। ਮਾਂ ਦੇਸਾਂ ਦੀ ਝੋਲੀ ਬ੍ਰਹਮ ਗਿਆਨ ਦੀਆਂ ਦਾਤਾਂ ਪਾਈਆਂ, ਹੱਥ ਲਿਖਤ ਪੋਥੀਆਂ ਪਾਈਆਂ, ਨਿਸ਼ਾਨੀਆਂ ਬਖਸ਼ਿਸ਼ ਕੀਤੀਆਂ। ਉਹ ਅੱਜ ਵੀ ਸਹੀ ਸਲਾਮਤ ਜਿਹਦੇ ਦੁਨੀਆ ਦਰਸ਼ਨ ਦਿਦਾਰੇ ਕਰਦੀ ਹੈ। ਅਤੇ ਜਿਹੜਾ ਵੀ ਆ ਕੇ ਸਤਿਗੁਰਾਂ ਦੇ ਦਿੱਤੇ ਵਚਨਾਂ ਅਨੁਸਾਰ ਚੌਂਕੜਾ ਲਾ ਕੇ ਬੈਠਦਾ ਹੈ, ਆਪਣੇ ਆਉਂਦੇ ਜਾਂਦੇ ਸਵਾਸਾਂ ਨੂੰ ਪਵਨ ਗੁਰੂ ਨੂੰ ਧਿਆਉਂਦਾ ਹੈ ਅਤੇ ਉਹਨੂੰ ਤੁਰੰਤ ਹੀ ਆਤਮਿਕ ਸ਼ਾਂਤੀ ਆਤਮਿਕ ਅਡੋਲਤਾ ਦੀ ਅਵਸਥਾ ਦਾ ਅਹਿਸਾਸ ਹੁੰਦਾ ਹੈ। ਸਤਿਗੁਰੂ ਬੜੀਆਂ ਰਹਿਮਤਾਂ ਕਰਦੇ ਨੇ। ਜੋ ਵਚਨ ਉਹਨਾਂ ਦਿੱਤਾ ਮਾਂ ਦੇਸਾਂ ਨੂੰ ਕਿ ਇਹ ਦੇਸਾਂ ਮਾਈ ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ, ਅਸੀਂ ਤੇਰੇ ਹਮੇਸ਼ਾ ਹੀ ਅੰਗ ਸੰਗ ਰਹਾਂਗੇ। ਅਤੇ ਪਾਤਸ਼ਾਹ ਅੱਜ ਵੀ ਅੰਗ ਸੰਗ ਨੇ, ਸਿਰ 'ਤੇ ਹੱਥ ਰੱਖਦੇ ਨੇ, ਕਿਰਪਾ ਦ੍ਰਿਸ਼ਟੀ ਬਣਾਉਂਦੇ ਨੇ। ਆਓ ਜੋ ਅਧਿਆਤਮਿਕ ਦੀਆਂ ਦਾਤਾਂ ਅਸੀਂ ਜੋ ਆਪਣੀ ਪ੍ਰਾਲਬਧ ਅਨੁਸਾਰ ਅਰਦਾਸ ਬੇਨਤੀ ਕਰਦੇ ਹਾਂ, ਸਤਿਗੁਰੂ ਨੇ ਉਹੀ ਝੋਲੀ ਭਰਨੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਅਸੀਂ ਬਹੁਤ ਬਚਪਨ ਤੋਂ ਇਹੀ ਚੀਜ਼ ਮੰਗੀ ਸੀ ਕਿ ਇਹ ਗੁਰੂ ਨਾਨਕ ਦੇਵ ਮਹਾਰਾਜ ਉਹ ਕਿਹੜੀ ਗੱਲ ਆ, ਕਿਹੜੀ ਚੀਜ਼ ਆ ਜਿਹਦਾ ਕਰਕੇ ਤੁਸੀਂ 4 ਉਦਾਸੀਆਂ ਕੀਤੀਆਂ, ਦੇਸਾਂ ਪ੍ਰਦੇਸਾਂ 'ਚ ਜਾ ਕੇ ਸੰਗਤਾਂ ਨੂੰ ਮਿਲੇ, ਸਾਂਝਾਂ ਪਾਈਆਂ। ਉਹ ਕਿਹੜਾ ਸੂਤਰ ਸੀ ਜਿਹੜਾ ਤੁਸੀਂ ਦੇਣਾ ਚਾਹੁੰਦੇ ਸੀ, ਜਿਹੜਾ ਤੁਸੀਂ ਦੱਸਣਾ ਚਾਹੁੰਦੇ ਸੀ। ਬੜੇ ਰਾਜੇ ਮਹਾਰਾਜੇ ਹੋ ਚਲੇ ਗਏ ਇਹਨਾਂ ਸਮਿਆਂ ਦੌਰਾਨ, ਪਰ ਜੋ ਗੁਰੂ ਨਾਨਕ ਦੇਵ ਨੇ ਆਪਣੇ ਹੱਥੀਂ 20 ਰਜਤਪਣ ਲੈ ਕੇ ਬੁੱਧ ਪੁਰਸ਼ਾਂ ਦੀ ਸੇਵਾ ਦੇ ਵਿੱਚ ਸਪਿਰਚੁਅਲ ਮਾਸਟਰ ਜਿਹੜੇ ਇਕੱਠੇ ਹੋਏ ਸੀ, ਜਿਹੜੇ ਚੌਮਾਸਾ ਕੱਟਣ ਲਈ ਤਲਵੰਡੀ ਆਏ, ਤੋਂ ਇੱਕ ਵਿਧੀ ਨਿਰੰਕਾਰ ਦੀ ਜਿਹਦੇ ਤਹਿਤ ਸਾਰੇ ਕਾਰਜ ਚੱਲਦੇ ਨੇ। ਜਿਹੜੇ ਅਧਿਆਤਮਿਕ ਨੂੰ ਸਮਝਣ ਵਾਲੇ ਲੋਕ ਨੇ ਉਸ ਗੱਲ ਨੂੰ ਸਮਝਦੇ ਨੇ। ਕਿਉਂ ਆਏ ਸੀ ਉਹ ਸਾਧੂ, ਕਿਹੜੀ ਦਾਤ ਸੀ ਉਹਨਾਂ ਕੋਲ ਜਿਹਦਾ ਉਹਨਾਂ ਨੇ ਜ਼ਿਕਰ ਕਰਨਾ ਸੀ, ਜਿਹਨੂੰ ਪ੍ਰਗਟ ਕਰਨਾ ਸੀ। ਅਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ 4 ਮਹੀਨਿਆਂ ਦੌਰਾਨ ਬੜੀਆਂ ਸੇਵਾਵਾਂ ਕੀਤੀਆਂ। ਉਦੋਂ ਦੀ ਕੀਤੀ ਹੋਈ ਸੇਵਾ ਅਤੇ ਧਰੀ ਹੋਈ ਨਿਉ ਲੰਗਰ ਦੀ ਅੱਜ ਪੂਰੇ ਵਰਲਡ ਦੇ ਵਿੱਚ ਲਗਾਤਾਰ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਜਿੱਥੇ ਵੀ ਕੋਈ ਗੁਰੂ ਨਾਨਕ ਦਾ ਨਾਮ ਲੈ ਕੇ ਬਹਿ ਜਾਂਦਾ ਹੈ, ਨਾਨਕ ਨਾਮ ਦੇਵਾ, ਉੱਥੇ ਹੀ ਸੰਗਤਾਂ ਪੰਗਤਾਂ ਦੇ ਵਰਤਾਰੇ ਚੱਲਣੇ ਸ਼ੁਰੂ ਹੋ ਜਾਂਦੇ ਆ, ਲੰਗਰ ਚੱਲਣੇ ਸ਼ੁਰੂ ਹੋ ਜਾਂਦੇ ਆ। ਇਹ ਬਰਕਤਾਂ ਨੇ ਗੁਰੂ ਨਾਨਕ ਦੇਵ ਜੀ ਦੀ ਤਪੱਸਿਆ ਦੀਆਂ। ਉਹਨਾਂ ਨੇ ਜੋ ਨਿਰੰਕਾਰ ਦੇ ਦਰ ਤੋਂ ਲਿਆਂਦਾ ਉਹ ਵਰਤਾਇਆ ਸੰਸਾਰ ਦੇ ਵਿੱਚ, ਅਤੇ ਅੱਜ ਵੀ ਉਹ ਵਰਤਾਰਾ ਵਰਤ ਰਿਹਾ। ਬੜੀਆਂ ਸਾਖੀਆਂ ਪੜ੍ਹਨ ਨੂੰ ਮਿਲੀਆਂ, ਬੜੇ ਗ੍ਰੰਥ ਮਿਲੇ, ਕਿਉਂਕਿ ਜੋ ਕੋਰਾ ਸੱਚ ਹੈ ਉਹ ਸਿੱਧਾ ਕਿਤੇ ਲਿਖਿਆ ਨਹੀਂ ਮਿਲਦਾ ਹੁੰਦਾ, ਉਹਦੇ ਇਸ਼ਾਰੇ ਕੀਤੇ ਜਾ ਸਕਦੇ ਆ। ਜਿਵੇਂ ਗੁਰੂ ਕੀ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਵਾਰ-ਵਾਰ ਕਹਿਣਗੇ ਕਿ ਉਹਦੀ ਅਕਥ ਕਥਾ ਹੈ, ਉਹ ਕਹੀ ਨਹੀਂ ਜਾ ਸਕਦੀ, ਉਹਦਾ ਰੂਪ ਚਿਤਰਿਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ, ਸਮਝਾਇਆ ਨਹੀਂ ਜਾ ਸਕਦਾ। ਫਿਰ ਵੀ ਸਮਝਾ ਰਹੇ ਆ, ਫਿਰ ਵੀ ਕਿੰਨੀ ਰਚਨਾ ਕੀਤੀ ਬਾਣੀ ਦੀ। ਇਸੇ ਤਰ੍ਹਾਂ ਬਚਪਨ ਤੋਂ ਇੱਕ ਅਰਦਾਸ ਸੀ, ਪਾਤਸ਼ਾਹ ਤੇਰੇ ਸੂਤਰਾਂ ਦਾ ਪਤਾ ਲੱਗੇ, ਉਹ ਸਿਸਟਮ ਦਾ ਪਤਾ ਲੱਗੇ। ਬੜੀ ਰਹਿਮਤ ਕੀਤੀ 10ਵੇਂ ਪਾਤਸ਼ਾਹ ਨੇ, ਬਹੁਤ ਕਿਰਪਾ ਕੀਤੀ ਕਿ ਸਾਰਾ ਸਿਸਟਮ ਅਸਲ ਦੇ ਵਿੱਚ ਕੀ ਆ, ਇਹ ਸ਼ਿਵ ਸ਼ਕਤੀ ਦਾ ਖੇਲ ਵਰਤਦਾ ਕਿਵੇਂ ਆ, ਇਹਦੇ ਅਧੀਨ ਕਿਵੇਂ ਕਾਰਜ ਚੱਲਦੇ ਨੇ, ਕਿਵੇਂ ਗਿਆਨ ਵਿਗਿਆਨ ਅੱਗੇ ਵੱਧਦਾ, ਉਹ ਸਾਰੀਆਂ ਗੱਲਾਂ
ਜੋ ਜੋ ਦ੍ਰਿਸ਼ਟੀ, ਜੋ ਬ੍ਰਹਮ ਦ੍ਰਿਸ਼ਟੀ ਮਾਂ ਦੇਸਾਂ ਨੂੰ ਬਖਸ਼ਿਸ਼ ਕੀਤੀ, ਇਹਨਾਂ 50 ਸਾਲਾਂ ਦੌਰਾਨ ਸੇਵਾ ਤੋਂ ਖੁਸ਼ ਹੋ ਕੇ ਮਾਤਾ ਨੇ ਸਾਨੂੰ ਬਖਸ਼ਿਸ਼ ਕੀਤਾ। ਕੋਸ਼ਿਸ਼ ਕਰ ਰਹੇ ਹਾਂ ਅੱਗੇ ਦੱਸਣ ਦੀ। ਮੈਂ ਫਿਰ ਉਹ ਕਹਿਣਾ ਕਿ ਦੱਸਿਆ ਨਹੀਂ ਜਾ ਸਕਦਾ, ਕਿਸੇ ਨੂੰ ਦਿੱਤਾ ਵੀ ਨਹੀਂ ਜਾ ਸਕਦਾ, ਭਾਵੇਂ ਕੋਈ ਆਪਦਾ ਪੁੱਤ ਧੀ ਆ, ਉਹਨੂੰ ਵੀ ਤੁਸੀਂ ਉਹ ਚੀਜ਼ ਨਹੀਂ ਦੇ ਸਕਦੇ। ਮਿਲਦੀ ਸਾਧਨਾ ਨਾਲ ਆ। ਤੁਹਾਡੀ ਸਾਧਨਾ ਤੋਂ ਖੁਸ਼ ਹੋ ਕੇ, ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ, ਤੁਹਾਡੇ ਜੀਵਨ ਤੋਂ ਖੁਸ਼ ਹੋ ਕੇ ਗੁਰੂ ਕਿਰਪਾ ਕਰਦਾ। ਵਾਕਈ ਉਹ ਗੁਰ ਪ੍ਰਸਾਦ ਹੈ, ਗੁਰੂ ਕਿਰਪਾ ਕਰਦਾ ਹੈ। ਪਰ ਗੁਰੂ ਕਿਰਪਾ ਵੀ ਤਾਂ ਕਰਦਾ ਜੇ ਨਿਰੰਕਾਰ ਵਾਲੇ ਪਾਸਿਓਂ ਤਾਰ ਖੜਕਦੀ ਆ ਤੇ ਅਸੀਂ ਉਹੋ ਜੀ ਖੋਜ ਕੰਨੀ ਤੁਰਦੇ ਹਾਂ। ਜੋ ਵੀ ਸਵਾਲ, ਜੋ ਵੀ ਸੰਕਲਪ ਮਨ 'ਚ ਆਇਆ, ਅੱਜ ਤੱਕ ਸਤਿਗੁਰਾਂ ਨੇ ਸਾਰੇ ਹੱਲ ਕੀਤੇ ਆ। ਹੁਣ ਮਾਤਾ ਦਾ ਹੁਕਮ ਹੋਇਆ ਕਿ ਉਹ ਜਿਹੜੀ ਸਾਂਝ ਆ ਅਸੀਂ ਪਾਉਣੀ ਕਿਵੇਂ ਆ। ਇੱਕ ਲਗਤ ਕਿਸੇ ਨੂੰ ਨਹੀਂ ਕੁਝ ਦਿੱਤਾ ਜਾ ਸਕਦਾ, ਨਹੀਂ ਦੱਸਿਆ ਜਾ ਸਕਦਾ। ਸਾਡੀ ਤਿਆਰੀ ਬਿਨਾਂ ਸਾਨੂੰ ਕੋਈ ਸੂਤਰ ਨਹੀਂ ਦਿੱਤਾ ਜਾ ਸਕਦਾ। ਜੋ ਗਿਆਨ ਸਾਨੂੰ ਮਿਲਦਾ ਸਮਾਜ ਦੇ ਸਕੂਲਾਂ ਵਿੱਚੋਂ ਵੀ, ਉਹ ਗਿਆਨ ਦੀ ਵੀ ਸਕੂਲ ਤਾਂ ਤਿਆਰੀ ਹੋਈ ਕਰਾਉਂਦਾ 10 ਸਾਲ। ਉਹ ਐਂ ਕਿਤੇ ਬੰਨੀ ਪਈ ਪੰਡ ਨਹੀਂ ਪਈ ਹੈ ਕਿ 10ਵੀਂ ਤੋਂ ਬਾਅਦ ਜਾ ਕੇ ਤੂੰ ਪੰਡ ਚੱਕ ਲੈਣੀ ਹੈ। ਨਿੱਕੇ ਨਿੱਕੇ ਅਨੁਭਵ, ਨਿੱਕੇ ਨਿੱਕੇ ਅਨੁਭਵ ਸਮਝ ਬਣਦੇ ਜਾਂਦੇ ਆ। ਸਮਝ ਦਾ ਇੱਕ ਦਾਇਰਾ ਵੱਧਦਾ, ਉਹ ਸਮਝ ਫਿਰ ਰਡਾਰ ਖੁੱਲ੍ਹਦੇ ਆ ਮਾਈਂਡ ਦੇ, ਦਿਮਾਗ ਦੇ, ਉਹ ਪਕੜਦੇ ਆ ਸਿਸਟਮ ਨੂੰ, ਸਾਰੇ ਨੂੰ। ਇੱਕ ਵੱਖਰਾ ਹੀ ਨਜ਼ਾਰਾ, ਵੱਖਰੀ ਤਰ੍ਹਾਂ ਦੀਆਂ ਦਾਤਾਂ ਸਤਿਗੁਰੂ ਰਹਿਮਤ ਕਰਨ। ਜੋ ਮਾਤਾ ਨੇ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਾਂਝ ਪਾਉਂਦਿਆਂ ਹੋਇਆਂ, ਅਤੇ ਹੁਕਮਨਾਮਾ ਸਾਹਿਬ ਦੇ ਵਿੱਚ ਹੀ ਇਸ ਤਰ੍ਹਾਂ ਦੇ ਸੂਤਰ ਦਿੱਤੇ ਹੁੰਦੇ ਨੇ ਸਤਿਗੁਰੂਆਂ ਨੇ, ਜਿਨ੍ਹਾਂ ਦਾ ਜ਼ਿਕਰ ਸਿੱਧਾ ਨਹੀਂ ਕੀਤਾ ਜਾ ਸਕਦਾ ਹੁੰਦਾ। ਅਤੇ ਜਿਹੜੇ ਅਰਥ ਲਿਖਣ ਵਾਲੇ ਗੁਰਮੁਖ ਹੁੰਦੇ ਨੇ, ਉਹਨਾਂ ਨੇ ਸਿੱਧੇ ਅਰਥ ਲਿਖਣੇ ਆ ਜਾਂ ਆਪਦੇ ਮਨ ਦੇ ਭਾਵ ਹੀ ਪ੍ਰਗਟ ਕਰ ਦੇਣੇ ਆ। ਉਹਦਾ ਹੋ ਸਕਦਾ ਉਹ ਪੰਗਤੀ ਨਾਲ ਕੋਈ ਤਾਲੁਕਾਤ ਹੀ ਨਾ ਹੋਵੇ। ਜਿਵੇਂ ਇੱਕ ਲਫ਼ਜ਼ ਵਾਰੀ ਆਪਾਂ ਪੜ੍ਹਦੇ ਹਾਂ, ਜਦੋਂ ਵੀ ਕਿਤੇ ਅਰਥ ਪੜ੍ਹਦੇ ਹਾਂ ਕਿ ਆਤਮਿਕ ਮੌਤ ਐਂ ਹੋ ਜਾਂਦੀ, ਆਤਮਿਕ ਮੌਤ ਨਹੀਂ ਮਰਦਾ, ਬੰਦਾ ਆਤਮਿਕ ਮੌਤ ਛੇੜ ਲੈਂਦਾ। ਉਹਨਾਂ ਨੂੰ ਕੌਣ ਸਮਝਾਵੇ ਕਿ ਜਿੱਥੇ ਆਤਮਾ ਤੱਕ ਗੱਲ ਪਹੁੰਚ ਗਈ, ਮੌਤ ਹੁੰਦੀ ਕੋਈ ਨਹੀਂ। ਉਹ ਸਿਸਟਮ ਹੀ ਨਹੀਂ ਹੈ ਉਹ। ਪਰ ਕਰਿਆ ਕੀ ਜਾਵੇ, ਕਿਉਂਕਿ ਜਿੱਥੇ ਜੋ ਜਿਹਦੇ ਹੱਥ ਵੱਸ ਉਹ ਉਨਾ ਕੁ ਕਰ ਰਿਹਾ, ਉਹਨੂੰ ਉਹੀ ਮੁਬਾਰਕ ਆ। ਚਲੋ ਕਿਸੇ ਰਸਤੇ ਤਾਂ ਲਾ ਰਿਹਾ, ਜਿਹਨੂੰ ਵੀ ਲਾ ਰਿਹਾ, ਹੈ ਨਾ। ਆਓ ਅੱਜ ਦਾ ਜੋ ਵਾਕ ਹੈ, ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਹੈ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਡੀ ਜੇ ਜ਼ਿੰਦਗੀ ਦੇ ਵਿੱਚ ਆਹ 3 ਅੱਖਰ, 3 ਸੂਤਰ ਹੀ ਉਤਰਿਆ ਹੋਣ, ਸਾਡਾ ਜੀਵਨ ਸਫਲਾ ਹੋ ਜੇ। ਪੂਰਾ ਜਪਜੀ ਸਾਹਿਬ, ਉਸ ਤੋਂ ਅੱਗੇ ਪੂਰਾ ਗੁਰੂ ਗ੍ਰੰਥ ਸਾਹਿਬ, ਇਸੇ ਇੱਕ ਓਂਕਾਰ ਦੀ ਵਿਆਖਿਆ। ਪਰ ਇਹ ਕੋਈ ਸਮਝਾ ਨਹੀਂ ਸਕਦਾ, ਤੁਹਾਨੂੰ ਸਿਖਾ ਨਹੀਂ ਸਕਦਾ, ਤੁਹਾਨੂੰ ਅਨੁਭਵ ਖੁਦ ਨੂੰ ਕਰਨਾ ਪੈਣਾ। ਤੁਹਾਡੇ ਵਿਅਕਤੀਤਵ ਨੇ ਹਾਮੀ ਭਰਨੀ ਹੈ, ਜਿੱਦੇ ਇਹਦੇ ਨਾਲ ਇੱਕਮਿਕਤਾ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਕਿ ਉਹ ਪਰਮ ਸੱਤਾ ਜਿਹੜੀ, ਜਿਹਦਾ ਵਰਤਾਰਾ ਵਰਤ ਰਿਹਾ ਪੂਰੇ ਸੰਸਾਰ ਦੇ ਵਿੱਚ, ਜਿਹ ਤੋਂ ਅਸੀਂ ਸਾਰੇ ਪੈਦਾ ਹੁੰਦੇ ਹਾਂ, ਇੱਥੇ ਸਾਡੀ ਪਾਲਣਾ ਹੁੰਦੀ ਹੈ ਅਤੇ ਉਹਦੇ ਵਿੱਚ ਹੀ ਅਸੀਂ ਲੈ ਹੋ ਜਾਂਦੇ ਹਾਂ। ਇਹ ਸਾਰੇ ਵਰਤਾਰੇ ਦੇ ਵਿੱਚ ਖੇਡ ਉਹਦੀ ਇੱਕ ਓਂਕਾਰ ਦੀ ਹੈ। ਅਤੇ ਪਹਿਲਾ ਸਵਾਲ ਹੀ ਫਿਰ ਇਹ ਉੱਠਦਾ ਕਿ ਇੱਕ ਓਂਕਾਰ ਨੂੰ ਜਾਣੀਏ ਕਿਵੇਂ। ਅਤੇ ਕੀ ਲਿਖਿਆ ਅੱਗੇ? ਸਤਿਗੁਰ ਪ੍ਰਸਾਦ। ਕਹਿੰਦੇ ਗੁਰੂ ਧਾਰਨ ਕਰਨਾ ਪੈਣਾ, ਗੁਰੂ ਦੇ ਚਰਨਾਂ 'ਚ ਜਾਣਾ ਪੈਣਾ। ਉਹ ਜਿਹੜਾ ਗੁਰੂ ਖੁਦ ਜਾਣੀ ਬੈਠਾ, ਜੋ ਸੱਤ ਨੂੰ ਜਾਣ ਗਿਆ, ਉਹ ਗੁਰੂ ਕਿਰਪਾ ਕਰੂਗਾ ਤੁਹਾਡੇ 'ਤੇ। ਇਹ ਪ੍ਰਸ਼ਾਦ ਆ, ਇਹ ਖੋਹਿਆ ਨਹੀਂ ਜਾ ਸਕਦਾ ਅਤੇ ਨਾ ਹੀ ਪ੍ਰਸ਼ਾਦ ਸਿੱਖਿਆ ਜਾ ਸਕਦਾ। ਇਹ ਕਿਰਪਾ ਵਾਪਰਦੀ ਆ, ਵਾਪਰਦੀ ਤਾਂ ਕਿ ਤੁਸੀਂ ਆਪਣੇ ਆਪ ਦੀ ਤਿਆਰੀ ਕਰਦੇ ਹੋ। ਜੇ ਅਸੀਂ ਦੁੱਧ ਨੂੰ ਜਮਾਉਣੇ ਆ ਨਾ, ਤਾਂ ਅਸੀਂ ਉਹ ਭਾਂਡੇ ਦੇ ਵਿੱਚ ਉਹੋ ਜਿਹੇ ਸੈਚੂਏਸ਼ਨ ਪੈਦਾ ਕਰਕੇ, ਉਹਨੂੰ ਢੱਕ ਕੇ, ਉਹਨੂੰ ਜਾਗ ਲਾ ਕੇ, ਸਾਰੇ ਕਾਸੇ ਦਾ ਵਰਤਾਰਾ ਵਰਤਣ ਦੀ ਤਿਆਰੀ ਕਰਦੇ ਆ, ਤਾਂ ਉਹ ਦਹੀਂ ਬਣਦਾ। ਇਸੇ ਤਰ੍ਹਾਂ ਅਸੀਂ ਆਪਣੇ ਆਪੇ ਦੀ ਤਿਆਰੀ ਕਰਦੇ ਹਾਂ, ਗੁਰੂ ਦੇ ਚਰਨਾਂ 'ਚ ਆਉਣੇ ਆ,
ਅਰਦਾਸ ਬੇਨਤੀ ਕਰਦੇ ਆ। ਗੁਰੂ ਦੀ ਸ਼ਰਤ ਹੀ ਇੱਕ ਆ, ਹਉਮੈ ਛੱਡ ਸਰੈਂਡਰ ਕਰ। ਇਹੀ ਸਾਰਾ ਤੋਂ ਵੱਡੀ ਸ਼ਰਤ ਆ ਤੇ ਇਹੀ ਔਖੀ ਆ। ਹਉਮੈ ਛੱਡਣੀ ਬਹੁਤ ਔਖੀ ਆ। ਆਓ ਅੱਗੇ ਸਾਂਝ ਪਾਈਏ ਆਪਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਹ ਇੱਕ ਓਂਕਾਰ ਦੇ ਵਰਤਾਰੇ ਦੀ ਸਮਝ ਗੁਰੂ ਬਿਨਾਂ ਨਹੀਂ ਪੈ ਸਕਦੀ। ਦਲੀਲਬਾਜ਼ੀ ਜਿੰਨੀ ਮਰਜ਼ੀ ਕਰ ਲਓ, ਗੱਲਾਂ ਜਿੰਨੀਆਂ ਮਰਜ਼ੀ ਕਰ ਲਓ, ਗੱਲਾਂ ਨਾਲ ਢਿੱਡ ਨਹੀਂ ਭਰਦਾ। ਇਹ ਵਰਤਾਰਾ ਉਵੇਂ ਹੀ ਹੈ ਕਿ ਜਿਵੇਂ ਅਸੀਂ ਸਾਰੀ ਤਿਆਰੀ ਕਰਕੇ ਪ੍ਰਸ਼ਾਦ ਤਿਆਰ ਕਰਦੇ ਹਾਂ, ਖਾਣਾ ਤਿਆਰ ਕਰਦੇ ਹਾਂ ਅਤੇ ਛਕਦੇ ਹਾਂ, ਤ੍ਰਿਪਤੀ ਆਉਂਦੀ ਆ। ਇਸੇ ਤਰ੍ਹਾਂ ਇਹਦੇ ਬਾਰੇ ਬਹਿਣਾ ਪੈਂਦਾ। ਉਹਦੀ ਜਿਹੜੀ ਹੋ ਰਹੀ ਇੱਕ ਓਂਕਾਰ ਦੀ ਝਣਕਾਰ ਆ, ਜਿਹਦੇ 'ਚ ਅਸੀਂ ਪੈਦਾ ਹੋਏ ਹਾਂ, ਜਿਹਦੇ 'ਚ ਅਸੀਂ ਲੈ ਹੋ ਜਾਣਾ, ਉਹਨੂੰ ਪਹਿਲਾਂ ਸਰੀਰ ਟਿਕਾ ਕੇ ਮਹਿਸੂਸ ਕਰਨਾ ਪੈਂਦਾ। ਪਹਿਲਾਂ ਸਰੀਰ ਟਿਕਦਾ ਹੌਲੇ ਹੌਲੇ, ਫਿਰ ਮਨ ਵੀ ਟਿਕਣਾ ਸ਼ੁਰੂ ਹੋ ਜਾਂਦਾ, ਫਿਰ ਇੱਕ ਮਿਕਤਾ ਦੇ ਝਲਕਾਰੇ ਪੈਂਦੇ ਆ ਹੌਲੀ ਹੌਲੀ। ਜੇ ਅਸੀਂ ਇਹਦੇ ਸਾਰੇ ਪ੍ਰੋਸੈਸ ਨੂੰ 3 ਮਹੀਨਿਆਂ ਤੋਂ ਲੈ ਕੇ 1 ਸਾਲ ਦਾ ਪੀਰੀਅਡ ਮੰਨ ਲਈਏ ਕਿ ਮੈਂ 1 ਸਾਲ ਦੇ ਵਿੱਚ ਨੇੜਤਾ ਬਣਾ ਲੈਣੀ ਆ, ਫਿਰ ਕਿਤੇ ਜਾ ਕੇ ਗੱਲ ਬਣਦੀ ਹੈ। ਇੱਥੇ ਤਾਂ 3 ਦਿਨ ਬਹਿੰਦਾ ਅਗਲਾ, ਚੌਥੇ ਦਿਨ ਫੋਨ ਕਰਨ ਲੱਗ ਜਾਂਦਾ, ਜੀ ਗੱਲ ਉਵੇਂ ਤਾਂ ਹੋਈ ਨਹੀਂ, ਤੁਸੀਂ ਤਾਂ ਕਹਿੰਦੇ ਸੀ ਐਂ ਕਰਿਓ। ਉਹ ਜਿਹੜਾ ਪਹਿਲਾਂ ਟਰੱਕਾਂ ਦੇ ਟਰੱਕ ਕਾਲੀ એનર્ਜੀ ਦੇ ਚੱਕੀ ਫਿਰਦੇ ਹੋ, ਨੈਗੇਟਿਵ ਊਰਜਾ ਦੇ, ਦਰਸੀਸਾਂ ਦੇ, ਕਿੰਨੇ ਕੁ ਪਾਪ ਕਰਿਆ, ਕਿੰਨਿਆਂ ਕੁ ਨੂੰ ਠੇਡੇ ਮਾਰੇ ਆ, ਕਿੰਨਿਆਂ ਕੁ ਦੀ ਜ਼ਿੰਦਗੀ ਬਰਬਾਦ ਕੀਤੀ ਆ ਦਖਲ ਦੇ ਕੇ। ਉਹ ਸਾਰਿਆਂ ਦੀਆਂ ਦਰਸੀਸਾਂ ਵੀ ਪਹਿਲਾਂ ਚੱਕਣਾ, ਪਹਿਲਾਂ ਸਫਾਈ ਹੋਣੀ ਆ ਭਜਨ ਬੰਦਗੀ ਨਾਲ। ਬਾਣੀ ਪੜ੍ਹ ਸੇਵਾ ਕਰ ਪਹਿਲਾਂ ਤਾਂ ਸਫਾਈਓ ਹੀ ਹੁੰਦੀ ਆ, ਫਿਰ ਕਿਤੇ ਜਾ ਕੇ ਮਾੜਾ ਮੋਟਾ ਇਹ ਚੀਜ਼ ਦੀ ਸਮਝ ਪੈਂਦੀ ਹੈ। ਇਹਨੂੰ ਜ਼ਿੰਦਗੀ ਦਾ ਟੀਚਾ ਮੰਨ ਕੇ ਚੱਲੀਏ। ਪਹਿਲਾ ਕੰਮ ਸਾਡਾ ਟੇਕ ਇੱਕ ਓਂਕਾਰ ਨੂੰ ਜਾਣਨ ਦੀ ਕੋਈ ਹੋ ਜੇ। ਅੱਗੇ ਸਤਿਗੁਰੂ ਕੀ ਕਹਿੰਦੇ ਨੇ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਕਹਿੰਦੇ ਜਿਹੜਾ ਗੁਰੂ ਦਾ ਸਾਗਰ ਆ ਨਾ, ਉਹ ਰਤਨਾਂ ਨਾਲ ਭਰਪੂਰ ਆ। ਗੁਰੂ ਦਿਸਦਾ ਰੂਪ ਆ ਨਿਰੰਕਾਰ ਦਾ। ਗੁਰੂ ਉਹਨੂੰ ਕਿਹਾ ਜਾਂਦਾ ਜਿਹਦੀ ਕਰਤੇ ਪੁਰਖ ਨਾਲ ਇੱਕ ਮਿਕਤਾ ਹੋ ਚੁੱਕੀ ਹੈ। ਸਾਨੂੰ ਨਿਰੰਕਾਰ ਨਹੀਂ ਦਿਸਦਾ, ਉਹ ਨਿਰਆਕਾਰ ਹੈ, ਉਹਦਾ ਰੂਪ ਰੇਖ ਰੰਗ ਹੈ ਨਹੀਂ, ਪਰ ਗੁਰੂ ਰਾਹੀਂ ਸਾਡੇ ਸਾਹਮਣੇ ਪ੍ਰਗਟ ਰੂਪ 'ਚ ਖੜਾ, ਸ਼ਕਤੀ ਦੇ ਰੂਪ 'ਚ ਖੜਾ ਉਹ ਸ਼ਿਵ। ਅਤੇ ਗੁਰੂ ਕੋਲ ਜਿਹੜਾ ਸਾਗਰ ਆ ਨਾ, ਉਹ ਰਤਨਾਂ ਨਾਲ ਭਰਪੂਰ ਆ। ਉਹਦਾ ਇੱਕ ਇੱਕ ਵਚਨ ਜ਼ਿੰਦਗੀ ਪਲਟਣ ਦੀ ਸਮਰੱਥਾ ਰੱਖਦਾ, ਯੁੱਗ ਪਲਟਾ ਸਕਦਾ। ਅਤੇ ਸਾਡਾ ਯੁੱਗ ਪਲਟ ਜਾਂਦਾ ਜਦੋਂ ਸਾਡੇ ਕੋਈ ਵਚਨ ਜੱਜ ਜੀ। ਅਸੀਂ ਵੀ ਐਵੇਂ ਨਹੀਂ ਤੁਰੇ ਫਿਰਦੇ, ਪ੍ਰਮਾਤਮਾ ਨੇ ਆਪਣਾ ਰੂਪ ਬਖਸ਼ਿਸ਼ ਕਰਕੇ ਆਪਾਂ ਨੂੰ ਤੋਰਿਆ। ਸਾਡੀ ਹਾਂ ਅਤੇ ਸਾਡੀ ਨਾ ਬਹੁਤ ਵੱਡੇ ਮਾਇਨੇ ਰੱਖਦੀ ਆ। ਪਹਿਲਾਂ ਤਾਂ ਆਪਣੇ ਆਪੇ ਦਾ ਸਤਿਕਾਰ, ਆਪਣੇ ਆਪ ਨੂੰ ਜਾਣੋ ਕਿ ਅਸੀਂ ਹਾਂ ਕੀ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਕਹਿੰਦੇ ਗੁਰੂ ਦੇ ਉਸ ਸਾਗਰ ਦੇ ਵਿੱਚੋਂ ਜਿਹੜੇ ਸੰਤ ਨੇ, ਸੰਤ ਕਿਹਨੂੰ ਕਿਹਾ ਜਾਂਦਾ? ਸੰਤ ਹੁੰਦਾ ਤਾਂ ਉਹੀ ਆਦਮੀ ਆ ਜਿਹੜਾ ਪਹਿਲਾਂ ਵੈਸੀ ਸੰਸਾਰ 'ਚ ਹੀ ਫਿਰਦਾ ਸੀ ਆਪਣੇ ਨਾਲ ਹੀ। ਉਹਦੇ ਅੰਦਰ ਇੱਕ ਭਾਵਨਾ ਪੈਦਾ ਹੋਈ, ਜਗਿਆਸਾ, ਕਿ ਮੈਂ ਜਾਣਾ ਤਾਂ ਸਹੀ, ਆਹ ਤਾਂ ਅਸੀਂ ਵਰਤਾਰਾ ਵਰਤਦਾ, ਦੇਂਦੇ ਕਿੰਨੇ ਚੱਲ ਗਏ, ਆਪਾਂ ਚੱਲ ਜਾਣਾ, ਜਾਣੀਏ ਤਾਂ ਸਹੀ ਆਏ ਕਿੱਥੋਂ ਸੀ, ਕਿੱਥੇ ਜਾਣਾ, ਕੀ ਚੀਜ਼ ਆ ਇਹ ਸਾਰਾ ਸਿਸਟਮ, ਕੀ ਆ, ਕਿਹਦੇ ਅਧੀਨ ਇਹ ਦਿਨ ਚੜ੍ਹਦਾ ਸਿਪਦਾ, ਗ੍ਰਹਿ ਨਛੱਤਰ ਕੰਮ ਕਰ ਰਹੇ ਆ, ਕਿਹਦੇ ਅਧੀਨ ਇਹ ਉਮਰ ਵੱਧਦੀ ਜਾਂਦੀ ਆ, ਕੌਣ ਆ ਜਿਹੜਾ ਸਾਰਾ ਕੁਛ ਕਰ ਰਿਹਾ। ਜਦੋਂ ਇਹ ਜਿਗਿਆਸਾ ਪੈਦਾ ਹੁੰਦੀ ਹੈ, ਉਹ ਸਾਧਕ ਬਣਦਾ, ਸਾਧੂ ਬਣਦਾ। ਜਦੋਂ ਹੀ ਗੁਰੂ ਤੋਂ ਦਿੱਤੇ ਹੋਏ ਬਚਨ ਸਿੱਧ ਕਰ ਲਈਦੇ ਆ ਤਾਂ ਸੰਤ ਹੋ ਜਾਂਦਾ। ਮਹਾਰਾਜ ਕਹਿੰਦੇ ਮਿਰਤੂ ਤੋਂ ਰਹਿਤ ਕਰਨ ਵਾਲੀ ਜਿਹੜੀ ਅਵਸਥਾ, ਉਹ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਉਹ ਫਿਰ ਸੰਤ ਉਹ ਅੰਮ੍ਰਿਤ ਨੂੰ ਚੁਗਣਾ ਸ਼ੁਰੂ ਕਰ ਦਿੰਦਾ, ਜਿਹੜਾ ਇਹ ਦਿਖਾ ਦਿੰਦਾ ਕਿ ਮੌਤ ਨਾਂ ਦੀ ਸ਼ੈ ਦੁਨੀਆ 'ਚ ਨਹੀਂ ਹੈ। ਉਹ ਜੀਵਨ ਦੀ ਧਾਰਾ ਵਹਿੰਦੀ ਦਿਖਾ ਦਿੰਦਾ। ਅਤੇ ਸਤਿਗੁਰੂ ਅੱਗੇ ਕੀ ਬਖਸ਼ਿਸ਼ ਕਰਦੇ ਆ, ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਸਰਬਰ ਮੈਂ ਹੰਸ ਪ੍ਰਣਪਤ ਪਾਵੈ।
ਉਹ ਜਿਹੜਾ ਹਰੀ ਦਾ ਰਸ ਹੈ ਉਹਦੀ ਫਿਰ ਉਹ ਚੋਗ ਚੁਗਣੀ ਸ਼ੁਰੂ ਕਰ ਦਿੰਦਾ ਜਿਹੜਾ ਸੰਤ ਆ। ਸਾਰਾ ਸੰਸਾਰ ਰਸਾਂ ਨਾਲ ਭਰਿਆ ਹੋਇਆ। ਕਰਤੇ ਪੁਰਖ ਦੇ ਵਰਤਾਰੇ ਅਧੀਨ ਮਹਾਰਾਜ ਕਹਿੰਦੇ ਸ਼ਿਵ ਸ਼ਕਤੀ ਦਾ ਖੇਲ ਆ। ਜੋ ਸ਼ਿਵ ਪਰਮ ਪਿਤਾ ਪਰਮਾਤਮਾ ਉਹਨੇ ਆਪਣੇ ਹਿੱਸੇ ਅੰਮ੍ਰਿਤ ਰਸ ਤੇ ਹਰ ਰਸ ਰੱਖਿਆ ਹੋਇਆ। ਆਪਣੇ ਵਾਲੀ ਸਾਈਡ ਤੇ ਚੀਜ਼ਾਂ ਮਿਲਣਗੀਆਂ, ਅੰਮ੍ਰਿਤ ਰਸ ਤੇ ਹਰ ਰਸ। ਜਿੰਨੇ ਹੋਰ ਰਸ ਨੇ, ਜਿੰਨੇ ਪਦਾਰਥ ਨੇ, ਉਹ ਸ਼ਕਤੀ ਨੂੰ ਬਖਸ਼ਿਸ਼ ਕੀਤੇ ਹੋਏ ਆ। ਉਹ ਸ਼ਕਤੀ ਆਦਿ ਸ਼ਕਤੀ ਆ, ਪ੍ਰਕਿਰਤੀ ਆ, ਧਰਤੀ ਮਾਂ, ਇਹਦੇ ਬਸ ਆ ਸਭ ਕੁਛ। ਉਹ ਇਹਦੇ ਭੰਡਾਰੇ 'ਚ ਆ। ਉਹ ਮਾਇਆ ਦੇ ਅਧੀਨ ਸਾਨੂੰ ਝਲਕਾਰੇ ਪੈਂਦੇ ਉਹ ਸਾਰੇ ਰਸਾਂ ਦੇ, ਅਤੇ ਅਸੀਂ ਸਾਰੀ ਜ਼ਿੰਦਗੀ ਇਹਨਾਂ ਰਸਾਂ ਦੇ ਵਿੱਚ ਹੀ ਕੱਢ ਦਿੰਦੇ ਹਾਂ। ਹਰ ਰਸ ਦੀ ਕਈ ਵਾਰ ਤਾਂ ਮੰਗ ਹੀ ਨਹੀਂ ਪੈਦਾ ਹੁੰਦੀ, ਜੇ ਹੁੰਦੀ ਹੈ ਤਾਂ ਉਦੋਂ ਨੂੰ ਟਾਈਮ ਥੋੜ੍ਹਾ ਰਹਿ ਜਾਂਦਾ। ਮਹਾਰਾਜ ਕਹਿੰਦੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਫਿਰ ਜਦੋਂ ਸੰਤ ਆ ਜਿਹੜੇ ਹਰੀ ਰਸ ਦੇ ਚੋਗ ਚੁਗਦੇ ਆ, ਉਹ ਰਸ ਸਹਿਸਤਰਾਰ ਤੋਂ ਬਹਿੰਦਾ, ਉਹ ਅੰਮ੍ਰਿਤ ਰਸ ਤ੍ਰਿਪਤੀ ਕਰਦਾ ਅਤੇ ਪ੍ਰਭੂ ਪਰਮਾਤਮਾ ਦੀ ਜਿਹੜੀ ਲੀਲਾ ਉਹਨੂੰ ਭਾਉਣਾ ਸ਼ੁਰੂ ਹੋ ਜਾਂਦਾ। ਪ੍ਰਕਿਰਤੀ ਦਾ ਜਿਹੜਾ ਪੋਜ਼ੀਟਿਵ ਨਿਜ਼ਾਮ ਹੈ ਉਹਨੂੰ ਉਹ ਭਾਉਣਾ ਸ਼ੁਰੂ ਹੋ ਜਾਂਦਾ। ਸਰਵਰ ਮਹਿ ਹੰਸ ਪ੍ਰਣਪਤ ਪਾਵੈ। ਇਹ ਸਰਵਰ ਦੇ ਵਿੱਚ ਸਾਰਾ ਸਾਗਰ ਹੀ ਆ। ਅਸੀਂ ਊਰਜਾ ਦੇ ਬਵੰਡਰਾਂ ਦੇ ਵਿੱਚ ਤੈਰਦੇ ਫਿਰਦੇ ਹਾਂ। ਦੇਖਣ ਨੂੰ ਹੀ ਸਾਨੂੰ ਕੰਧਾਂ ਲੱਗਦੀਆਂ, ਪਹਾੜ ਲੱਗਦੇ ਆ। ਜਿੱਦੇ ਉਹ ਦਿਵ ਦ੍ਰਿਸ਼ਟੀ ਖੁੱਲ੍ਹਦੀ ਆ, ਸਾਰਾ ਇੱਕ ਧੂਏ ਦਾ ਪਹਾੜ ਹੀ ਲੱਗਦਾ। ਉਹਦੇ ਵਿੱਚ ਅਸੀਂ ਉੱਡੇ ਫਿਰਦੇ ਹਾਂ। ਸਰਬਰ ਮੈਂ ਹੰਸ। ਫਿਰ ਇਹ ਹੰਸ ਜਿਹੜਾ ਕਰਤੇ ਪੁਰਖ ਦੇ ਦਰ ਤੋਂ ਆਇਆ, ਉਹ ਪ੍ਰਣਪਤ, ਉਹਨੂੰ ਪ੍ਰਾਣਾਂ ਦੀ ਸ਼ਕਤੀ ਮਿਲਦੀ ਹੈ, ਅਤੇ ਉਹ ਪ੍ਰਾਣ ਦਾ ਪਤੀ ਹੈ ਜਿਹੜਾ, ਉਹਦਾ ਵੀ ਮਿਲਾਪ ਹੁੰਦਾ। ਉਹ ਮਾਲਕ ਦਾ, ਜਿਹੜਾ ਸਾਰੇ ਕਾਸੇ ਦਾ ਮਾਲਕ ਹੈ। ਉਹ ਚੋਗ ਚੁਗਣੀ ਸ਼ੁਰੂ ਕਰੀਏ। ਸ਼ੁਰੂਆਤ ਹੋਣੀ ਆ ਗੁਰੂ ਦੇ ਚਰਨਾਂ 'ਚ ਜਾਇਆ, ਗੁਰੂ ਦੀ ਬਾਣੀ ਪੜ੍ਹਿਆ, ਗੁਰੂ ਦੀ ਬਾਣੀ ਸੁਣਿਆ, ਅਤੇ ਗੁਰੂ ਦੀ ਬਾਣੀ 'ਚ ਜੋ ਪੜ੍ਹਿਆ ਸੁਣਿਆ ਉਹਨੂੰ ਮੰਨਿਆ, ਅਤੇ ਮੰਨਣ ਕਾਰਨ ਨਾਲ ਅਗਲੀ ਖੇਡ ਵਧਣੀ ਸ਼ੁਰੂ ਹੋ ਜਾਂਦੀ ਹੈ। ਅੱਗੇ ਸਤਿਗੁਰੂ ਕਹਿੰਦੇ ਕਿਆ ਬੱਗ ਬੱਪੜਾ ਛੱਪੜੀ ਨਹਾਏ। ਹੁਣ ਜਿਹੜਾ ਬਗੜਾ ਇਹ ਅਧਿਆਤਮਿਕ ਦੇ ਖੇਤਰ ਵਿੱਚ ਨੈਗੇਟਿਵ ਊਰਜਾਵਾਂ ਦਾ ਪ੍ਰਤੀਕ ਆ। ਹੈ ਤਾਂ ਵਿਚਾਰਾ ਬਗਲਾ ਵੀ ਪ੍ਰਮਾਤਮਾ ਨੇ ਬਣਾਇਆ, ਜਿਹਨੇ ਹੰਸ ਬਣਾਇਆ ਉਹਨੇ ਇਹ ਬਣਾਇਆ। ਬਹੁਤ ਚੀਜ਼ਾਂ ਜ਼ਿੰਦਗੀ 'ਚ ਪ੍ਰਤੀਕ ਬਣ ਜਾਂਦੀਆਂ ਕਿਸੇ ਚੀਜ਼ ਦਾ। ਜਿਵੇਂ ਬਗਲਾ ਆਮ ਸੰਸਾਰ ਦੇ ਵਿੱਚ ਵੀ ਠੱਗੀ ਦਾ ਪ੍ਰਤੀਕ ਬਣ ਗਿਆ, ਧੋਖੇ ਦਾ। ਕਿਉਂਕਿ ਬਗਲੇ ਦਾ ਜਿਹੜਾ ਖੜਨ ਦਾ ਢੰਗ ਹੈ ਉਹ ਬੜਾ ਸੁਧਰਿਆ ਹੋਇਆ ਢੰਗ ਹੈ। ਜਿਵੇਂ ਇੱਕ ਪਹੁੰਚਿਆ ਹੋਇਆ ਸਾਧੂ ਖੜ੍ਹਦਾ, ਉਹ ਉਵੇਂ ਇੱਕ ਲੱਤ 'ਤੇ ਖੜ੍ਹਦਾ। ਜਿਵੇਂ ਸਾਧੂ 'ਤੇ ਕੋਈ ਹਾਵ ਭਾਵ ਨਹੀਂ ਹੁੰਦਾ, ਜਿਵੇਂ ਆਪਾਂ ਬੁੱਧ ਦੀਆਂ ਮੂਰਤੀਆਂ ਤੱਕ ਦੇਖਦੇ ਐਂ ਲੱਗਦਾ ਵੀ ਬੋਲਣਗੀਆਂ, ਇੰਨੀ ਪਰਮ ਸ਼ਾਂਤੀ। ਪਰ ਉਹ ਇੰਨਾ ਕੁਛ ਵਿਚਾਰਾ ਤਰੱਦਦ ਕਰ ਕਾਹਦਾ ਮਾਰਾ ਰਿਹਾ। ਇੱਕ ਲੱਤ 'ਤੇ ਖੜ੍ਹਾ, ਅੱਖਾਂ ਬੰਦ ਹੈ, ਸੁਰਤ ਸਾਰੀ ਪਾਸਿਆਸੀ ਹਿਲਜੁਲ 'ਤੇ ਲੱਗੀ ਵੀ ਹੈ। ਉਹਨੂੰ ਪਾਣੀ ਦੀ ਹਿਲਜੁਲ ਤੋਂ ਅੰਦਰੇ ਅੰਦਰ ਪਤਾ ਲੱਗ ਰਿਹਾ ਕਿ ਕੌਣ ਕਿੰਨੀ ਕੁ ਦੂਰੀ 'ਤੇ ਫਿਰਦਾ। ਫਿਰ ਉਹ ਦੇਖਦਾ ਕਿ ਕਿਹੜੀ ਡੱਡ ਬਿਲਕੁਲ ਨੇੜੇ ਆ ਗਈ। ਜਦੋਂ ਹੀ ਪਾਣੀ ਦੀ ਹਲਚਲ ਉਹਦੇ ਪੈਰ ਨੂੰ ਦੱਸ ਦਿੰਦੀ ਹੈ ਕਿ ਹੁਣ ਤੇਰੇ ਖੇਤਰ ਦੇ ਵਿੱਚ ਆ ਗਈ, ਚੱਕਣਾ ਤਾਂ ਇਹਦਾ ਚੱਕ ਲਾ। ਉਹ ਫੱਟ ਬਾਹਰ ਕਰਦਾ, ਅੱਖ ਖੋਲ੍ਹਦਾ, ਡੱਡ ਨੂੰ ਚੱਕ ਲੈਂਦਾ। ਇਸੇ ਕਰਕੇ ਇਹ ਧੋਖੇ ਦਾ ਪ੍ਰਤੀਕ ਬਣ ਗਿਆ ਕਿ ਉਹ ਧੋਖੇ ਨਾਲ ਚੱਕਦਾ। ਉਹਦਾ ਸਟਾਈਲ ਆ ਆਪਣਾ। ਅਤੇ ਉਹ ਆਇਆ ਕਾਹਦਾ ਮਾਰਾ ਸੀ, ਉਹ ਡੱਡ ਚੱਕਣੀ ਆਇਆ ਸੀ। ਉਹਨੂੰ ਸਰੋਵਰ ਦੀ ਜਲ ਨਾਲ, ਸਰੋਵਰ ਦੀ ਮਹਾਨਤਾ ਨਾਲ, ਉਹ ਛੱਪੜ ਦੇ ਉੱਥੋਂ ਦੇ ਆਸੇ ਪਾਸੇ ਨਾਲ ਕੋਈ ਮਤਲਬ ਨਹੀਂ। ਉਹਨੂੰ ਆਪਦੀ ਡੱਡ ਤੋਂ ਹੀ ਮਤਲਬ ਆ, ਜਾਣੀ ਆਪਦੀ ਪੇਟ ਪੂਤ ਤੋਂ ਹੀ। ਇਵੇਂ ਜਿਵੇਂ ਜਿਹੜਾ ਇਹ ਸੰਸਾਰ ਆ ਇਹ ਝੱਲ ਵੇਲਾ, ਇਹਦੇ ਵਿੱਚ ਟਿੱਡੀ ਪਲਪੀਹੀ ਤੋਂ ਲੈ ਕੇ ਸ਼ੇਰਾਂ ਬਘਿਆੜਾਂ ਤੱਕ ਸਾਰਾ ਕੁਛ ਹੈ, ਅਤੇ ਸਾਰਿਆਂ ਨੂੰ ਪ੍ਰਕਿਰਤੀ ਖਾਣ ਨੂੰ ਦਿੰਦੀ ਹੈ। ਹਰ ਕੋਈ ਆਪਣੇ ਆਪਣੇ ਢੰਗ ਨਾਲ ਆਪਣੀ ਪੇਟ ਦੀ ਪੂਰਤੀ ਕਰਦਾ। ਪਰ ਬਗਲੇ ਦਾ ਪ੍ਰਤੀਕ ਲੈ ਕੇ ਅਧਿਆਤਮ ਦੇ ਵਿੱਚ ਕਿਉਂ ਸਮਝਾਇਆ ਜਾਂਦਾ ਕਿ ਅਧਿਆਤਮਿਕ ਵਾਲੇ ਖੇਤਰ ਦੇ ਵਿੱਚ ਵੀ ਕੁਝ ਲੋਕਾਂ ਦਾ ਮਤਲਬ ਇਕੱਲੀ ਐਸ ਪ੍ਰਸਤੀ ਨਾਲ ਹੁੰਦਾ ਕਿ ਲੋਕ ਸਤਿਕਾਰ ਦਿੰਦੇ ਆ, ਲੋਕ ਹੀ ਕੱਪੜੇ ਪਹਿਨਣ ਨੂੰ ਦੇ ਦਿੰਦੇ ਆ,
ਲੋਕ ਹੀ ਖਾਣ ਪਾਣ ਦਾ ਇੰਤਜ਼ਾਮ ਕਰ ਦਿੰਦੇ ਆ। ਸਾਰੇ ਸੰਸਾਰ 'ਚ ਇਕੱਲੇ ਕਿਸੇ ਇੱਕ ਕੌਮ ਨੂੰ ਨਾ ਕਹੀਏ ਆਪਾਂ ਇਹ, ਕਿਉਂਕਿ ਅਸੀਂ ਤਾਂ ਫਿਰ ਜਿਨ੍ਹਾਂ ਨੂੰ ਨੇੜੇ ਦੇਣੇ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਸਾਰੇ ਸੰਸਾਰ 'ਚ ਹੀ ਵਰਤਾਰਾ। ਮਹਾਰਾਜ ਕਹਿੰਦੇ ਉਹਨਾਂ ਦੀ ਕੋਈ ਸੋਚ ਨਹੀਂ ਹੁੰਦੀ। ਅਸੀਂ ਤਾਂ ਸਤਿਕਾਰ ਕਰਦੇ ਹਾਂ ਕਿ ਪਰਮ ਪਿਤਾ ਪਰਮਾਤਮਾ ਨਾਲ ਜੁੜੀਆਂ ਹੋਈਆਂ ਹਸਤੀਆਂ, ਇਹਨਾਂ ਦੇ ਬਚਨਾਂ 'ਚ ਇੰਨੀ ਕੁ ਸ਼ਕਤੀ ਆ, ਕਿਉਂਕਿ ਅਸੀਂ ਇਤਿਹਾਸ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ ਕਿ ਜਿਹੜਾ ਉਹਦੇ ਨਾਲ ਇੱਕ ਮਿੱਕ ਹੋ ਜਾਂਦਾ ਉਹਦੇ 9 ਨਿਧਾਂ 18 ਸਿੱਧਾਂ ਕੋਲੇ ਵਾਸ ਕਰਨਾ ਸ਼ੁਰੂ ਕਰ ਦਿੰਦੀਆਂ, ਉਹਦੀ ਸੇਵਾ ਕਰਨ ਵਾਲੇ ਨੂੰ ਵੀ ਫਲ ਮਿਲ ਜਾਂਦਾ, ਉਹਦੇ ਕਾਰਜ ਰਾਸ ਹੋ ਜਾਂਦੇ ਆ। ਉਹਦਾ ਕਰਕੇ ਅਸੀਂ ਲੋਕ ਤਾਂ ਕਰਦੇ ਹਾਂ। ਪਰ ਉਹ ਮਹਾਰਾਜ ਕਹਿੰਦੇ ਉਹਦੀ ਕੋਈ ਇੱਕ ਮਿੱਕਤਾ ਨਾ ਸਾਂਝ ਨਹੀਂ ਬਗਲੇ ਦੀ, ਉਹਦਾ ਖਾਣ ਪੀਣ ਤਿਕਰੀ ਸਿਸਟਮ ਹੈ। ਉਸ ਤਰ੍ਹਾਂ ਦੇ ਲੋਕ ਅਧਿਆਤਮਕ ਦੇ ਵਿੱਚ ਵੀ ਹੁੰਦੇ ਆ। ਕਹਿੰਦੇ ਕਿਆ ਬੱਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬਾ ਮੈਲ ਨਾ ਜਾਏ। ਉਹਦੇ ਅੰਦਰੋਂ ਮੈਲ ਨਹੀਂ ਜਾਂਦੀ, ਕਿਉਂਕਿ ਉਹਦੀ ਸੁਰਤ ਸਿਰਫ ਬਾਹਰੀ ਆ, ਅੰਦਰੂਨੀ ਤੌਰ 'ਤੇ ਉਹਦੇ ਬਦਲਾਓ ਵਾਲਾ ਕੋਈ ਸਿਮਟਮ ਨਹੀਂ ਹੈ, ਨਾ ਉਹ ਬਦਲਣਾ ਚਾਹੁੰਦਾ, ਉਹਦਾ ਸੰਬੰਧ ਉੱਥੋਂ ਤਾਂ ਹੀ ਆ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। ਦੂਸਰੇ ਪਾਸੇ ਜਿਹੜਾ ਬੰਦਾ ਹਰੀ ਦੇ ਰਸ ਦੀ ਚੋਗ ਚੁਗਣੀ ਸ਼ੁਰੂ ਕਰਦਾ ਤਾਂ ਉਹ ਬੜਾ ਸੁਚੇਤ ਹੋ ਕੇ ਜਿਉਣਾ ਸ਼ੁਰੂ ਕਰ ਦਿੰਦਾ, ਬੜਾ ਹੀ ਸੁਚੇਤ। ਪੈਰ ਪੈਰ 'ਤੇ ਉਹਨੂੰ ਹੋਸ਼ ਆਉਂਦਾ, ਕੀ ਕਰਨਾ, ਕਿਉਂ ਕਰਨਾ, ਕੀ ਕਰ ਰਿਹਾ, ਇਹ ਚੀਜ਼ ਉਹਦੇ 'ਚ ਪੈਦਾ ਹੋ ਜਾਂਦੀ ਹੈ। ਜਿਹੜਾ ਤਾਂ ਕੋਈ ਜਨਮਾਂ ਜਨਮਾਂ ਦੇ ਕਰਮਾਂ ਅਨੁਸਾਰ ਭੋਗਣਾ ਹੀ ਪੈਣਾ ਤੁਹਾਨੂੰ, ਤੁਹਾਡਾ ਛੁਟਕਾਰਾ ਹੀ ਨਹੀਂ ਹੈ, ਤੁਹਾਨੂੰ ਕੋਈ ਉਹ ਸਿਸਟਮ ਵੀ ਦੀ ਲੰਘਣਾ ਪੈਣਾ, ਉਹ ਤਾਂ ਲੰਘੋਗੇ ਹੀ, ਭਾਵੇਂ ਜਾਗ ਕੇ ਲੰਘ ਜਾਓ, ਭਾਵੇਂ ਸੌਂ ਕੇ ਲੰਘ ਜਾਓ। ਪਰ ਆਮ ਜ਼ਿੰਦਗੀ ਬੰਦੇ ਦੀ ਇਹ ਹੋ ਜਾਂਦੀ ਹੈ ਕਿ ਉਹ ਸੁਚੇਤ ਰਹਿਣਾ ਸ਼ੁਰੂ ਕਰ ਦਿੰਦਾ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਿਧਾ ਛੋੜ ਭਏ ਨਿਰੰਕਾਰੀ। ਜਿਵੇਂ ਜਿਵੇਂ ਗੁਰੂ ਦੇ ਨੇੜੇ ਜਾਂਦੇ ਆ, ਜਿਵੇਂ ਜਿਵੇਂ ਬਾਣੀ ਪੜ੍ਹਦੇ ਆ, ਜਿਵੇਂ ਜਿਵੇਂ ਸੁਣਦੇ ਆ, ਜਿਵੇਂ ਜਿਵੇਂ ਤੀਜਾ ਸਟੈਪ ਆ ਮੰਨਣ ਕਰਦੇ ਆ, ਸਾਡੇ ਅੰਦਰ ਦੀ ਦੁਬਿਧਾ ਖਤਮ ਹੁੰਦੀ ਜਾਂਦੀ ਹੈ। ਜਦੋਂ ਪਹਿਲੀ ਗੱਲ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਮੱਥ ਲੈਂਦੇ ਹਾਂ, ਸਾਡੇ ਸਾਹਮਣੇ 100 ਕੰਮ ਆ, 100 ਦਾ 100 ਕੰਮ ਇੱਕ ਬੰਦਾ ਨਹੀਂ ਕਰ ਸਕਦਾ, ਅਲੱਗ-ਅਲੱਗ ਖੇਤਰ ਹੈ। ਪਰ ਜਿੱਦੇ ਆਦਮੀ ਇੱਕ ਮਨ ਇੱਕ ਚਿੱਤ ਹੋ ਕੇ ਪੂਰਾ 100% ਫੈਸਲਾ ਲੈ ਕੇ ਇੱਕ ਕੰਮ ਨੂੰ ਚੁਣ ਲੈਂਦਾ, ਦੂਸਰੇ 99 ਉਹਦੇ ਲਈ ਗੌਣ ਹੋ ਜਾਂਦੇ ਆ। ਇੱਕ ਚੀਜ਼ ਸਾਹਮਣੇ ਆ ਜਾਂਦੀ ਹੈ, ਨਿਸ਼ਾਨਾ ਬਣ ਜਾਂਦਾ। ਤਾਂ ਮਹਾਰਾਜ ਕਹਿੰਦੇ ਜਿਹੜਾ ਵੀ ਸੁਚੇਤ ਹੋਣਾ ਸ਼ੁਰੂ ਹੋ ਗਿਆ, ਗੁਰੂ ਦੀ ਗੱਲ ਸੁਣ ਕੇ ਮੰਨਣੀ ਸ਼ੁਰੂ ਕਰਤੀ, ਉਹ ਦੁਬਿਧਾ ਛੱਡ ਦਿੰਦਾ, ਬਣ ਕੀ ਜਾਂਦਾ, ਦੁਬਿਧਾ ਛੋੜ ਭਏ ਨਿਰੰਕਾਰੀ। ਉਹ ਨਿਰੰਕਾਰ ਪਰਮ ਪਿਤਾ ਪਰਮਾਤਮਾ ਦੇ ਵੱਲ ਨੂੰ ਰੁਚਿਤ ਹੋ ਜਾਂਦਾ। ਉਹਦਾ ਜੋ ਵੀ ਕਾਰਜ ਹੈ, ਉਹਦੀ ਕਿਰਤ ਬਿਰਤ ਵੀ ਫਿਰ ਉਹਦੇ ਨਾਲ ਸੰਬੰਧਿਤ ਹੀ ਹੋ ਜਾਂਦੀ ਹੈ। ਉਹਦਾ ਟੀਚਾ ਹੁੰਦਾ ਪਰਮ ਪਿਤਾ ਪਰਮਾਤਮਾ ਨਾਲ ਇੱਕ ਮਿੱਕਤਾ। ਦੁਬਿਧਾ ਛੋੜ ਕੇ ਉਹ ਨੱਕ ਦੀ ਸੇਧ ਉੱਧਰ ਨੂੰ ਹੋ ਲਿਆ। ਜਿਹੜੀ ਚੀਜ਼ ਉਹਨੂੰ ਆਨੰਦ ਬਖਸ਼ਿਸ਼ ਕਰਦੀ ਹੈ, ਉਹਨੂੰ ਗੁਰੂ ਵਾਲੇ ਪਾਸੇ ਲਿਜਾਂਦੀ ਹੈ, ਤਾਂ ਉਹੀ ਕਰਦਾ, ਤਾਂ ਉਹਦੀ ਜ਼ਿੰਦਗੀ 'ਚ ਇਨਕਲਾਬ ਹੋਣਾ ਸ਼ੁਰੂ ਹੋ ਜਾਂਦਾ। ਦੁਬਿਧਾ ਛੋੜ ਭਏ ਨਿਰੰਕਾਰੀ, ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ। ਸਤਿਗੁਰੂ ਕਹਿੰਦੇ ਫਿਰ ਜਦੋਂ ਉਹ ਇੱਕ ਨਾਲ ਚੱਲ ਪੈਂਦਾ ਨਾ, ਇੱਕ ਲੈ 'ਚ, ਫਿਰ ਗੁਰੂ 'ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ। ਜਦੋਂ ਅਸੀਂ ਸਮਰਪਣ ਕਰ ਦਿੰਦੇ ਹਾਂ, ਸਮਰਪਿਤ ਹੋ ਜਾਂਦੇ ਹਾਂ, ਗੁਰੂ ਦੀ ਦੱਸੀ ਗੱਲ 'ਤੇ ਪਹਿਰਾ ਦੇਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਸਾਡੇ ਅੰਦਰ ਮੁਕਤੀ ਦਾ ਅਹਿਸਾਸ ਹੁੰਦਾ। ਮੁਕਤ ਪਦਾਰਥ ਉਹ ਸਾਡੇ ਅੰਦਰ ਪਤਾ ਲੱਗਦਾ ਕਿ ਅਸੀਂ ਕਿੰਨੇ ਉਲਝੇ ਹੋਏ ਸੀ, ਕਿੰਨੇ ਵਹਿਮਾਂ ਭਰਮਾਂ 'ਚ ਸੀ, ਕਿੰਨਾ ਡਰਦੇ ਰਹਿੰਦੇ ਸੀ, ਸਹਿਮੇ ਰਹਿੰਦੇ ਸੀ, ਪਤਾ ਹੀ ਨਹੀਂ ਕੀ ਕੀ ਚੱਲਦਾ ਰਹਿੰਦਾ ਸੀ ਦਿਮਾਗ 'ਚ। ਉਹ ਸਾਰਾ ਗੁਰੂ ਨੇ ਛਡਾਤਾ, ਸਾਰੀਆਂ ਸੈਟਿੰਗਾਂ ਕਰਤੀਆਂ ਚੇਤਨਾ ਦੀਆਂ। ਇਹ ਦੱਸਦਾ ਕਿ ਸਾਰਾ ਪਸਾਰਾ ਇੱਕ ਦਾ ਹੀ ਆ। ਜੋ ਜੋ ਮੂਹਰੇ ਤੁਹਾਨੂੰ ਲੋੜ ਪੈਣੀ ਆ, ਉਹਦੇ ਅਨੁਸਾਰ ਸੈਟਿੰਗਾਂ ਹੁੰਦੀਆਂ ਜਾਣੀਆਂ। ਦੁਬਿਧਾ ਮੁੱਕ ਗਈ, ਅੰਦਰ ਇੱਕ ਮੁਕਤੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਮੁਕਤ ਪਦਾਰਥ, ਜਦੋਂ ਹੀ ਬੰਦੇ ਦੇ ਅੰਦਰ ਆਜ਼ਾਦੀ ਆਉਂਦੀ ਹੈ ਨਾ, ਮੁਕਤੀ ਆਉਂਦੀ ਹੈ, ਉਹਦੇ ਅੰਦਰ ਹੀ ਹਰੀ ਰਸ ਵਹਿਣਾ ਸ਼ੁਰੂ ਹੋ ਜਾਂਦਾ। ਉਹ ਜਿਹੜੀ ਇੱਕ ਤਰੰਗ ਹੈ, ਇੱਕ ਮਿਕਤਾ ਦਾ ਅਹਿਸਾਸ ਹੈ, ਉਹ ਹਰ ਰਸ ਹੈ, ਅਤੇ ਉਹ ਫਿਰ ਉਹਨੂੰ ਚੱਖਦਾ ਰਹਿੰਦਾ ਆਪਣੇ ਅੰਦਰੋਂ।
ਉਹਨੂੰ ਪਤਾ ਲੱਗਦਾ ਕਿ ਹਰ ਰਸ ਦੇ ਵਿੱਚ ਐਸੀ ਖੁਮਾਰੀ ਹੈ, ਦੁਨੀਆ ਦੀ ਕੋਈ ਚੀਜ਼ ਉਹਦਾ ਮੁਕਾਬਲਾ ਨਹੀਂ ਕਰ ਸਕਦੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ। ਕਹਿੰਦੇ ਫਿਰ ਆਉਣਾ ਜਾਣਾ ਸੀ ਜਿਹੜਾ, ਉਹ ਸਭ ਨਿਬੜ ਜਾਂਦਾ। ਰਾਹ ਕਿਹਦੇ ਨਾਲ ਜਾਂਦਾ? ਗੁਰੂ ਨਾਲ। ਗੁਰੂ ਦੀ ਮਰਜ਼ੀ ਆ ਉਹ ਆਪਣੀ ਟੀਮ ਨੂੰ ਕਿੱਥੇ ਲਾਉਂਦਾ। ਜਦੋਂ ਹੀ ਅਸੀਂ ਗੁਰੂ ਨਾਨਕ ਨੂੰ ਸਮਰਪਿਤ ਹੋ ਜਾਂਦੇ ਹਾਂ, ਗੁਰੂ ਦਸ਼ਮੇਸ਼ ਨੂੰ ਸਮਰਪਿਤ ਹੋ ਜਾਂਦੇ ਹਾਂ, ਉਹਨਾਂ ਦੀ ਮਰਜ਼ੀ ਹੈ ਸੰਸਾਰ ਦੀ ਸੇਵਾ ਵਾਸਤੇ ਕਿਤੇ ਭੇਜਣਾ ਜਾਂ ਨਾ ਭੇਜਣਾ, ਜਨਮ ਦਿਵਾਉਣਾ ਜਾਂ ਨਾ ਦਿਵਾਉਣਾ, ਇਹ ਗੁਰੂ ਦੇ ਹੱਥ ਹੈ। ਸਾਡੀ ਮਰਜ਼ੀ ਨਹੀਂ ਫਿਰ ਰਹਿੰਦੀ, ਅਸੀਂ ਆਪਣੇ ਬੰਨਿਓ ਨਿਬੇੜ ਦਿੰਦੇ ਹਾਂ। ਆਵਣ ਜਾਣ ਰਹੇ ਗੁਰ ਰਾਖੇ, ਅਤੇ ਗੁਰੂ ਹਰ ਥਾਂ ਸਹਾਇਤਾ ਕਰਦਾ। ਅਤੇ ਉਹ ਆਪਣੇ ਢੰਗ ਨਾਲ, ਗੁਰੂਆਂ ਦੇ ਆਪਣੇ ਢੰਗ ਹੁੰਦੇ ਆ ਸੇਵਾ ਲੈਣ ਦੇ, ਆਪਣੇ ਸਿਸਟਮ ਹੁੰਦੇ ਆ। ਪਰ ਗੁਰੂ ਨਾਲ ਜੁੜੇ ਹੋਏ ਲੋਕ ਜਾਣਦੇ ਆ, ਕਿਤੇ ਵੀ ਜੁੜੇ ਹੋਣ, ਕਿਤੇ ਵੀ ਹੋਣ, ਉਹ ਜਿਹੜੇ ਸਮਰਪਿਤ ਆ ਨਾ ਗੁਰੂ ਨੂੰ, ਸਾਧੂ ਨੂੰ, ਸੰਤ ਨੂੰ, ਉਹ ਜਾਣਦੇ ਆ ਕਿ ਚਾਅ ਕਿੰਨਾ ਹੁੰਦਾ। ਜਦੋਂ ਵੀ ਕੋਈ ਕਾਰਜ ਕਰਦੇ ਆ, ਕੋਈ ਵੀ ਕਰੀਏ, ਗੁਰੂ ਆਗਿਆ ਕਰਦੇ ਕਿਆ ਕਰਨਾ, ਅਤੇ ਉਸ ਤੋਂ ਬਾਅਦ ਜਿਹੜਾ ਇੱਕ ਸੰਗਤ 'ਚ, ਸੇਵਕਾਂ 'ਚ ਚਾਅ ਹੁੰਦਾ, ਉਹ ਕਿਆ ਬਾਤਾਂ ਹੀ, ਉਹ ਇੱਕ ਰਸ ਐਸਾ ਵਰਦਾ, ਐਸਾ ਨੂਰ ਵਰਦਾ, ਇੱਕ ਯਾਦਾਂ ਬਣ ਜਾਂਦੀਆਂ, ਜ਼ਿੰਦਗੀ ਦੀਆਂ ਪੋਜ਼ੀਟਿਵ ਯਾਦਾਂ ਬਣ ਜਾਂਦੀਆਂ। ਅਸੀਂ ਉਹਨਾਂ ਗੱਲਾਂ ਨੂੰ ਸਾਂਭ ਰੱਖਦੇ ਹਾਂ, ਉਹਨਾਂ ਨੂੰ ਚੇਤੇ ਕਰ ਕਰ ਖੁਸ਼ ਹੁੰਦੇ ਹਾਂ ਵਿਹਲੇ ਸਮਿਆਂ 'ਚ। ਇਹ ਗੁਰੂ ਦੀ ਬੜੀ ਕਰਾਮਾਤ ਆ। ਅੱਗੇ ਸਤਿਗੁਰੂ ਕੀ ਕਹਿੰਦੇ ਨੇ? ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਹੰਸਾ ਜਿਹੜਾ, ਇਹ ਕਦੇ ਉਹ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ ਜਿੱਥੋਂ ਮੋਤੀ ਚੁਗਦਾ, ਹੀਰੇ ਚੁਗਦਾ, ਜਵਾਹਰਾਤ ਚੁਗਦਾ। ਸਰਵਰ ਹੰਸਾ ਛੋੜ ਨਾ ਜਾਏ, ਫਿਰ ਕਰਦਾ ਕੀ ਆ? ਪ੍ਰੇਮ ਭਗਤ ਕਰ ਸਹਿਜ ਸਮਾਏ। ਉਹ ਪ੍ਰੇਮਾ ਭਗਤੀ ਕਰਦਾ, ਜਿਵੇਂ ਮਾਈ ਦੇਸਾਂ ਨੇ ਕੀਤੀ। ਹੁਣ ਕੋਈ ਮਾਂ ਦੇਸਾਂ ਨੇ ਡਿਗਰੀਆਂ ਥੋੜ੍ਹਾ ਹੀ ਲਈਆਂ ਹੋਈਆਂ ਸੀ, ਜਾਂ ਕਹਿ ਦਈਏ ਉਹਦੇ ਕੋਲ ਕੋਈ ਧਨ ਪਦਾਰਥ ਬਹੁਤੇ ਹੀ ਸੀਗੇ। ਸਿਰਫ ਇੱਕੋ ਹੀ ਚੀਜ਼ ਸੀ, ਸਾਫ ਸੁੱਧ ਹਿਰਦਾ, ਹਿਰਦੇ 'ਚ ਗੁਰੂ ਦਾ ਪ੍ਰੇਮ, ਦਰਸ਼ਨਾਂ ਦੀ ਤਾਂਘ। ਆਹੀ ਇੱਕ ਗੱਲ ਦਾ, ਜਿੱਦੇ ਸਮਝ ਆ ਗਈ ਬਾਕੀ ਜ਼ਿੰਮੇਵਾਰੀਆਂ ਗੁਰੂ ਦੀਆਂ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਫਿਰ ਜਿਹੜੇ ਬੰਧਨ ਦਿਸਣਗੇ ਨਾ, ਗੁਰੂ ਨੇ ਆਪੇ ਕੱਟ ਦੇਣੇ ਆ। ਤੁਰੇ ਆਓ, ਜੁੜੇ ਰਹੋ। ਪ੍ਰੇਮ ਭਗਤ ਕਰ ਸਹਿਜ ਸਮਾਏ। ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਹੈ। ਹਰ ਵੇਲੇ ਇੱਕ ਲੈ, ਇੱਕ ਨੂਰ ਵਰਦਾ, ਉਹ ਅਣਹਦ ਨਾਦ ਦਾ। ਉਹਨੂੰ ਸੁਣਦਿਆਂ ਹੋਇਆਂ, ਪ੍ਰਕਾਸ਼ ਦੇ ਦਰਸ਼ਨ ਕਰਦਿਆਂ, ਕੋਈ ਚਿਤਵਨੀ ਨਹੀਂ, ਇੱਕ ਮਨ ਇੱਕ ਚਿੱਤ ਦੀ ਅਵਸਥਾ ਨਾਲ ਦੀ ਨਾਲ ਬਣਨੀ ਸ਼ੁਰੂ ਹੋ ਜਾਂਦੀ ਹੈ। ਜਿੱਥੇ ਖੜ੍ਹ ਗਏ, ਜਿੱਥੇ ਬਹਿ ਗਏ, ਉੱਥੇ ਹੀ। ਅਤੇ ਫਿਰ ਮਹਾਰਾਜ ਕਹਿੰਦੇ ਕੀ ਹੁੰਦਾ? ਪ੍ਰੇਮ ਭਗਤ ਕਰ ਸਹਿਜ ਸਮਾਏ। ਸਹਿਜ ਦੀ ਅਵਸਥਾ ਨੂੰ ਕੀ ਮੰਨਿਆ? ਮਹਾਰਾਜ ਕਹਿੰਦੇ ਆਤਮਿਕ ਅਡੋਲਤਾ ਦੀ ਅਵਸਥਾ। ਨਾ ਕਿਸੇ ਤੱਤ ਦਾ ਵਧਾਓ ਨਾ ਘਟਾਓ, ਰਜੋ ਸਤੋ ਤਮੋ ਸਮ ਹੋ ਜਾਂਦੇ ਆ, ਬਾਤ ਕਫ ਪਿੱਤ ਸਮ ਹੋ ਜਾਂਦੇ ਆ। ਸਰੀਰ 'ਚ ਵੀ ਇੱਕ ਲੈ ਚੱਲਦੀ ਹੈ, ਖੁਸ਼ੀਆਂ ਦੀ ਇੱਕ ਰੌਂ ਚੱਲਦਾ, ਅਤੇ ਮਾਨਸਿਕ ਤੌਰ 'ਤੇ ਵੀ, ਅਧਿਆਤਮਿਕ ਤੌਰ 'ਤੇ ਵੀ ਪ੍ਰੇਮ ਦਾ ਰਸ ਪੈਦਾ ਹੁੰਦਾ। ਪ੍ਰੇਮ ਭਗਤ ਕਰ ਸਹਿਜ ਸਮਾਏ। ਅਤੇ ਜਿਹੜੀ ਸਾਡੀ ਸੁਰਤ ਆ, ਉਹ ਸਹਿਜ ਦੇ ਵਿੱਚ ਹੀ ਸਮਾ ਜਾਂਦੀ ਹੈ, ਕਮਿਕਤਾ ਦੇ ਵਿੱਚ। ਅਤੇ ਉਹ ਅਵਸਥਾ ਤੱਕ ਪਤਾ ਹੀ ਨਹੀਂ ਲੱਗਦਾ ਕਿ ਇਹ ਕਿੰਨਾ ਕੁ ਚਿਰ ਬਣੀ ਰਹੇ। ਅਤੇ ਬਖਸ਼ਿਸ਼ਾਂ ਗੁਰੂ ਕਰਦਾ। ਆਹ ਜਿਹੜੇ ਕੰਮ ਧੰਦੇ ਆ ਨਾ, ਇਹ ਤਾਂ ਸਰੀਰ ਨੂੰ ਪਾਲਣ ਵਾਸਤੇ ਕਰਨੇ ਪੈਣੇ ਆ। ਖਾਣਾ ਖਾਣਾ ਹੈ, ਕੱਪੜੇ ਪਹਿਨਣੇ ਹੈ, ਕਿਤੇ ਜਾਣਾ, ਉਹ ਵਹੀਕਲ ਦਾ ਇੰਤਜ਼ਾਮ ਹੈ। ਇਹਨਾਂ ਚੀਜ਼ਾਂ ਵਾਸਤੇ ਕੰਮ ਧੰਦੇ ਕਰਨੇ ਆ। ਪਰਮਾਤਮਾ ਤਾਂ ਫ੍ਰੀ ਖਾਤੇ ਹੀ ਮਿਲਦਾ। ਉਹ ਤਾਂ ਤੁਹਾਡੀ ਸੁਰਤ ਨੇ, ਅਤੇ ਤੁਹਾਡੇ ਧਿਆਨ ਨੇ, ਅਤੇ ਤੁਹਾਡੇ ਸਵਾਸਾਂ ਨੇ ਜਦੋਂ ਇੱਕ ਹੋ ਜਾਣਾ, ਉੱਧਰਲਾ ਪਾਸਾ ਖੁੱਲ੍ਹਣਾ ਸ਼ੁਰੂ ਹੋ ਜਾਣਾ, ਉਹਦੀ ਕਮਿਕਤਾ। ਅੱਗੇ ਸਤਿਗੁਰੂ ਕੀ ਕਹਿੰਦੇ ਆ? ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਜਿਹੜਾ ਉਹ ਗੁਰੂ ਸਰੋਵਰ ਆ ਨਾ, ਉਹਦੇ ਵਿੱਚ ਹੰਸ ਤੈਰਦਾ। ਗੁਰੂ ਦਈ, ਗੁਰੂ ਨੂੰ ਐਸਾ ਸਾਗਰ ਵਿਖਾ ਦਿੰਦਾ, ਊਰਜਾ ਦੇ ਬਵੰਡਰ ਦਿੰਦੇ ਆ। ਉਹਨੂੰ ਪਤਾ ਲੱਗਦਾ ਜਿਹੜਾ ਅਸਲ ਗੁਰੂ ਨਿਰੰਕਾਰ ਆ, ਸਭ ਦਾ ਗੁਰੂ ਆ, ਉਹ ਤੋਂ ਬਾਹਰ ਮੈਂ ਹੋ ਹੀ ਨਹੀਂ ਸਕਦਾ। ਇਹ ਪੰਜੇ ਤੱਤ ਉਸੇ ਦੇ,
ਇਹ ਧਰਤੀ ਮਾਂ ਉਸੇ ਦੀ, ਪਾਣੀ ਪਿਤਾ ਉਸੇ ਦਾ, ਪੌਣ ਉਹਦੀ, ਸਭ ਕੁਝ ਇੱਕ ਹੀ ਆ। ਇਹ ਸਾਰਾ ਸਰਵਰ ਹੀ ਹੈ। ਫਿਰ ਥਾਟ ਛੋਟੇ ਨਹੀਂ ਰਹਿੰਦੇ। ਫਿਰ ਤਾਂ ਇਹ ਬਣਦਾ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਪਹਿਲਾਂ ਜਿਹੜੀ ਨਕਲੀ ਸਿੱਖਿਆ ਲਈ ਵੀ ਸੀ ਨਿੱਕੇ ਹੁੰਦਿਆਂ ਨੇ, ਆਹ ਮੁਸਲਮਾਨਾਂ ਦੀਆਂ ਚੀਜ਼ਾਂ, ਆਹ ਹਿੰਦੂਆਂ ਦੀਆਂ, ਆਹ ਸਿੱਖਾਂ ਦੀਆਂ, ਆਹ ਪਾਰਸੀਆਂ ਦੀਆਂ, ਬੋਧੀਆਂ ਦੀਆਂ, ਜੈਨੀਆਂ ਦੀਆਂ, ਇੱਥੇ ਨਹੀਂ ਜਾਣਾ, ਇੱਥੇ ਖੜ੍ਹ ਕੇ ਪਤਾ ਨਹੀਂ ਕੀ ਹੋ ਜੂ, ਇਹੋ ਜਿਹਾ ਰੰਗ ਨਹੀਂ ਪਹਿਨਣਾ, ਪਤਾ ਨਹੀਂ ਕੀ ਹੋ ਜੂ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਇੰਨੇ ਜ਼ਿਆਦਾ ਜਾਣ ਬੁੱਝ ਕੇ ਪਾਏ ਹੋਏ ਭਰਮ। ਅਤੇ ਜਿੱਦੇ ਅੰਦਰੋਂ ਇੱਕ ਮਿਕਤਾ ਹੁੰਦੀ ਹੈ, ਉਹ ਪ੍ਰਮਾਤਮਾ ਕਹਿੰਦਾ ਉਹ ਮੈਂ ਹੀ ਹਾਂ ਸਾਰੇ ਥਾਈਂ, ਤੇਰਾ ਪਿਓ ਹੀ ਦਿਸੂ ਤੈਨੂੰ, ਤੂੰ ਦੇਖ ਤਾਂ ਸਹੀ। ਇਹ ਤਾਂ ਕਹਿਣ ਦੀਆਂ ਗੱਲਾਂ, ਇਹਨਾਂ ਦਾ ਕੋਈ ਤੁਕ ਨਹੀਂ ਹੈ। ਦਰ ਸਾਰੇ ਹੀ ਮੇਰੇ ਆ। ਫਿਰ ਉਹਦੇ ਨਾਲ ਇੱਕ ਮਿਕਤਾ ਹੁੰਦੀ ਹੈ, ਪ੍ਰੇਮਾ ਭਗਤੀ ਦੇ ਵਿੱਚ ਉਹ ਲੈ 'ਚ ਨੱਚਦਾ ਫਿਰ ਚੈਤੰਨਿਆ ਮਹਾਂਪ੍ਰਭੂ ਨੂੰ, ਤੂੰ ਹੀ ਤੂੰ, ਮੀਰਾ ਵਾਂਗ, ਕਬੀਰ ਸਾਹਿਬ ਵਾਂਗ, ਜਿੱਥੇ ਵੀ ਹੈ ਉਸੇ ਦੇ ਹੈ। ਸਾਰਾ ਸੰਸਾਰ ਜੱਗ ਉਹਦੀ ਕੋਠੜੀ ਬਣ ਜਾਂਦਾ। ਪਹਿਲਾਂ ਇੱਕ ਕੋਠੜੀ ਆਪਦੀ, ਕੋਈ ਕੋਠੜੀ ਆਪਦੀ ਨਹੀਂ ਲੱਗਦੀ, ਅਤੇ ਜਿੱਦੇ ਇੱਕ ਮਿਕਤਾ ਹੋ ਜਾਂਦੀ ਹੈ ਉਹਦੇ ਸਾਰਾ ਸੰਸਾਰ ਹੀ ਆਪਣਾ ਲੱਗਦਾ। ਸਰਬਰ ਮੈਂ ਹੰਸ, ਹੰਸ ਮੈਂ ਸਾਗਰ, ਸਾਰੀ ਇੱਕ ਮਿਕਤਾ। ਹੰਸ ਦੇ ਕੋਲ ਵੀ ਅੰਦਰ ਇੱਕ ਸਾਗਰ ਆ, ਜਿਹਦੇ ਨਾਲ ਉਹਦੀ ਇੱਕ ਮਿਕਤਾ ਬਣਦੀ ਹੈ। ਅਕੱਥ ਕਥਾ ਗੁਰਬਚਨੀ ਆਦਰ। ਇਹ ਅਕੱਥ ਕਥਾ, ਦੱਸਣੀਆਂ ਗੱਲਾਂ ਔਖੀਆਂ, ਉਲਝਾਓ ਵਧੂਗਾ ਜਿੰਨਾ ਬੋਲਾਂਗੇ। ਇਹ ਤਾਂ ਗੁਰੂ ਦੇ ਬਚਨਾਂ ਦਾ ਆਦਰ ਹੀ ਵੱਡੀ ਚੀਜ਼ ਹੁੰਦੀ ਹੈ, ਕਿ ਗੁਰੂ ਨੇ ਜੋ ਕਹਿਤਾ ਉਹ ਸੱਤ ਹੈ। ਅਧਿਆਤਮ ਦੇ ਵਿੱਚ ਇੱਕ ਗੱਲ ਸਭ ਤੋਂ ਵੱਡੀ ਆ ਕਿ ਤੁਸੀਂ ਸੱਤ ਬਚਨ ਕਹਿਣਾ। ਆਮ ਤਰਕ ਵਾਲੇ ਤੇ ਪੜ੍ਹੇ ਲਿਖੇ ਦਿਮਾਗ ਨੂੰ ਇਹ ਲੱਗਦਾ ਵੀ ਇਹ ਗੱਲ ਹੀ ਗਲਤ ਹੈ, ਤਾਂ ਅੰਧ ਵਿਸ਼ਵਾਸੀ ਬਣਾਉਣ ਵਾਲੀ ਗੱਲ ਆ। ਇਹ ਅੰਧ ਵਿਸ਼ਵਾਸੀ ਵਾਲੀ ਗੱਲ ਨਹੀਂ ਹੈ। ਕਿਸੇ ਨੂੰ ਵੀ ਸਮਝਾਈ ਨਹੀਂ ਜਾ ਸਕਦੀ, ਦਿਖਾਈ ਜਾ ਸਕਦੀ ਹੈ। ਉਹਨੂੰ ਦੱਸਿਆ ਜਾ ਸਕਦਾ ਕਿ ਸ਼ੁਰੂ 'ਚ ਤਾਂ ਤੈਨੂੰ ਭਰੋਸਾ ਕਰਨਾ ਹੀ ਪੈਣਾ, ਆਦਰ ਦੇਣਾ ਹੀ ਪੈਣਾ ਗੁਰੂ ਦੇ ਬਚਨਾਂ ਨੂੰ, ਮੰਨ ਕੇ ਚੱਲੀ ਚੱਲ, ਤੈਨੂੰ ਵੀ ਉਹ ਸਾਰਾ ਕੁਛ ਹੀ ਮਿਲ ਜੂ ਜੋ ਗੁਰੂ ਕੋਲ ਆ। ਇਹ ਆਈ ਜੀ ਖੇਡ ਆ ਉਲਝਣਬਾਜ਼ੀ ਦੀ। ਜਿਵੇਂ ਕੋਈ ਬੰਦਾ ਤੈਰਦਾ ਸਿੱਖਣਾ ਚਾਹੁੰਦਾ ਅਤੇ ਗੁਰੂ ਉਹਨੂੰ ਕਹਿੰਦਾ ਵੀ ਆ ਜਾ ਪਾਣੀ 'ਚ, ਉਹ ਬੰਦਾ ਤਰਕ ਦਿੰਦਾ ਵੀ ਗੁਰੂ ਜੀ ਗੱਲ ਸੁਣੋ, ਮੈਂ ਤੈਰਨ ਨਹੀਂ ਜਾਣਦਾ, ਮੈਂ ਡੁੱਬ ਜੂ, ਮੈਂ ਕਿਵੇਂ ਬੜਾ ਉਨਾ ਚਿਰ ਜਿੰਨਾ ਚਿਰ ਮੈਂ ਜਾਣਦਾ ਹੀ ਨਹੀਂ ਤੈਰਨ। ਗੁਰੂ ਦੀ ਮਜਬੂਰੀ ਆ। ਗੁਰੂ ਕਹਿੰਦਾ ਵੀ ਤੈਰਨ ਫੇਰ ਹੀ ਸਿੱਖੇਗਾ, ਤੂੰ ਆ ਤਾਂ ਸਹੀ, ਮੈਂ ਤੇਰੇ ਨਾਲ ਆ, ਮੈਂ ਸਿਖਾਊਂ ਤੈਨੂੰ। ਉਹ ਤਰਕਸ਼ੀਲ ਆ ਵਿਚਾਰਾ, ਉਹ ਅਗਾਂਹ ਵਧੂ ਆ। ਉਹ ਕਹਿੰਦਾ ਵੀ ਨਹੀਂ ਨਹੀਂ, ਤੁਹਾਡੀ ਗੱਲ ਗਲਤ ਆ, ਐਡਾ ਸਾਗਰ ਹੈ, ਪਾਣੀ ਤੋਂ ਮੈਨੂੰ ਡਰ ਲੱਗਦਾ, ਮੈਂ ਪਾਣੀ 'ਚ ਆ ਨਹੀਂ ਸਕਦਾ, ਮੈਂ ਤਾਂ ਤੈਰਨ ਸਿੱਖੂੰਗਾ ਤਾਂ ਬਣੂੰਗਾ, ਮੈਨੂੰ ਤੁਹਾਡੇ 'ਤੇ ਭਰੋਸਾ ਨਹੀਂ। ਉਹ ਬੰਦਾ ਜ਼ਿੰਦਗੀ 'ਚ ਕਦੇ ਤੈਰਨ ਨਹੀਂ ਸਿੱਖ ਸਕਦਾ, ਡੁੱਬ ਕੇ ਮਰੂਗਾ ਹੀ। ਗੁਰੂ ਦਾ ਵਚਨ ਮੰਨ ਕੇ ਤੁਹਾਨੂੰ ਤੈਰਨ ਉਤਰਨਾ ਹੀ ਪੈਣਾ। ਤਰਕ ਦੇਖਣ ਨੂੰ ਸੋਹਣਾ ਲੱਗਦਾ, ਉਹਦੀ ਗੱਲ 'ਚ ਦਮ ਤਾਂ ਪੂਰਾ ਕਿ ਗੁਰੂ ਜੀ ਮੈਂ ਤੈਰਨ ਨਹੀਂ ਜਾਣਦਾ, ਮੈਂ ਨਹੀਂ ਪਾਣੀ 'ਚ ਉਨਾ ਚਿਰ ਵੜਦਾ, ਪਹਿਲਾਂ ਮੈਨੂੰ ਤੈਰਨਾ ਸਿਖਾਓ ਫਿਰ ਮੈਂ ਬਣੂ। ਇਹ ਗੱਲ ਨੂੰ ਕੋਈ ਵੀ ਤਰਕ ਕੱਟ ਨਹੀਂ ਸਕਦਾ। ਕਹੋ ਠੀਕ ਹੈ ਯਾਰ, ਤਰਕ ਆਧਾਰਿਤ ਗੱਲ ਕਰਦਾ, ਬੜਾ ਦਿਮਾਗ ਹੈ, ਪਰ ਉਹਨੂੰ ਕੀ ਦੱਸੇ ਕੋਈ ਕਿ ਤੇਰਾ ਦਿਮਾਗ ਹੀ ਡਿੱਗਾ। ਜਿੰਨਾ ਚਿਰ ਹੱਥ ਖੜ੍ਹੇ ਕਰਕੇ ਗੁਰੂ ਦੀ ਬੁੱਕਲ 'ਚ ਡਿੱਗਦਾ ਨਹੀਂ ਹੈ, ਉਹਦੇ ਹੱਥਾਂ 'ਤੇ ਪਹੁੰਚਦਾ ਨਹੀਂ ਹੈ, ਤੈਨੂੰ ਸਿਖਾਵੇ ਕਿਵੇਂ? ਪਾਣੀ 'ਚ ਉਤਰਨਾ ਹੀ ਪੈਣਾ। ਉਹ ਗੁਰੂ ਰਾਖਾ ਤੈਨੂੰ ਬੁੱਚਲੂਗਾ ਬਾਹਾਂ 'ਤੇ, ਉਹਦੇ ਇੰਤਜ਼ਾਮ ਕਰੇ ਵੇ ਆ, ਪੈਪਾਂ ਵੀ ਪਾਣੀ 'ਚ ਸਿੱਟੀਆਂ ਵੀਆਂ, ਤੈਨੂੰ ਡੁੱਬਣ ਨਹੀਂ ਦਿੰਦਾ। ਗੁਰੂ ਤਾਰ ਲੈਂਦਾ, ਗੁਰੂ ਆਪੇ ਬੇੜਾ ਬੰਨੇ ਲਾ ਲੂ ਜਦੋਂ ਡੁੱਬਣ ਲੱਗੇਗਾ। ਇਸ ਕਰਕੇ ਤਰਕਾਂ ਤੁਰਕਾਂ ਦਾ ਇੱਧਰ ਕੰਮ ਨਹੀਂ ਹੈ। ਇੱਧਰ ਤਾਂ ਬਈ ਉਤਰਨਾ ਪੈਂਦਾ, ਫਿਰ ਸਿੱਖਿਆ ਮਿਲਦੀ ਹੈ, ਫਿਰ ਸੈਟਿੰਗਾਂ ਮਿਲਦੀਆਂ, ਫਿਰ ਸ਼ਕਤੀਆਂ ਮਿਲਦੀਆਂ, ਫਿਰ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੁੰਦਾ, ਫਿਰ ਕਿਤੇ ਜਾ ਕੇ ਸੰਤ ਸਿਪਾਹੀ ਬਣਦਾ। ਆ ਜਿਹੜੇ ਸਿੱਧੇ ਇਕੱਲੇ ਸਿਪਾਹੀ ਭਰਤੀ ਹੋ ਜਾਂਦੇ ਆ ਨਾ, ਉਹ ਇਸੇ ਕਰਕੇ ਨੁਕਸਾਨ ਖਾਂਦੇ ਆ। ਅੰਦਰੇ ਅੰਦਰ ਤਾਂ ਉਹ ਵੀ ਝੂਰਦੇ ਰਹਿੰਦੇ ਆ ਕਿ ਬਾਹਰੋਂ ਤਾਂ ਬਹੁਤ ਕੁਛ ਕਰ ਲਿਆ ਯਾਰ, ਉਹ ਗੱਲ ਕਿਉਂ ਨਹੀਂ ਬਣਦੀ? ਉਹ ਕਿਉਂ ਨਹੀਂ ਆਉਂਦੀ ਉਹ ਚੀਜ਼, ਇੱਕ ਕਿਰਪਾ ਗੁਰੂ ਦੀ, ਇੱਕ ਸਹਿਜ, ਇੱਕ ਸਿਸਟਮ ਆਵੇ ਕਿਵੇਂ? ਉਲਟਾ ਕਰ ਲਿਆ। ਗੁਰੂ ਨੇ ਸੰਤ ਨੂੰ ਸਿਪਾਹੀ ਬਣਾਇਆ, ਸਿਪਾਹੀ ਨੂੰ ਸੰਤ ਨਹੀਂ। ਸ਼ੁਰੂਆਤ ਪਹਿਲੀ ਪੌੜੀ ਤੋਂ ਹੀ ਹੁੰਦੀ ਹੈ, ਪਹਿਲੀ ਤੋਂ ਹੀ ਕਰੋ,
ਪਹਿਲਾਂ ਗੁਰੂ ਦੇ ਚਰਨਾਂ 'ਚ ਆਓ, ਬਾਣੀ ਪੜ੍ਹੋ, ਬਾਣੀ ਸੁਣੋ, ਫਿਰ ਮੰਨਣ ਕਰੋ। ਫਿਰ ਇੱਕ ਤੱਤ ਪੈਦਾ ਹੋਣਾ ਜਿਹਨੇ ਤੁਹਾਨੂੰ ਸਿਪਾਹੀ ਬਣਾਉਣਾ। ਉਹ ਗੁਰੂ ਨੇ ਦੇਖਣਾ ਕਿ ਇਹ ਵੀਰ ਰਸ ਵਾਲਾ ਹੈ ਵੀ ਕਿ ਨਹੀਂ। ਹੁਣ ਜਿਹੜਾ ਫਿਰਦਾ ਹੀ ਚੌਥੇ ਚੱਕਰ ਤੇ ਹਾਰਟ ਸੈਂਟਰ ਤੇ, ਉਹ ਵੀਰ ਰਸ 'ਚ ਨਹੀਂ ਆ ਸਕਦਾ। ਉਹ ਤਾਂ ਭਾਈ ਘਨੇਗੇ ਵਾਂਗੂ ਸਾਰਿਆਂ ਦੀ ਸੇਵਾ ਕਰ ਸਕਦਾ। ਵੀਰ ਰਸ 'ਚ ਤਾਂ ਮਣੀਪੁਰ ਤੇ ਚੱਕਰ ਤੇ ਖੇਡਣ ਵਾਲੇ ਦੀ ਜਿਹੜੀ ਊਰਜਾ ਉੱਥੋਂ ਕੰਮ ਲੈਂਦਾ ਗੁਰੂ, ਕਿ ਮਣੀਪੁਰ ਤੇ ਫਿਰਦਾ ਕਰੋਧੀ ਹੈ, ਇਹਨੂੰ ਕੁਰਬਾਨੀ ਵਾਲੇ ਪਾਸੇ ਲਾ ਕੇ ਜਿੰਨੀ ਮਰਜ਼ੀ ਕੁਰਬਾਨੀ ਕਰਾ ਦਿਓ, ਮੌਤ ਦੀ ਪ੍ਰਵਾਹ ਨਹੀਂ ਹੁੰਦੀ ਉਹ ਬੰਦੇ ਨੂੰ। ਹਾਰਟ ਸੈਂਟਰ ਵਾਲਾ ਚੌਥੇ ਚੱਕਰ ਵਾਲਾ ਨਾ ਮਾਰ ਸਕਦਾ, ਮਰ ਸਕਦਾ। ਉਹ ਆਪਣਾ ਗੱਲ ਤਾਂ ਅੱਗੇ ਕਰ ਦੂ, ਮੂਹਰੋਂ ਮਾਰ ਨਹੀਂ ਸਕਦਾ। ਇਹ ਅਵਸਥਾ ਵਾ। 7 ਸਾਡੇ ਚੱਕਰ ਆ, ਜਿਹੜੇ ਜਿਹੜੇ ਚੱਕਰਾਂ ਤੇ ਊਰਜਾ ਖੇਡਦੀ ਉਵੇਂ ਸਾਡਾ ਸੁਭਾਅ ਬਣ ਜਾਂਦਾ। ਮੂਲਾਧਾਰ ਚੱਕਰ ਤੇ ਸਾਡੀ ਸਭ ਦੀ ਊਰਜਾ ਖੇਡਦੀ ਹੈ। ਇਹ ਸੈਕਸ ਸੈਂਟਰ ਹੈ, ਇਹਨੂੰ ਕਮਲੇ ਲੂਲੇ ਬੋਲੇ ਸਾਰੇ ਜਾਣਦੇ ਆ, ਤੇ ਇਹਦੇ 'ਚ ਹੀ ਖਚਤ ਜਿਉਂਦੇ ਜਿਉਂਦੇ ਹੀ ਮਰ ਜਾਂਦੇ ਆ ਜ਼ਿੰਦਗੀ 'ਚ। ਦੂਜੇ ਤੇ ਤੀਜੇ ਤੇ ਚੌਥੇ ਤੇ ਐਂ ਕਰਦੇ ਕਰਦੇ ਇਹ ਅਲੱਗ ਇੱਕ ਮੈਟਰ ਹੈ। ਆਪਾਂ ਮਹਾਰਾਜ ਕਿਰਪਾ ਕਰੇ ਉਵੇਂ ਉਵੇਂ ਸਾਂਝ ਪਾਵਾਂਗੇ ਜਿੱਦੇ ਜ਼ਿਕਰ ਆਊਗਾ। ਇਕੱਠ ਕਥਾ ਗੁਰਬਚਨੀ ਆਦਰ, ਜਿਹੜੀ ਇਕੱਠ ਕਥਾ ਨਾ, ਉਹ ਗੁਰੂ ਦੇ ਬਚਨਾਂ ਨੂੰ ਆਦਰ ਦਿੱਤਿਆਂ, ਗੁਰੂ ਨੂੰ ਸਮਰਪਿਤ ਹੋਇਆਂ ਹੀ ਪਤਾ ਲੱਗਦਾ ਕਿ ਅਗਲੀ ਗੱਲ ਹੈ ਕੀ। ਅਗਲਾ ਬਾਰ ਖੁੱਲ੍ਹਦੇ ਹੀ ਸਰੈਂਡਰ ਤੋਂ ਬਾਅਦ ਆ, ਬਸ ਉਹ ਪਾਣੀ ਵਾਲੀ ਖੇਡ ਹੀ ਆ, ਉਤਰਨਾ ਪੈਂਦਾ ਬਿਨ ਜਾਣੇ ਗੁਰੂ ਦੇ ਭਰੋਸੇ। ਤੇ ਗੁਰੂ ਬਿਨਾਂ ਗਤ ਨਹੀਂ। ਬਿਨਾਂ ਗੁਰੂ ਤੋਂ ਕੱਲੀਆਂ ਪੜ੍ਹੀਆਂ ਗੱਲਾਂ, ਲਿਖੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਪੜ੍ਹੀ ਚੱਲੋ ਭਾਵੇਂ ਤੁਸੀਂ ਸਾਰੀ ਉਮਰ ਪੜ੍ਹੀ ਚੱਲੋ। ਅੱਗੇ ਸਤਿਗੁਰੂ ਕੀ ਕਹਿੰਦੇ ਆ, ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕੂ ਕੈਸੇ। ਸਤਿਗੁਰੂ ਕਹਿੰਦੇ ਜਦੋਂ ਗੁਰੂ ਤੇ ਸਰੈਂਡਰ ਕਰਕੇ ਤੁਰਦੇ ਆ ਨਾ ਭਗਤੀ ਮਾਰਗ ਤੇ, ਸੁਨ ਮੰਡਲ ਆਉਂਦਾ ਇੱਕ। ਪਹਿਲਾਂ ਤਾਂ ਅਸੀਂ ਤਰਸਦੇ ਹੁੰਦੇ ਹਾਂ ਵੀ ਕਿਤੇ ਇੱਕ ਮਨ ਇੱਕ ਚਿੱਤ ਹੋ ਜਾਈਏ, ਇਹ ਹੋਣਾ ਸ਼ੁਰੂ ਹੋ ਜਾਂਦਾ। ਬਹੁਤਾ ਟਾਈਮ ਨਹੀਂ ਲੱਗਦਾ। ਜਿਹੜੀ ਚੀਜ਼ ਨੂੰ ਦਿਲੋਂ ਚਾਹ ਗਏ ਨਾ, ਜਲਦੀ ਮਿਲ ਜਾਂਦੀ ਹੁੰਦੀ, ਐਡੀ ਗੱਲ ਨਹੀਂ ਹੁੰਦੀ। ਫਿਰ ਇੱਕ ਮੰਡਲ ਸ਼ੁਰੂ ਹੁੰਦਾ ਜਦੋਂ ਕੋਈ ਫੁਰਨਾ ਨਹੀਂ, ਕੋਈ ਸਿਸਟਮ ਨਹੀਂ, ਤੁਸੀਂ ਬੈਠੇ ਹੋ ਆਪਦੇ ਆਸਣ 'ਚ ਜਾਂ ਕਿਤੇ ਵੀ ਹੋ, ਉਹ ਸ਼ੁਰੂਆਤ ਹੋ ਜਾਂਦੀ ਹੈ। ਪਤਾ ਲੱਗਦਾ ਆਪਣੇ ਆਪ ਨੂੰ ਕਿ ਗੱਲ ਸ਼ੁਰੂ ਹੋ ਗਈ, ਕਿਉਂਕਿ ਉਹ ਸੁਣਨ ਮੰਡਲ ਵੀ ਗੁਰ ਪ੍ਰਸ਼ਾਦ ਹੀ ਹੈ। ਆਪਾਂ ਸ਼ੁਰੂ ਨਹੀਂ ਕਰ ਸਕਦੇ, ਉੱਧਰੋਂ ਹੁੰਦਾ। ਉੱਧਰੋਂ ਜਦੋਂ ਜਿਵੇਂ ਵਾਰਸ ਆਉਂਦੀ ਹੁੰਦੀ ਹੈ, ਸਾਨੂੰ ਪਹਿਲਾਂ ਘਬਰਾਹਟ ਤੋਂ ਹੀ ਪਤਾ ਲੱਗ ਜਾਂਦਾ ਵੀ ਅੱਜ ਬੱਦਲਵਾਈ ਆ, ਘਬਰਾਹਟ ਵੀ ਹੋ ਰਹੀ ਆ, ਮੀਂਹ ਆਊਗਾ। ਜੇ ਅਸੀਂ ਉਹ ਮੀਂਹ ਤੋਂ ਕੋਈ ਲਾਹਾ ਲੈਣਾ, ਤਿਆਰੀ ਕਰ ਸਕਦੇ ਹਾਂ ਉਦੋਂ ਨੂੰ। ਅਤੇ ਜਾਂ ਜੇ ਅਸੀਂ ਉਹ ਤੋਂ ਬਚਣਾ, ਕਿਸੇ ਐਸੀ ਜਗ੍ਹਾ ਪਹੁੰਚ ਸਕਦੇ ਹਾਂ ਕਿ ਜਿੱਥੇ ਅਸੀਂ ਭਿੱਜ ਗਏ ਨਾ। ਇਸੇ ਤਰ੍ਹਾਂ ਇਹ ਸੁਣਨ ਮੰਡਲ ਦਾ ਜਦੋਂ ਸਿਸਟਮ ਸ਼ੁਰੂ ਹੁੰਦਾ, ਸਾਨੂੰ ਪਹਿਲਾਂ ਹੀ ਉਹਦੀਆਂ ਸੈਟਿੰਗਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਦੂਰੀਆਂ ਵੱਧਦੀਆਂ ਬਾਹਰੀ ਲੋਕਾਂ ਨਾਲ, ਜਿਹੜੇ ਕਦੇ ਬੜੇ ਨੇੜੇ ਹੁੰਦੇ ਸੀ, ਜਿਨ੍ਹਾਂ ਨਾਲ ਘੰਟਿਆਂ ਬੱਧੀ ਤੁਸੀਂ ਗੱਲਾਂ ਕਰਦੇ ਸੀ, ਜਿੱਦੇ ਇੱਧਰਲੇ ਰਸਤੇ 'ਤੇ ਤੁਰੋਗੇ ਉਹ ਗੱਲਾਂ ਚੰਗੀਆਂ ਨਹੀਂ ਲੱਗਣੀਆਂ। ਉਹਨਾਂ ਲੋਕਾਂ ਤੋਂ ਹੀ ਪਾਸਾ ਕਰਨਾ ਪੈਣਾ। ਅਤੇ ਉਹੀ ਲੋਕ ਫਿਰ ਕਈ ਵਾਰ ਨਿੰਦਿਆ ਵੀ ਕਰਨ ਲੱਗ ਜਾਂਦੇ ਆ। ਸੁਣਨ ਮੰਡਲ ਕੰਨੀ ਤੁਰਨ ਤੋਂ ਪਹਿਲਾਂ ਤੁਹਾਨੂੰ ਕੁਦਰਤ ਨੇ, ਤੁਹਾਡੇ ਗੁਰੂ ਨੇ ਇਕੱਲੇ ਕਰ ਲੈਣਾ, ਅਤੇ ਉਹ ਇਕੱਲੇ ਹੋਣ ਦੀ ਪੀੜ ਝੱਲਣੀ ਪੈਣੀ ਆ। ਜਿਵੇਂ ਪ੍ਰਸੂਤਾ ਦੀਆਂ ਪੀੜਾਂ ਝੱਲਣੀਆਂ ਪੈਂਦੀਆਂ ਨਾ ਮਾਂ ਕਹਾਉਣ ਵਾਸਤੇ, ਉਵੇਂ ਜਿਵੇਂ ਸੁਣਨ ਮੰਡਲ 'ਚ ਜਾਣ ਤੋਂ ਪਹਿਲਾਂ ਸੁਣ ਕੰਨੀ ਜਾਣ ਵੇਲੇ ਪੀੜਾਂ ਬਹੁਤ ਝੱਲਣੀਆਂ ਪੈਂਦੀਆਂ। ਬੜੇ ਰਿਸ਼ਤੇ ਦੂਰ ਹੋ ਜਾਂਦੇ ਆ, ਬੜੇ ਨਾਤੇ ਦੂਰ ਹੋ ਜਾਂਦੇ ਆ। ਉਹ ਸਾਰੇ ਤੁਹਾਨੂੰ ਉਸੇ ਰੂਪ 'ਚ ਦੇਖਣਾ ਚਾਹੁੰਦੇ ਆ ਜਿਹੜੇ 'ਚ ਤੁਸੀਂ ਸੀਗੇ। ਤੁਹਾਡੀ ਮਜਬੂਰੀ ਇਹ ਆ, ਤੁਹਾਨੂੰ ਕੁਛ ਹੋਰ ਦਿਸ ਰਿਹਾ ਅੱਗੇ। ਤੁਸੀਂ ਜੇ ਉੱਧਰ ਨੂੰ ਤੁਰਦੇ ਹੋ ਤਾਂ ਜਿੱਥੋਂ ਤੁਸੀਂ ਤੁਰਦੇ ਹੋ ਉਹਨਾਂ ਨੂੰ ਪਿੱਛੇ ਛੱਡਣਾ ਹੀ ਪੈਣਾ। ਰਸਤਾ ਇਸ ਤਰ੍ਹਾਂ ਤੁਸੀਂ ਨਾਲ ਲਿਜਾ ਨਹੀਂ ਸਕਦੇ। ਫਿਰ ਰਹਿਮਤ ਹੁੰਦੀ ਹੈ। ਚਲੋ ਇਹ ਤਾਂ ਸਾਧਨਾ ਦੀ ਗੱਲ ਆ, ਉਹ ਤਾਂ ਸਭ ਨੇ ਲੰਘਣਾ ਹੀ ਪੈਣਾ ਮਿੱਤਰੋ। ਜਿੱਥੇ ਵੀ ਕੋਈ ਗੱਲ ਹੈਗੀ ਆ ਉਹਨੂੰ ਤੁਸੀਂ ਕੱਟ ਆਫ ਨਹੀਂ ਕਰ ਸਕਦੇ। ਹੁਣ ਬਾਹਰੀ ਸੰਸਾਰ 'ਚ ਤਾਂ ਜਾਪੇ ਵੇਲੇ ਉਸ ਤਰ੍ਹਾਂ ਦੀਆਂ ਨਸ਼ੇ ਵਾਲੀਆਂ ਚੀਜ਼ਾਂ ਆ ਗਈਆਂ, ਵੱਡੇ ਆਪਰੇਸ਼ਨ ਆ ਗਏ, ਉਹ ਬਚਾ ਲੈਂਦੇ ਆ ਪ੍ਰਸੂਤ ਪੀੜਾ ਤੋਂ। ਪਰ ਇੱਧਰਲੇ ਪਾਸੇ ਨਹੀਂ ਕੋਈ ਬਚਾਉਣ ਵਾਲਾ। ਇੱਧਰ ਤਾਂ ਉੱਥੋਂ ਦੀ ਲੰਘਣਾ ਹੀ ਪੈਣਾ। ਰਿਸ਼ਤਿਆਂ ਦੀਆਂ, ਨਾਤਿਆਂ ਦੀਆਂ ਦੂਰੀਆਂ, ਮਜਬੂਰੀਆਂ, ਬੜਾ ਦਿਲ ਦੁਖਦਾ ਕਈ ਵਾਰੀ, ਪਰ ਉਹ ਦੁੱਖ ਵੀ ਦਾਰੂ ਬਣ ਜਾਂਦਾ। ਇਸੇ ਦੁੱਖ ਨੂੰ ਦਾਰੂ ਕਿਹਾ ਜਦੋਂ ਸੁਣਨ ਮੰਡਲ 'ਚ ਜਾਣ ਤੋਂ ਪਹਿਲਾਂ ਤਿਆਰੀ ਹੁੰਦੀ ਆ। ਜਿਵੇਂ ਅਸੀਂ ਆਮ ਭੋਗਦੇ ਹਾਂ ਅੱਜ ਦੀ ਘੜੀ ਦਾ, ਤਕਰੀਬਨ ਦੁਨਿਆਵੀ ਤੌਰ 'ਤੇ ਜਦੋਂ ਸਾਡਾ ਬੱਚਾ, ਸਾਡੀ ਬੱਚੀ ਸਾਨੂੰ ਛੱਡ ਕੇ ਇੱਕ ਦੂਸਰੇ ਦੇਸ਼ ਜਾਂਦੇ ਆ, ਹਜ਼ਾਰਾਂ ਕਿਲੋਮੀਟਰ ਦੂਰ। ਠੀਕ ਆ, ਮੀਡੀਆ ਦਾ ਕਰਕੇ ਐਂ ਜੇ ਲੱਗਦਾ ਵੀ ਅੱਖਾਂ ਦੇ ਸਾਹਮਣੇ ਆ, ਕੋਲ ਹੀ ਆ, ਰੋਜ਼ਾਨਾ ਗੱਲ ਹੋ ਜਾਂਦੀ ਹੈ। ਪਰ ਇੱਕ ਜਿਹੜਾ ਦਿਲ ਹੈ
ਉਹਦੀ ਜਿਹੜੀ ਪੀੜ ਆ ਦੂਰ ਹੋਣ ਦੀ। ਇੱਕ ਵਾਰੀ ਤਾਂ ਕਹਿੰਦਾ ਜੇ ਆਪਦੇ ਘਰੇ ਹੀ ਸਾਰਾ ਕੁਝ ਹੁੰਦਾ ਕਿਉਂ ਤੋਰਦੇ। ਹਰ ਇੱਕ ਅਹਿਸਾਸ ਕਰਦਾ ਕਿ ਤੋਰਨਾ ਪੈ ਰਿਹਾ, ਫਿਰ ਆਪਾਂ ਸਿਸਟਮ ਨੂੰ ਕਹਿੰਦੇ ਹਾਂ ਸਾਰਾ ਕੁਝ। ਸਤਿਗੁਰੂ ਵੀ ਕਹਿੰਦੇ ਜਦੋਂ ਸੁਰਨ ਮੰਡਲ ਕੰਨੀ ਜਾਣਾ ਨਾ, ਜੁੜੇ ਹੋਏ ਬੰਦੇ ਨੇ, ਸੁਰਨ ਮੰਡਲ ਇੱਕ ਜੋਗੀ ਵੈਸੇ ਤਾਂ ਬੜੇ ਕੁਝ ਚੋਂ ਲੰਘਣਾ ਪੈਂਦਾ। ਇੱਥੇ ਹੀ ਤਪੱਸਿਆਵਾਂ ਕੰਮ ਆਉਂਦੀਆਂ, ਇੱਥੇ ਸਿੱਖਿਆ ਕੰਮ ਆਉਂਦੀ ਹੈ ਗੁਰੂ ਦੀ ਦਿੱਤੀ, ਇੱਥੇ ਸਾਧਨਾ ਕਰਾਈ ਕੰਮ ਆਉਂਦੀ ਹੈ, ਇੱਥੇ ਉਹ ਕਰਾਏ ਹੋਏ ਪਾਠ ਜਾਪ ਚੇਤੇ ਆਉਂਦੇ ਆ। ਜਦੋਂ ਹੀ ਲੋੜ ਪੈਂਦੀ ਆ ਪੰਗਤੀ ਅੱਗੇ ਆ ਖੜ੍ਹਦੀ ਹੈ ਕੋਈ, ਜਦੋਂ ਹੀ ਕੋਈ ਲੋੜ ਪੈਂਦੀ ਆ ਗੁਰੂ ਦਾ ਸ਼ਬਦ ਜਾ ਕੇ ਸਾਥ ਦਿੰਦਾ। ਗੁਰ ਕਾ ਸ਼ਬਦ ਮਣਿ ਸਥੰਭਣ, ਮਣ ਦਾ ਥੰਮ ਬਣ ਕੇ ਖੜ ਜਾਂਦਾ ਆ ਕੇ, ਤੇ ਉਹ ਥੰਮ ਬਣ ਕੇ ਗੁਰੂ ਦੀ ਬਾਣੀ ਨੂੰ ਹੀ ਅੱਗੇ ਲੈ ਕੇ ਜਾਂਦੀਆਂ। ਨਹੀਂ ਉਹ ਸੁਣਨ ਦੇ ਵਿੱਚ ਹੈ ਕੁਛ ਨਹੀਂ। ਜੇ ਡਰ ਦਾ ਭੌ ਦਾ ਫੁਰਨਾ ਪੈਦਾ ਹੋ ਜੇ ਤਾਂ ਉਹ ਵੀ ਹੋ ਸਕਦਾ। ਸੁਰਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕੂ ਕੈਸੇ। ਸਤਿਗੁਰੂ ਕਹਿੰਦੇ ਦੂਜੀ ਘਟਨਾ ਜਿਹੜੀ ਇੱਧਰ ਜਾਂਦਿਆਂ ਘਟਦੀ ਆ ਜਗਿਆਸੂ ਨਾਲ ਸਾਧਕ ਨਾਲ, ਕਿ ਉਹਨੂੰ ਜ਼ਿੰਦਗੀ 'ਚ ਪਹਿਲੀ ਵਾਰ ਪਤਾ ਲੱਗਦਾ ਕਿ ਮੇਰੀ ਆਇਡੈਂਟੀਟੀ ਖਤਮ ਹੋ ਰਹੀ ਆ। ਪਹਿਲਾਂ ਮੇਰੀ ਹਉਮੈ ਖਤਮ ਕਰੀ ਗੁਰੂ ਨੇ, ਉਦੋਂ ਬਾਅਦ ਇੱਕ ਆਇਡੈਂਟੀਟੀ ਜਿਹੜੀ ਦੁਨੀਆ ਦੇ ਵਿੱਚ ਰਹਿੰਦਿਆਂ ਨਹੀਂ ਭੁੱਲ ਸਕਦਾ ਬੰਦਾ, ਕਿ ਮੈਂ ਬੰਦਾ ਕਿ ਮੈਂ ਔਰਤ ਹੈ, ਇਹ ਬਣੀ ਰਹਿੰਦੀ ਹੈ ਥੱਲੇ। ਪਰ ਸਾਧਨਾ ਦੇ ਜਗਤ ਵਿੱਚ ਜਦੋਂ ਸੁਰਨ ਮੰਡਲ ਪਾਰ ਕਰੀਦਾ, ਸੁਰਨ ਸਮਾਧੀਆਂ ਲੰਘੀ ਦੀਆਂ, ਅਧਿਆਤਮ ਦੇ ਵਿੱਚ ਜਾਈਦਾ, ਦਸਮ ਦੁਆਰ ਨੂੰ ਜਾਈਦਾ, ਤਾਂ ਉੱਥੇ ਇੱਕ ਅਹਿਸਾਸ ਨਵਾਂ ਇਹ ਵੀ ਪੈਦਾ ਹੁੰਦਾ ਕਿ ਨਾਰ ਨਾ ਪੁਰਖ, ਨਾ ਬੰਦਾ ਬੰਦਾ ਰਹਿੰਦਾ, ਨਾ ਬੁੜੀ ਬੁੜੀ ਰਹਿੰਦੀ ਆ। ਕਹੋ ਕੂ ਕੈਸੇ, ਕੀ ਕਹੀਏ ਉਹਨਾਂ ਨੂੰ, ਕੀ ਨਾਂ ਦਿਓਗੇ ਆਪਣੇ ਆਪ ਨੂੰ ਵੀ, ਕੀ ਨਾਮ ਦਿਓ। ਸਭ ਨਾਮ ਨੂੰ ਥੱਲੇ ਰਹਿ ਜਾਂਦੇ ਆ। ਇੱਥੋਂ ਦੀਆਂ ਕੌਮਾਂ, ਇੱਥੋਂ ਦੇ ਨਾਮ ਦਿੱਤੇ, ਇੱਥੋਂ ਦੀਆਂ ਸਰਦਾਰੀਆਂ, ਇੱਥੋਂ ਦੇ ਸਾਰੇ ਸਿਸਟਮ ਥੱਲੇ ਰਹਿ ਜਾਂਦੇ ਆ। ਆਹ ਆਇਡੈਂਟੀਟੀ ਵੀ ਥੱਲੇ ਰਹਿ ਜਾਂਦੀ ਹੈ ਕਿ ਤੂੰ ਬੰਦਾ ਸੀ ਕਿ ਔਰਤ ਸੀ। ਸਿਰਫ ਇੱਕ ਊਰਜਾ ਦਾ ਬਵੰਡਰ, ਇੱਕ ਸਾਫ ਸੁੱਧ ਊਰਜਾ, ਸੁਨਹਿਰੀ ਕਲਰ 'ਚ ਜਾਂ ਚਿੱਟੇ ਕਲਰ 'ਚ ਪਤਾ ਜ਼ਰੂਰ ਲੱਗਦਾ ਵੀ ਕੋਈ ਹੈ, ਪਰ ਹੋਰ ਕੁਛ ਨਹੀਂ। ਨਾਰ ਨਾ ਪੁਰਖ ਕਹੋ ਕੂ ਕੈਸੇ, ਕੀ ਕਹੇ ਉਹਨੂੰ ਕੋਈ। ਉਹ ਇੱਕ ਅਵਸਥਾ, ਅਤੇ ਉਹ ਅਵਸਥਾ ਦੇ ਵਿੱਚ ਜਿਹੜਾ ਆਨੰਦ ਮਿਲਦਾ, ਉਹ ਪਰੇ ਦੀਆਂ ਗੱਲਾਂ ਉਹਨੂੰ ਨਹੀਂ ਕੋਈ ਭੁੱਲ ਸਕਦਾ। ਉੱਥੇ ਜਾ ਕੇ ਇਹ ਖੇਡ ਦਾ ਵੀ ਪਤਾ ਲੱਗਦਾ। ਆਹ ਸੂਰਜ ਜਿਹੜਾ ਚੜ੍ਹਦਾ ਸਿਪਦਾ ਥੱਲੇ ਹੀ ਲੱਗਦਾ ਸਾਨੂੰ, ਇਹ ਵੀ ਨਹੀਂ ਚੜ੍ਹਦਾ ਸਿਪਦਾ ਉੱਥੇ। ਉਚਾਈ ਇੰਨੀ ਵੱਧ ਜਾਂਦੀ ਹੈ ਤੁਹਾਡੀ ਕਿ ਜਿੱਧਰੋਂ ਹਨੇਰ ਹੁੰਦਾ ਤੁਹਾਨੂੰ ਪਤਾ ਲੱਗਦਾ ਸੂਰਜ ਦੇ ਸਾਹਮਣੇ ਧਰਤੀ ਆ ਗਈ ਤਾਂ ਚਾਨਣ ਹੋ ਗਿਆ, ਉਹ ਦਿਨ ਹੋ ਗਿਆ। ਉਹਨਾਂ ਦੇਸ਼ਾਂ 'ਚ ਦੂਜਿਆਂ 'ਚ ਰਾਤ ਹੋ ਗਈ। ਤੁਹਾਡੀ ਸੁਰਤ ਦੀ ਉਚਾਈ ਉਦੋਂ ਵੀ ਹਜ਼ਾਰਾਂ ਯੋਜਨ ਅੱਗੇ ਚਲੀ ਜਾਂਦੀ ਹੈ, ਉੱਥੇ ਨਾ ਦਿਨ ਆ ਨਾ ਰਾਤ ਹੈ। ਸਮਝ ਤੋਂ ਬਾਹਰੀਆਂ ਗੱਲਾਂ ਹੁੰਦੀਆਂ। ਅਕਥ ਕਥਾ ਤਾਂ ਹੀ ਕਿਹਾ ਜਾਂਦਾ। ਨਾਰ ਨਾ ਪੁਰਖ ਕੂ ਕੈਸੇ, ਤਿਰ ਭਵਨ ਜੋਤ ਰਹੇ ਲਿਵਲਾਈ। ਫਿਰ ਤਿੰਨੇ ਭਵਨਾਂ ਦੇ ਵਿੱਚ ਇੱਕੋ ਹੀ ਜੋਤ, ਜਿਹਦੀ ਸ਼ੁਰੂਆਤ ਗੁਰੂ ਨੇ ਇਹ ਕਹਿ ਕੇ ਕਰਾਈ ਸੀ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਜੋਤ ਦਾ ਪੁੱਤਰ ਹੈ, ਤੂੰ ਆਪਦਾ ਮੂਲ ਦੇਖ, ਤੂੰ ਨਿਰੰਕਾਰ ਦੀ ਜੋਤ ਆ। ਉਹਦੇ ਹੋਰ ਨੂੰ ਤੈਨੂੰ ਲੱਗਦੀਆਂ ਹੁੰਦੀਆਂ ਗੱਲਾਂ ਵੀ ਐਂ ਕਿਵੇਂ ਜੋਤ, ਪਰ ਹੌਲੀ ਹੌਲੀ ਆਹ ਦਿਨ ਆ ਜਾਂਦੇ ਆ ਕਿ ਤਿਰ ਭਵਨ ਜੋਤ ਰਹੇ ਲਿਵਲਾਈ। ਉਹ ਤਿੰਨੇ ਭਵਨਾਂ ਦੇ ਵਿੱਚ ਜਿਹੜੀ ਇੱਕੋ ਹੀ ਜੋਤ ਆ, ਉਹਦੇ ਦਰਸ਼ਨ ਦਿਦਾਰੇ, ਉਹਦੇ ਚਮਕਾਰੇ। ਆ ਸਾਨੂੰ ਜਦੋਂ ਕੋਈ ਸਮਾਗਮ ਹੁੰਦੇ ਆ, ਅਸਤਬਾਜ਼ੀਆਂ ਚਲਾ ਕੇ, ਚਾਨਣ ਕਰਕੇ, ਵੱਖਰੀ ਵੱਖਰੀ ਲਾਈਟਿੰਗ ਦਾ ਇੰਤਜ਼ਾਮ ਕਰਕੇ, ਕਈ ਵਾਰ ਅਸੀਂ 10-10, 20-20 ਲੱਖ ਰੁਪਈਆ ਇੱਕ ਦਿਨ ਦਾ ਕਿਸੇ ਕਹਿ ਲਓ ਗੁਰਪੁਰਬ 'ਤੇ ਤਾਂ ਹੀ ਲਾਉਣੇ ਆ ਕਿ ਇਹ ਉਹਨਾਂ ਦੀਆਂ ਦੇਖੀਆਂ ਚੀਜ਼ਾਂ ਜਿਹੜੇ ਜੁੜੇ ਹੁੰਦੇ ਆ, ਜਿਹੜੇ ਉਹ ਝਲਕਾਰੇ ਦੇਖਦੇ ਆ, ਕੋਸ਼ਿਸ਼ ਕਰਦੇ ਆ ਵੀ ਬਾਹਰ ਵੀ ਯਾਰ ਕੋਈ ਪਤਾ ਲੱਗ ਜੇ, ਹੈ ਨਾ। ਜਿਹੜੀਆਂ ਸੁਗੰਧੀਆਂ ਮਾਣਦੇ ਉਹੋ ਜਿਹੀਆਂ ਸੁਗੰਧੀਆਂ ਬਾਹਰ ਪੈਦਾ ਕਰਦੇ ਆ। ਹੁਣ ਵਾਲਿਆਂ ਦੀ ਤਾਂ ਗੱਲ ਨਹੀਂ, ਇਹ ਪਹਿਲਾਂ ਤੋਂ ਰਿਸ਼ੀਆਂ ਮੁਨੀਆਂ ਨੇ ਕਰ ਕਰਕੇ ਦਿੱਤੇ ਵੇ ਕੰਮ ਹੀ ਆ ਜਿਹੜੇ ਆਪਾਂ ਵਰਤੀ ਜਾਂਦੇ ਹਾਂ। ਤਿਰ ਭਵਨ ਜੋਤ ਰਹੇ ਲਿਵਲਾਈ। ਮਹਾਰਾਜ ਕਹਿੰਦੇ ਤੁਹਾਡੀ ਲਿਵ ਉਹ ਤਿੰਨੇ ਭਵਨਾਂ ਦੀ ਜਿਹੜੀ ਜੋਤ ਆ ਉਹਦੇ ਨਾਲ ਲੱਗ ਜਾਂਦੀ ਆ। ਤੁਸੀਂ ਵੀ ਨਹੀਂ ਰਹਿੰਦੇ ਉੱਥੇ, ਉਹ ਮਾਲਕ ਹੀ ਰਹਿ ਜਾਂਦਾ। ਬੜੀ ਉੱਚੀ ਅਵਸਥਾ, ਬੜੀ ਚੜ੍ਹਦੀ ਕਲਾ। ਇਹ ਸਾਰਾ ਕੁਛ ਪ੍ਰੈਕਟੀਕਲ ਆ।
ਜਿੱਥੋਂ ਮਰਜ਼ੀ ਸ਼ੁਰੂ ਕਰ ਲਓ, ਤੁਸੀਂ ਕਿਤੇ ਜਾਣ ਦੀ ਲੋੜ ਨਹੀਂ, ਜਿੱਥੇ ਬੈਠੇ ਹੋ ਉੱਥੇ ਸ਼ੁਰੂ ਹੋ ਜੂ ਅੱਜ ਹੀ। ਤੁਹਾਡੀ ਮਰਜ਼ੀ ਆ, ਸਰੀਰ ਨੂੰ ਨਵਾ ਲਓ ਤੁਹਾਡੀ ਮਰਜ਼ੀ, ਜਿਵੇਂ ਬੈਠੇ ਹੋ ਅੱਖਾਂ ਕਰੋ ਬੰਦ, ਆਉਂਦੇ ਜਾਂਦੇ ਸਵਾਸਾਂ ਨੂੰ ਸਲਾਮੀ ਦਿਓ, ਮਹਿਸੂਸ ਕਰੋ ਪਵਨ ਗੁਰੂ ਨੂੰ। ਅੱਜ ਤੋਂ ਹੀ ਹਾਜ਼ਰੀ ਸ਼ੁਰੂ ਕਰ ਦਿਓ, ਇੱਥੇ ਆ ਜਾਓਗੇ ਕਿਸੇ ਦਿਨ। ਇਹ ਤੁਹਾਡੀ ਮਿਹਨਤ 'ਤੇ ਹੈ, ਮਸ਼ੱਕਤ 'ਤੇ ਹੈ, ਸੇਵਾ 'ਤੇ ਹੈ। ਤੁਸੀਂ ਸਾਲ 'ਚ ਆਉਣੇ ਹੋ, 2 'ਚ ਆਉਣੇ ਹੋ, 4 'ਚ ਆਉਣੇ ਹੋ, ਜਾਂ 4 ਜਨਮਾਂ ਬਾਅਦ ਆਉਣੇ ਹੋ, ਪਰ ਅੱਜ ਦਾ ਪਿਆ ਵਾ ਵੀ ਨਰਕਾਂ 'ਚ ਨਹੀਂ ਜਾਣ ਦਿੰਦਾ। ਪਵਨ ਗੁਰੂ ਦੇ ਲੜ ਲੱਗਿਆ ਨਰਕ ਨਹੀਂ ਜਾਓਗੇ, ਕਿਉਂਕਿ ਨੈਗੇਟਿਵ ਊਰਜਾਵਾਂ ਨੂੰ ਖੜਾ ਛੱਡਣਾ ਪੈਂਦਾ, ਪੋਜ਼ਿਟਿਵ ਦਾ ਹੱਥ ਫੜਨ ਵਾਲਿਆਂ ਦਾ। ਤਿਰ ਭਵਨ ਜੋਤ ਰਹੇ ਲਿਵ ਲਾਈ, ਅਤੇ ਲਿਵ ਲੱਗੀ ਰਹਿੰਦੀ ਹੈ ਗੁਰਮੁਖਾਂ ਦੀ। ਉਹ ਚੀਜ਼ਾਂ ਦੇ ਦਰਸ਼ਨ ਦਿਦਾਰੇ ਹੁੰਦੇ ਆ, ਚੜ੍ਹਦੀ ਕਲਾ ਹੁੰਦੀ ਆ। ਅੱਗੇ ਸਤਿਗੁਰੂ ਆਪਣੀ ਝੋਲੀ ਕੀ ਪਾਉਂਦੇ ਆ, ਸੁਰ ਨਰ ਨਾਥ ਸੱਚੇ ਸਰਨਾਈ। ਉਹ ਸੁਰਾਂ ਦਾ, ਦੇਵਤਿਆਂ ਦਾ, ਨਾਥਾਂ ਦਾ ਨਾਥ ਆ ਜਿਹੜਾ ਸੱਚਾ, ਜਿਹਨੂੰ ਇੱਕ ਓਂਕਾਰ ਸਤਿਨਾਮ ਕਿਹਾ ਗੁਰੂ ਨਾਨਕ ਸਾਹਿਬ ਨੇ, ਉਹਦੀ ਸ਼ਰਨ ਚਲੇ ਜਾਈਦਾ। ਜਿਹੜਾ ਪੂਰੇ ਵਰਲਡ ਨੂੰ ਸਰਨਾਗਤ ਕਰਦਾ, ਉਹਦੀ ਸ਼ਰਨ। ਸ਼ੁਰੂਆਤ ਹੁੰਦੀ ਹੈ ਗੁਰੂ ਦੀ ਸ਼ਰਨ ਗਿਆ ਤੋਂ। ਗੁਰ ਪਰਮੇਸ਼ਰ ਇੱਕੋ ਜਾਣ, ਤਾਂ ਹੀ ਕਿਹਾ ਜਾਣਨ ਵਾਲਿਆਂ ਨੇ ਕਿ ਗੁਰੂ ਤੈਨੂੰ ਦੇਖਣ ਨੂੰ ਬੰਦਾ ਲੱਗਦਾ, ਪਰ ਉੱਧਰਲੇ ਪਾਸੇ ਉਹ ਨਿਰੰਕਾਰ ਦਾ ਰੂਪ ਆ, ਕਿਉਂਕਿ ਉਹਦੀ ਇੱਕ ਮਿੱਕਤਾ ਹੋ ਚੁੱਕੀ, ਉਹਦਾ ਇੱਕ ਹੱਥ ਨਿਰੰਕਾਰ ਦੇ ਹੱਥ 'ਚ ਆ। ਤੇਰੇ ਕੋਲੇ ਇਹੀ ਵੱਡੀ ਗੱਲ ਹੈ ਕਿ ਜੇ ਤੂੰ ਗੁਰੂ ਨੂੰ ਪਰਮੇਸ਼ਰ ਜਾਣ ਲੇਗਾ, ਓਡੀ ਸਰਦਾ ਬਣਾ ਲੇਗਾ, ਤਾਂ ਜਲਦੀ ਪਹੁੰਚ ਜਾਏਗਾ, ਨਹੀਂ ਭਟਕੇਗਾ। ਸੁਰ ਨਰ ਨਾਥ ਸੱਚੇ ਸਰਨਾਈ, ਉਹ ਸੱਚੇ ਦੀ ਸ਼ਰਨ ਚਲੇ ਜਾਈਦਾ। ਆਨੰਦ ਮੂਲ ਅਨਾਥ ਆਧਾਰੀ, ਉਹ ਸੱਚੇ ਦੇ ਗਿਆਨ ਦੀ ਪਹਿਚਾਣ ਕੀ ਆ? ਗੱਲਾਂ ਤਾਂ ਆਪਾਂ ਸਾਰੀ ਕਰ ਸਕਦੇ ਹਾਂ ਬਈ, ਗੱਲਾਂ ਕਰਨ 'ਚ ਕੀ ਹਰਜ ਹੈ। ਮਹਾਰਾਜ ਕਹਿੰਦੇ ਉਹਦਾ ਮੂਲ ਆ ਆਨੰਦ। ਬਿਨਾਂ ਕਿਸੇ ਕਾਰਨ ਤੋਂ ਆਨੰਦ ਵਰਦਾ। ਜਿਹੜਾ ਕਾਰਨ ਨਾਲ ਪੈਦਾ ਹੁੰਦਾ ਉਹ ਸੁੱਖ ਹੁੰਦਾ, ਜਿਹੜਾ ਕਾਰਨ ਨਾਲ ਪੈਦਾ ਹੁੰਦਾ ਉਹ ਦੁੱਖ ਵੀ ਹੁੰਦਾ। ਸਾਡੇ ਮਨ ਦੇ ਅਨੁਸਾਰ ਘਟਨਾ ਸਹੀ ਵਾਪਰ ਜੇ ਸਾਨੂੰ ਸੁੱਖ ਦੇ ਜਾਂਦੀ ਹੈ, ਉਲਟ ਵਾਪਰ ਜੇ ਦੁੱਖ ਦੇ ਜਾਂਦੀ ਹੈ, ਪਰ ਘਟਨਾ ਤਾਂ ਘਟਨਾ ਹੀ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਜਦੋਂ ਕੋਈ ਘਟਨਾ ਅਸਰ ਨਹੀਂ ਕਰਦੀ, ਜਿਹਦਾ ਮੂਲ ਹੀ ਆਨੰਦ ਆ, ਉੱਥੋਂ ਜੋ ਵੀ ਆਊਗਾ ਆਨੰਦ ਹੀ ਆਨੰਦ। ਥਾਟ ਖਤਮ ਸਾਰੇ, ਸਿਰਫ ਅਹਿਸਾਸ ਉਹਦਾ ਉਹੀ ਰਹਿ ਜਾਂਦਾ। ਸਾਡੇ ਕੋਲ ਤਾਂ ਫੋਮ ਵੀ ਨਹੀਂ ਰਹਿੰਦੀ ਬੰਦੇ ਬੁੜੀ ਵਾਲੀ, ਖਤਮ। ਆਨੰਦ ਮੂਲ ਅਨਾਥ ਆਧਾਰੀ, ਉਹ ਜਿਹਦਾ ਕੋਈ ਨਹੀਂ ਦੁਨੀਆ ਤੇ। ਅਨਾਥ ਕਿਹਨੂੰ ਕਹਿੰਦੇ ਆ? ਜਿਹਦਾ ਕੋਈ ਵੀ ਨਹੀਂ, ਉਹ ਉਹਨਾਂ ਦਾ ਵੀ ਆਧਾਰ ਆ। ਪਰਮ ਸੱਤਾ ਜਿਹਦੀ ਆਪਣੀ ਆ। ਗੁਰਮੁਖ ਭਗਤ ਸਹਿਜ ਵਿਚਾਰੀ, ਪਹਿਲਾ ਬੰਦਾ ਜ਼ਿੰਦਗੀ 'ਚ ਗੁਰਸਿੱਖ ਬਣਦਾ, ਗੁਰੂ ਧਾਰਨ ਕਰਦਾ, ਗੁਰੂ ਦੀ ਸਿੱਖਿਆ ਨੂੰ ਸੁਣਦਾ, ਪੜ੍ਹਦਾ, ਮੰਨਣ ਕਰਦਾ, ਫਿਰ ਉਹ ਗੁਰਮੁਖ ਬਣ ਜਾਂਦਾ। ਇਹ 3 ਸਟੇਜਾਂ ਲੰਘ ਕੇ, ਅਤੇ ਗੁਰਮੁਖ ਜਦੋਂ ਭਗਤ ਬਣਦਾ, ਜੁੜੇ ਹੀ ਰਹਿੰਦਾ ਉਹਦੇ ਬੰਦੀ ਉੱਧਰ ਹੀ, ਅਤੇ ਉਹਦੇ 'ਚ ਸਹਿਜ ਆ ਜਾਂਦਾ। ਸਹਿਜ ਵਾਲ ਕੋਈ ਵਿਚਾਰ ਪੈਦਾ ਹੁੰਦੀ ਹੈ। ਗੁਰਮੁਖ ਮੁਖ ਜਿਹਦਾ ਗੁਰੂ ਵਾਲਾ, ਜਿਹਨੇ ਮੁੱਖ ਬਾਹਰਲੇ ਪਾਸੇ ਮੋੜ ਕੇ ਅੰਤਰਮੁਖੀ ਪਵਨ ਗੁਰੂ ਦੇ ਚਰਨਾਂ ਚਲਾ ਲਿਆ, ਉਹਨੇ ਬਾਣੀ ਨੂੰ ਸਮਝਣਾ ਸ਼ੁਰੂ ਕਰਤਾ, ਜਾਣਨਾ ਸ਼ੁਰੂ ਕਰਤਾ। ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਬਛਲ ਪੈ ਕਾਟਣ ਹਾਰੇ। ਅੱਗੇ ਫਿਰ ਉਹ ਮਾਲਕ ਜਿਹੜਾ ਬੈਠਾ ਹੈ, ਉਹਦੇ ਅਨੇਕਾਂ ਹੀ ਰੂਪ ਆ। ਉਹ ਤੁਸੀਂ ਦੇਖਣਾ ਕਿਹੜੇ ਰੂਪ 'ਚ ਉਹਨੂੰ ਆਵਾਜ਼ ਮਾਰ ਦਿਓ, ਸਾਰੇ ਰੂਪ ਹੀ ਉਹਦੇ ਆ। ਉਹ ਰਮਿਆ ਹੋਇਆ ਤੁਹਾਡੇ ਕਣ ਕਣ ਦੇ ਵਿੱਚ। ਤੁਸੀਂ ਆਹ ਸੰਸਾਰ 'ਚ ਰਹਿੰਦਿਆਂ ਉਹਨੂੰ ਗੁਰੂ ਨਾਨਕ ਦੇ ਰੂਪ 'ਚ ਚਿੱਤ ਪਿਆ, ਉਹਨੇ ਗੁਰੂ ਨਾਨਕ ਦੇ ਰੂਪ 'ਚ ਹੀ ਤੁਹਾਡੇ ਕੋਲ ਆਉਣਾ। ਤੁਸੀਂ ਉਹਨੂੰ ਗੁਰੂ ਰਾਮਦਾਸ ਦੇ ਰੂਪ 'ਚ ਚਿੱਤ ਲਿਆ, ਉਹਨੇ ਗੁਰੂ ਰਾਮਦਾਸ ਦੇ ਰੂਪ 'ਚ ਆ ਜਾਣਾ। ਜੋਤ ਇੱਕੋ ਹੀ ਆ। ਉਹਨੂੰ ਗੁਰੂ ਗੋਬਿੰਦ ਦੇ ਰੂਪ 'ਚ ਚਿੱਤ ਲਿਆ, ਗੁਰੂ ਗੋਬਿੰਦ ਦੇ ਰੂਪ 'ਚ ਆ ਜਾਣਾ। ਉਹਨੂੰ ਤੁਸੀਂ ਜ਼ਿੰਦਗੀ ਭਰ ਕ੍ਰਿਸ਼ਨ ਜੀ ਦੇ ਰੂਪ 'ਚ ਚਿੱਤ ਪਿਆ ਦੇਖਣ ਦੀ ਕੋਸ਼ਿਸ਼ ਕੀਤੀ ਆ, ਉਹਨੇ ਕ੍ਰਿਸ਼ਨ ਬਣ ਕੇ ਆ ਜਾਣਾ। ਉਹਨੂੰ ਤੁਸੀਂ ਬਾਲਾ ਜੀ ਦੇ ਰੂਪ 'ਚ ਧਿਆਉਂਦੇ ਹੋ ਸਾਰਾ ਦਿਨ, ਉਹਨੇ ਬਾਲਾ ਜੀ ਬਣ ਕੇ ਆ ਜਾਣਾ। ਉਹਨੂੰ ਮੁਹੰਮਦ ਸਾਹਿਬ ਦੇ ਰੂਪ 'ਚ ਤੁਸੀਂ ਚਿਤਵਦੇ ਹੋ, ਉਹਨੇ ਉਹ ਹੋ ਜਾਣਾ। ਉਹਨੂੰ ਤੁਸੀਂ ਚਿਤਵਦੇ ਹੀ ਨਹੀਂ ਕਿਸੇ ਰੂਪ 'ਚ, ਅਰੂਪ ਮੰਨਦੇ ਹੋ ਕਿ ਰੂਪ ਨਾ ਰੇਖ ਨਾ ਰੰਗ ਤੇ। ਉਹ ਇੱਕ ਊਰਜਾ ਦੇ ਰੂਪ 'ਚ ਸਾਹਮਣੇ ਖਿਲਾ ਦਿਸੂਗਾ ਆਨੰਦ ਦਾ।
ਇੰਨਾ ਕੁ ਮਾਣ ਦਿੱਤਾ ਮਨੁੱਖ ਨੂੰ ਕਿ ਤੂੰ ਦੱਸ ਕਿਵੇਂ ਸੈਟਿੰਗ ਚਾਹੁੰਦਾ, ਉਵੇਂ ਹੋ ਜੂ। ਤੂੰ ਜੱਸੂ ਦੇ ਰੂਪ 'ਚ ਮੰਨ ਲਾ, ਉਹਦੇ ਰੂਪ 'ਚ ਆ ਜੂ, ਕਿਉਂਕਿ ਉਹ ਤੋਂ ਬਿਨਾਂ ਹੈ ਕੋਈ ਨਹੀਂ ਹੈ ਸੰਸਾਰ 'ਚ। ਜਿੰਨੇ ਪੀਰ ਪੈਗੰਬਰ ਗੁਰੂ ਔਲੀਏ ਸਾਰੇ ਉਸੇ ਦਾ ਹੀ ਰੂਪ ਨੇ। ਗੁਰੂ ਪੀਰ ਪੈਗੰਬਰ ਔਲੀਏ ਵੀ ਕਹਿਣਾ ਅਲੱਗ ਜਿਹੀ ਗੱਲ ਲੱਗਦੀ, ਆਪਾਂ ਵੀ ਉਹੀ ਆ ਸਾਰੇ। ਬਸ ਉਹ ਜਾਗ ਗਏ, ਉਹਨਾਂ ਨੇ ਨਾਅਰਾ ਲਾਤਾ ਵੀ ਹਾਂ ਅਸੀਂ ਜਾਗ ਗਏ ਬਈ ਓਏ। ਆਪਾਂ ਕਹਿੰਦੇ ਅਜਰ ਵਾਲੀ ਗੱਲ ਨਹੀਂ ਬਣੀ, ਬਸ ਇੰਨਾ ਕੀ ਫਰਕ ਆ, ਹੈ ਉਹਦਾ ਹੀ, ਸਾਰੀ ਖੇਡ ਉਹਦੀ ਆ। ਮਹਾਰਾਜ ਕਹਿੰਦੇ ਭਗਤ ਵਛਲ ਭੈ ਕਾਟਣ ਹਾਰੇ, ਅਤੇ ਉਹਦਾ ਇੱਕ ਸੁਭਾਅ ਆ ਜਿਵੇਂ ਬਿਜਲੀ ਦੀ ਨੰਗੀ ਤਾਰ ਕਰੰਟ ਮਾਰਦੀ, ਉਹ ਭੈਣ ਭਰਾ ਮਾਂ ਪਿਓ ਨਹੀਂ ਵੇਂਹਦੀ। ਇਵੇਂ ਜਿਵੇਂ ਕਰਤੇ ਦਾ ਇੱਕ ਨਿਯਮ ਹੈ ਕਿ ਜਿਹੜਾ ਭਗਤੀ ਭਾਵ 'ਚ ਆ ਜਾਂਦਾ, ਜਿਹੜਾ ਭਾਵਨਾ ਨਾਲ ਸੋਚਣਾ ਸ਼ੁਰੂ ਕਰ ਦਿੰਦਾ, ਭਗਤ ਹੋ ਜਾਂਦਾ, ਉਹਦੇ ਕਿਸੇ ਵੀ ਰੂਪ ਦਾ ਹੋ ਜੇ, ਉਹਦੀ ਉਹ ਰੱਖਿਆ ਕਰਨੀ ਸ਼ੁਰੂ ਕਰ ਦਿੰਦਾ। ਉਹ ਸਤਰ ਸਾਇਆ ਸਿਕਿਉਰਿਟੀ ਵਧਾ ਦਿੰਦਾ ਉਹਦੀ। ਭਗਤ ਵਛਲ ਭੈ ਕੱਟਣ ਹਾਰੇ, ਕਿਸੇ ਵੀ ਤਰ੍ਹਾਂ ਦਾ ਭੈ ਆਉਂਦਾ ਭਗਤ ਨੂੰ, ਉਹਨੂੰ ਕੱਟਣਾ ਉਹਦੀਆਂ ਸ਼ਕਤੀਆਂ ਦਾ ਕੰਮ ਹੈ। ਗੁਰੂ ਨਾਨਕ ਨੇ ਇਹੀ ਵੱਡੀ ਗੱਲ ਕੀਤੀ ਕਿ ਗੁਰੂ ਨਾਨਕ ਨੇ ਕਦੇ ਨਹੀਂ ਕਿਹਾ ਕਿ ਅੱਜ ਤੋਂ ਬਾਅਦ ਫਲਾਣੇ ਥਾਣਾ ਜਾਇਓ, ਤੁਸੀਂ ਮੇਰੇ ਕੋਲ ਆ ਜਾਓ, ਆਹ ਹੋ ਜੂ ਉਹ ਹੋ ਜੂ। ਗੁਰੂ ਨਾਨਕ ਨੇ ਤਾਂ ਗੱਲ ਹੀ ਇੱਕ ਕੀਤੀ ਆ ਕਿ ਕਿਉਂ ਲੜਦੇ ਹੋ, ਸਾਰੇ ਪਸਾਰਾ ਉਹਦਾ ਹੀ ਆ, ਇੱਕੋ ਹੀ ਆ, ਉਹ ਇੱਕ ਓਂਕਾਰ ਹੈ। ਉਹਨਾਂ ਟਾਈਮਾਂ 'ਚ ਮੁਸਲਮਾਨ ਕਹਿੰਦੇ ਸੀ ਇੱਕ ਹੈ, ਹਿੰਦੂ ਕਹਿੰਦੇ ਸੀ ਓਮ ਹੈ, ਤਿੰਨ ਸ਼ਕਤੀਆਂ ਬ੍ਰਹਮਾ ਵਿਸ਼ਨ ਮਹੇਸ਼। ਉੱਥੇ ਫਿਰ ਲੜਾਈਆਂ ਸੀ। ਬਾਬਾ ਕਹਿੰਦਾ ਇੱਕ ਵੀ ਉਹੀ, ਓਮ ਵੀ ਉਹੀ ਆ, ਸਾਰੇ ਉਹੀ ਆ। ਸਭ ਦੀ ਗੱਲ ਕੀਤੀ, ਤਾਂ ਹੀ ਬਾਬੇ ਦੇ ਜਿਹੜੇ ਮਰੀਦ ਸੀ, ਹਿੰਦੂ ਅੱਜ ਤੱਕ ਬਾਬੇ ਨੂੰ ਗੁਰੂ ਕਹਿੰਦੇ ਆ ਅਤੇ ਮੁਸਲਮਾਨ ਪੀਰ ਕਹਿੰਦੇ ਆ। ਅਤੇ ਜਿਹੜੇ ਗੱਲ ਮੰਨ ਕੇ ਚੱਲਣਾ ਸ਼ੁਰੂ ਕਰ ਦਿੰਦੇ ਉਹ ਸਿੱਖ ਕਹਿੰਦੇ ਆ, ਉਹ ਗੁਰੂ ਦੇ ਸਿੱਖ ਕਹਾਉਂਦੇ ਆ। ਉਹਨਾਂ ਦੇ ਕੋਲ ਅੱਜ ਬਾਬੇ ਦੀ ਬਾਣੀ ਪ੍ਰੋਪਰਟੀ ਰੂਪ 'ਚ, ਬਾਬੇ ਦੇ ਦਿੱਤੇ ਹੋਏ ਦਰ ਉਹਨਾਂ ਦੇ ਕੋਲ ਆ। ਉਹ ਦਾਅਵਾ ਕਰਦੇ ਵੀ ਸਾਡੇ ਆ, ਪਰ ਬਾਣੀ ਸਾਰੇ ਸੰਸਾਰ ਦੀ ਸਾਂਝੀ ਆ। ਗੁਰੂ ਨਾਨਕ ਨੂੰ ਪੜ੍ਹੋਗੇ ਸੁਣੋਗੇ, ਤੁਹਾਡੇ ਦਿਮਾਗ ਦੇ ਰਡਾਰ ਖੁੱਲ੍ਹ ਜਾਣੇ ਆ, ਕਿਤੇ ਤੁਹਾਨੂੰ ਸੰਕੀਰਣਤਾ ਨਹੀਂ ਦਿਸੂਗੀ। ਜਿੱਥੇ ਜਾ ਕੇ ਤੇਰਾ ਮਨ ਖੁਸ਼ ਹੁੰਦਾ ਜਾ, ਕੀ ਪਤਾ ਤੇਰੀ ਜਨਮਾਂ ਜਨਮਾਂ ਦੀ ਭਗਤੀ ਉਸੇ ਬੰਦੇ ਨੇ ਸੰਬੰਧਿਤ ਹੋਵੇ ਜਿਹਦੇ ਕੋਲ ਜਾ ਕੇ ਚਾਅ ਚੜ੍ਹਦਾ। ਤੇਰਾ ਦਿਨ ਸੌਖਾ ਲੰਘਣਾ ਚਾਹੀਦਾ, ਤੈਨੂੰ ਗਿਆਨ ਹੋਣਾ ਚਾਹੀਦਾ। ਜਿਹੜਾ ਆਹ ਵਰਗ ਪੈਦਾ ਹੋਇਆ ਨਾ, ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਆ, ਕੋਈ ਇੱਥੇ ਭੋਲਾ ਭਾਲਾ ਨਹੀਂ। ਉਹ ਭੋਲੇ ਵੀ ਕੰਨ ਕੁਤਰਦੇ ਆ ਬੜੇ ਬੜਿਆਂ ਦੇ। ਹਰ ਇੱਕ ਦੀ ਸੈਟਿੰਗ ਹੁੰਦੀ ਹੈ ਹਿਰਦੇ ਦੀ, ਜਿਹਨੂੰ ਜਿੱਥੇ ਜਾ ਕੇ ਸਕੂਨ ਮਿਲਦਾ ਉਹ ਜਾਂਦਾ। ਅਤੇ ਜਾਣ ਵਾਲਿਆਂ ਨੂੰ ਡਿੱਕੇ ਲਾ ਕੇ ਕੁਛ ਲੋਕਾਂ ਨੂੰ ਸਕੂਨ ਮਿਲਦਾ, ਉਹਨਾਂ ਨੂੰ ਵਿਚਾਰਿਆਂ ਨੂੰ ਫਿਰ ਉਹ ਆਪ ਦਾ ਕਿਰਤ ਕਰੀ ਜਾਂਦੇ ਆ। ਕਿਉਂਕਿ ਜੇ ਬਾਬੇ ਨਾਨਕ ਦੇ ਨੇੜੇ ਜਾਣਗੇ ਉਹਨੇ ਤਾਂ ਘੂਰ ਦੇਣੇ ਆ। ਬਾਬੇ ਦੀ ਬਾਣੀ ਪੜ੍ਹੋਗੇ ਤਾਂ ਆਹੀ ਆਉਣਾ ਸਾਹਮਣੇ, ਭਗਤ ਵਛਲ ਭੈ ਕਾਟਣ ਹਾਰੇ। ਮਹਾਰਾਜ ਕਹਿੰਦੇ ਆਪਣੇ ਭਗਤਾਂ ਦੇ ਸਾਰੇ ਭੈ ਕੱਟ ਦਿੰਦਾ, ਉਹਦੀ ਮਰਜ਼ਾਦਾ ਉਹ ਭਗਤ ਵਛਲ ਹੈ। ਪਰਮ ਪਿਤਾ ਪਰਮਾਤਮਾ ਸਾਰੇ ਰੂਪ ਹੀ ਉਹਦੇ ਹੈ। ਹਉਮੈ ਮਾਰ ਮਿਲੇ ਪੱਗ ਧਾਰੇ, ਮਿਲਣ ਦੀ ਉਹਨੂੰ ਉਹਦੇ ਕੰਮ ਸਾਰੇ ਚੱਲੀ ਜਾਂਦੇ ਆ। ਕੰਮ ਹਉਮੈ ਵਾਲਿਆਂ ਦੇ ਵੀ ਚੱਲਦੇ ਆ, ਇਹ ਭੁਲੇਖੇ 'ਚ ਨਾ ਰਹਿ ਜਾਓ। ਬੜੇ ਲੋਕ ਇੱਥੇ ਆ ਕੇ ਗੱਲਾਂ ਕਰਨਗੇ ਜਦੋਂ ਆਉਂਦੇ ਆ ਦਰਸ਼ਨ ਕਰਨ, ਵਿੱਚ ਜੀ ਦੇਖਦੇ ਆ ਜਿਹੜੇ ਬਲਾ ਗਲਤ ਕੰਮ ਕਰਦੇ ਆ ਜੀ, ਐਂ ਕਰਦੇ ਆ, ਉਹਨਾਂ ਦੇ ਐਂ ਕਾਰਜ ਸੋਰੀ ਜਾਂਦੇ ਆ। ਕਿਉਂਕਿ ਪ੍ਰਮਾਤਮਾ ਦੇ ਬੱਚੇ ਆ ਯਾਰ ਸਾਰੇ, ਉਹ ਵੀ ਆਪਣੀ ਪ੍ਰਾਲੰਭ ਦਿਖਾਉਂਦੇ ਆ। ਉਹ ਵੀ ਹਉਮੈ ਵਾਲਿਆਂ ਦਾ ਵੀ ਸਭ ਕੁਝ ਸਵਰਦਾ, ਸਭ ਕੁਝ ਚੱਲਦਾ। ਹਉਮੈ ਵਾਲੇ ਆਨੰਦ 'ਚ ਨਹੀਂ ਆ ਸਕਦੇ, ਬਸ ਆਹ ਫਰਕ ਆ। ਆਨੰਦ ਆ ਜਿਹੜਾ ਹਉਮੈ ਤੋਂ ਰਹਿਤ ਹੋਇਆ ਮਿਲਦਾ। ਉਹ ਸੁੱਖ ਦੁੱਖ ਭੋਗਦੇ ਆ, ਆਪਣੀਆਂ ਕਿਰਤਾਂ ਬਿਰਤਾਂ ਨੂੰ ਸੁੱਖ ਪੈਦਾ ਕਰ ਲੈਂਦੇ ਆ, ਉਹ ਖੁੱਸ ਜਾਂਦੀਆਂ, ਦੁਖੀ ਹੁੰਦੇ ਆ। ਪਰ ਇੱਕ ਜਿਹਨੇ ਭਗਤੀ ਵਾਲਾ ਮਾਰਗ ਦੇਖ ਲਿਆ, ਬਾਹਰੀ ਪਦਾਰਥ ਉਹਦੇ ਕੋਲੇ ਭੰਡਾਰ ਭਰੇ ਵੇ ਆ, ਤਾਂ ਉਹ ਸੁੱਖ 'ਚ ਨਹੀਂ, ਉਹ ਆਨੰਦ 'ਚ ਹੈ। ਬਾਹਰੀ ਭੰਡਾਰ ਸਾਰੇ ਚਲੇ ਜਾਣ, ਅੰਨ ਦਾ ਇੱਕ ਦਾਣਾ ਵੀ ਨਾ ਮਿਲੇ, ਉਹਦਾ ਆਨੰਦ 'ਚ ਫਰਕ ਨਹੀਂ ਪੈਂਦਾ। ਉਹਨੂੰ ਅੰਦਰੋਂ ਹੀ ਰਾਮ ਰਸ ਦੇ ਕੇ ਰਜਾ ਦੇਣਾ ਮਾਲਕ ਨੇ, ਉਹਦੇ ਦੂਰ 'ਚ ਫਰਕ ਨਹੀਂ ਪੈਂਦਾ ਜੁੜਿਆ ਹੋਇਆ ਜੋ। ਹਉਮੈ ਮਾਰ ਮਿਲੇ ਪੱਗ ਧਾਰੇ, ਹਉਮੈ ਨੂੰ ਮਾਰਿਆ, ਹਉਮੈ ਨੂੰ ਛੱਡਿਆ, ਉਹਦੇ ਚਰਨਾਂ 'ਚ ਧਿਆਨ ਧਰਿਆ ਹੀ ਸਾਰਾ ਕੁਛ ਉਹ ਮਿਲਦਾ ਜੋ ਆਨੰਦ ਸਰੂਪ ਹੈ, ਜੋ ਸਹਿਜ ਹੈ। ਅਣਕ ਯਤਨ ਕਰ ਕਾਲ ਸੰਤਾਏ, ਕਾਲ ਦਾ ਸੁਭਾਅ ਆ, ਇਹ ਚੰਚਲ ਹੈ, ਇਹ ਟਿਕਦਾ ਨਹੀਂ।
ਇਹਨੇ ਤਾਂ ਬਹੁਤ ਯਤਨ ਕਰਦੇ ਆ ਤੁਹਾਨੂੰ ਸੰਤਾਉਣ ਦੇ। ਬੇਸ਼ੱਕ ਤੁਸੀਂ ਆਮ ਆਦਮੀ ਹੋ, ਬੇਸ਼ੱਕ ਤੁਸੀਂ ਸੰਤ ਹੋ, ਸਾਧੂ ਹੋ, ਗੁਰੂ ਹੋ, ਪੀਰ ਹੋ, ਕੁਛ ਹੋ, ਸਮੇਂ ਦੀ ਚੱਕੀ ਨੇ ਤੁਹਾਨੂੰ ਸਤਾਉਣਾ ਹੈ। ਇਹ ਤਾਂ ਤੁਸੀਂ ਦੇਖਣਾ ਵੀ ਤੁਸੀਂ ਆਪਣੀ ਸੈਟਿੰਗ ਕਿੱਥੇ ਕਰਕੇ ਰੱਖਦੇ ਹੋ, ਕਿਵੇਂ ਚੱਲਦੇ ਹੋ ਤੁਸੀਂ ਗੁਰੂ ਨਾਲ ਚੱਲ ਕੇ। ਅਣਕ ਯਤਨ ਕਰ ਕਾਲ ਸੰਤਾਏ, ਅਨੇਕਾਂ ਯਤਨ ਕਰਦਾ ਤੁਹਾਨੂੰ ਸੰਤਾਉਣ ਦੇ, ਚੱਕਰਾਂ 'ਚ ਪਾਉਣ ਦੇ, ਬੜਾ ਕੁਛ ਕਰਦਾ। ਮਰਨ ਲਿਖਾਏ ਮੰਡਲ ਮੇ ਆਏ। ਇੱਕ ਗੱਲ ਬਾਬਾ ਜੀ ਕਹਿੰਦੇ ਚੇਤੇ ਰੱਖਿਓ, ਜਿੱਦੇ ਇੱਥੇ ਆਏ ਆ ਉਹ ਦਿਨ ਲਿਖਾ ਕੇ ਹੀ ਆਏ ਆ ਕਿ ਜਾਣਾ ਕਿਵੇਂ ਆ, ਕਿਸ ਤਰ੍ਹਾਂ ਖੇਡ ਵਾਪਰਦੀ ਹੈ। ਉਹਦਾ ਬੜਾ ਫਿਕਰ ਕਰਕੇ ਸਹਿਸੇ 'ਚ ਨਹੀਂ ਆਉਣਾ, ਭਰਮ 'ਚ ਨਹੀਂ ਆਉਣਾ। ਹਾਂ ਜਾਣਾ ਜ਼ਰੂਰ ਆ, ਜਾਣ ਦੀ ਤਿਆਰੀ ਰੱਖ ਲਓਗੇ ਸੌਖੇ ਰਹੋਗੇ। ਲੱਤਾਂ ਦੀਆਂ ਜਿਹੜਾ ਬੰਦਾ ਡਾਉਂਦਾ ਲੈ ਉਹਨੂੰ ਵੀ ਚੱਕ ਕੇ ਜਾਂਦੇ ਆ। ਜਿਹੜਾ ਖੁਦ ਉੱਠ ਕੇ ਤੁਰ ਪੈਂਦਾ ਉਹਦਾ ਮਾਣ ਇੱਜ਼ਤ ਬਚਿਆ ਰਹਿੰਦਾ। ਮੰਨ ਲਓ ਕਿਸੇ ਦੀ ਗ੍ਰਿਫਤਾਰੀ ਵੀ ਆ, ਉਹ ਭੱਜਦਾ ਲੁਕਦਾ ਲੱਤਾਂ ਘੜੀਸਦਾ, ਉਹਨੂੰ ਚਾਰ ਜਣੇ ਚੱਕਦੇ ਆ, ਚੱਕ ਕੇ ਗੱਡੀ 'ਚ ਸਿੱਟਦੇ ਆ। ਉਹ ਆਪਦੀ ਇੱਕ ਮਹਿਮਾ ਸੀ ਜਿਹੜੀ ਆਪਣਾ ਆਪਾ ਉਹਨੇ ਪੈਦਾ ਕੀਤਾ ਵਾ ਸੀ ਲੋਕਾਂ 'ਚ, ਉਹ ਮਹਿਮਾ ਵੀ ਗਵਾ ਲਈ। ਉਹ ਗੋਡੇ ਰਗੜਦਾ, ਨੱਕ ਰਗੜਦਾ, ਹੱਥ ਜੋੜਦਾ, ਉਹ ਇੱਕ ਜਿਹੜੀ ਬਣਾਈ ਵੀ ਸੀ ਆਪਣੀ। ਅਤੇ ਜੇ ਕਿਤੇ ਉਹ ਪ੍ਰਵਾਨ ਕਰਦੇ ਆਉਂਦੇ ਆ, ਚਲੋ ਵੀ ਪਹਿਲਾਂ ਹੀ ਖੇਸ ਮੋਢੇ 'ਤੇ ਧਰ ਕੇ ਕਹੇ ਚਲੋ ਮਿੱਤਰੋ ਕਿੱਧਰ ਜਾਣਾ, ਫਿਰ ਨਹੀਂ ਉਹਨੂੰ ਕੋਈ ਧੱਕਾ ਪੈਂਦਾ, ਫਿਰ ਉਹ ਆਪਦੀ ਉਹ ਪੱਤ ਬਚਾ ਜਾਂਦਾ। ਮਹਾਰਾਜ ਕਹਿੰਦੇ ਇਹ ਮੰਨ ਕੇ ਚੱਲਣਾ ਕਿ ਜਿੱਦੇ ਜਾਣਾ ਉਹ ਦਿਨ ਲਿਖਿਆ ਪਿਆ, ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਪਦਾਰਥ ਦੁਬਦਾ ਖੋਵਾ, ਆਪਣਾ ਚੀਨਸ ਭਰਮ ਭਰਮ ਰੋਵਾ। ਇਹ ਜਨਮ ਰੂਪੀ ਜਿਹੜਾ ਪਦਾਰਥ ਸਾਨੂੰ ਨਿਰੰਕਾਰ ਪਰਮ ਪਿਤਾ ਪ੍ਰਮਾਤਮਾ ਨੇ ਦੇ ਕੇ ਤੋਰਿਆ, ਇਹਨੂੰ ਸਾਰੇ ਨੂੰ ਖਾ ਰਹੀ ਆ ਸਾਡੀ ਦੁਬਦਾ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਵੀ ਆਹ ਕੰਮ ਕਰਾਂਗੇ, ਅਸੀਂ ਵੀ ਕਰਿਆ ਕਰਾਂਗੇ, ਗੁਰੂ ਕਰੂਗਾ ਕਿਰਪਾ। ਇਹ ਗੱਲਾਂ ਕਰਦੇ ਕਰਦੇ ਪੂਰਾ ਜਨਮ ਟੱਪ ਜਾਂਦਾ। ਦੁਬਦਾ ਦੇ ਵਿੱਚ ਹੀ ਅਸੀਂ ਇੱਕ ਲੀਹ ਨਹੀਂ ਫੜਦੇ, ਇੱਕ ਨਾਲ ਨਹੀਂ ਜੁੜਦੇ। ਇੱਕ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਈਏ ਤਾਂ ਸਾਰੇ ਥਾਈਂ ਉਹ ਇੱਕੋ ਹੀ ਆ। ਅਤੇ ਜਿਹੜੇ ਅਗਿਆਨੀ, ਜਿਹੜੇ ਖੁਦ ਨਹੀਂ ਜੁੜੇ, ਉਹ ਚੀਜ਼ਾਂ ਵੰਡਣ ਲੱਗ ਜਾਂਦੇ ਆ ਕਿ ਇੱਕ ਦਾ ਮਤਲਬ ਆ ਇੱਕ ਥਾਂ ਮੱਥਾ ਟੇਕਣਾ, ਦੂਜੇ ਥਾਂ ਟੇਕਣਾ ਨਹੀਂ। ਉਹ ਇੱਕ ਦੇ ਅਰਥ ਇਹ ਕਰਦੇ ਆ। ਅਤੇ ਜੇ ਉਹਨਾਂ ਦੀ ਬਾਂਹ ਫੜ ਕੇ ਪੁੱਛੋ ਵੀ ਦੂਜਾ ਪੈਦਾ ਕਿਹਨੇ ਕੀਤਾ, ਜਿਹਨੂੰ ਤੂੰ ਦੂਜਾ ਕਹਿਣਾ, ਜਿਵੇਂ ਇਸੇ ਸ਼ਬਦ ਦੇ ਇੱਕ ਅਰਥ 'ਚ ਪਿੱਛੇ ਲਿਖਿਆ ਪਿਆ ਦੇਵੀ ਦੇਵਤੇ, ਐਵੇਂ ਕੋਲੋਂ ਹੀ ਲਿਖਤਾ, ਉਹ ਪੰਗਤੀ 'ਚ ਅਰਥ ਵੀ ਨਹੀਂ ਹੈਗੇ। ਉਹ ਦੇਵੀਆਂ ਵੀ ਉਹਦੀਆਂ, ਦੇਵਤੇ ਵੀ ਉਹਦੇ ਆ, ਸਾਰਾ ਉਹ ਮਾਲਕ ਹੀ ਆਪ ਹੀ ਆ। ਉਹ ਕਹੀ ਜਾਂਦਾ ਮੇਰੇ ਹੀ ਰੂਪ ਆ ਸਾਰੇ। ਅਸੀਂ ਧੱਕੇ ਨਾਲ ਵੱਡੀਆਂ ਪਾਪਾ ਧੱਕੇ ਮਾਰਦੇ ਹਾਂ, ਕੋਲੋਂ ਹੀ ਅਰਥ ਬਣਾ ਲੈਂਦੇ ਹਾਂ ਕਿ ਜੇ ਇੱਥੇ ਜਾ ਕੇ ਮੱਥਾ ਟੇਕਣਾ ਤਾਂ ਸਹੀ ਹੈ। ਇਹ ਤਾਂ ਇੱਕ ਨੂੰ ਕਿਹਾ, ਹੋਰ ਨੂੰ ਟੇਕ ਲਿਆ ਤਾਂ ਅਸੀਂ ਗਲਤ ਹੋ ਜਾਵਾਂਗੇ। ਹੋਰ ਕੌਣ, ਹੋਰ ਹੈ ਹੀ ਨਹੀਂ। ਗੁਰੂ ਨਾਨਕ ਦੇ ਘਰ 'ਚ ਤਾਂ ਪਹਿਲੀ ਸੈਟਿੰਗ ਇਹ ਕੀਤੀ ਜਾਂਦੀ ਹੈ ਕਿ ਪਸਾਰਾ ਇੱਕ ਦਾ। ਕਿਉਂ ਨਹੀਂ ਸਮਝ ਪੈਂਦੀ ਸਾਨੂੰ, ਕਿਉਂ ਉਲਝ ਜਾਂਦੇ ਅਸੀਂ ਇਹਨਾਂ ਗੱਲਾਂ 'ਚ। ਜਨਮ ਪਦਾਰਥ ਦੁਬਦਾ ਖੋਵਾ। ਮਹਾਰਾਜ ਕਹਿੰਦੇ ਦੁਬਦਾ ਦੇ ਅਧੀਨ ਹੀ ਆਪਣੇ ਪਦਾਰਥ ਨੂੰ, ਜਨਮ ਨੂੰ ਖੋ ਲੈਂਦਾ ਬੰਦਾ। ਆਪਣਾ ਚੀਨਸ ਭਰਮ ਭਰਮ ਰੋਵਾ। ਆਪਣੇ ਆਪੇ ਨੂੰ ਚੀਨਦਾ ਨਹੀਂ ਹੈ, ਆਪਣੇ ਆਪੇ ਨੂੰ ਵੇਖਦਾ ਨਹੀਂ, ਆਪਣੇ ਨੇੜੇ ਨਹੀਂ ਆਉਂਦਾ, ਆਪਣੇ ਸਵਾਸਾਂ 'ਤੇ ਧਿਆਨ ਨਹੀਂ ਦਿੰਦਾ ਹੈ। ਜੇ ਗੁਰੂ ਨਾਨਕ ਨੇ ਪਵਨ ਨੂੰ ਗੁਰੂ ਕਿਹਾ ਨਾ, ਕਿਸੇ ਗੱਲ ਕਾਰਨ ਨਹੀਂ ਕਿਹਾ। ਪੂਰੇ ਵਰਲਡ ਦੀ ਗੁਰੂ ਆ ਪਵਨ ਆ ਜਿਹੜੀ। ਪਾਣੀ ਨੂੰ ਜੇ ਪਿਤਾ ਕਿਹਾ, ਐਵੇਂ ਨਹੀਂ ਕਿਹਾ ਸੱਚੀ ਪਿਤਾ, ਇਹ ਤੋਂ ਬਿਨਾਂ ਹੈ ਹੀ ਕੁਛ ਨਹੀਂ। ਤੇ ਜੇ ਧਰਤੀ ਨੂੰ ਮਾਤਾ ਧਰਤ ਮਹੱਤ ਕਿਹਾ, ਇਹ ਸੱਚੀ ਮਾਤਾ। ਇਹ ਪਾਣੀ ਪਿਤਾ ਤੇ ਮਾਤਾ ਦੇ ਸੰਯੋਗ ਤੋਂ ਹੀ ਪੂਰੀ ਪ੍ਰਕਿਰਤੀ ਪੈਦਾ ਹੁੰਦੀ ਹੈ, ਜਿਹਦੇ ਅਸੀਂ ਵੀ ਇੱਕ ਅੰਗ ਹੈ। ਅਸੀਂ ਕੋਈ ਬਾਹਲੇ ਸਪੈਸ਼ਲ ਨਹੀਂ। ਇਹ ਗੱਲ ਨੂੰ ਸਮਝ ਗਏ। ਗੁਰੂ ਨੇ ਸੂਤਰ ਦਿੱਤੇ ਹੋਏ ਆ, ਉਹਨਾਂ ਸੂਤਰਾਂ 'ਤੇ ਚੱਲ ਕੇ ਸਾਡੇ ਪਵਨ ਸਭ ਤੋਂ ਨੇੜੇ ਕਿੱਥੇ ਆ। ਵੈਸੇ ਤਾਂ ਸਾਡੇ ਆਸੇ ਪਾਸੇ ਵੀ ਆ, ਆਸੇ ਪਾਸੇ ਵਾਲੀ ਪਵਨ ਨੂੰ ਅਸੀਂ ਸਾਫ਼ ਰੱਖੀਏ, ਦਰਖਤ ਲਾਈਏ, ਸ਼ੁੱਧ ਰੱਖੀਏ, ਅਤੇ ਇਹੀ ਪਵਨ ਸਾਡੇ ਅੰਦਰ ਵੀ ਜਾਂਦੀ ਹੈ। ਜਦੋਂ ਹੀ ਸਾਡੇ ਅੰਦਰ ਜਾਂਦੀ ਹੈ, ਗੁਰੂ ਰੂਪ ਹੋ ਕੇ ਜਾਂਦੀ ਹੈ, ਕਿਉਂਕਿ ਪ੍ਰਾਣ ਸ਼ਕਤੀ ਚੱਕਦੀ ਹੈ ਬਾਹਰੋਂ, ਉਹ ਸਾਨੂੰ ਅੰਦਰ ਪ੍ਰਾਣ ਦੇ ਕੇ ਆਉਂਦੀ ਆ। ਅਤੇ ਜੇ ਅਸੀਂ ਉਹ ਜਾਣ ਆਉਣ ਵਾਲੇ ਰੂਟ ਦੀ ਪਹਿਰੇਦਾਰੀ ਕਰ ਲਈਏ, ਪਹਿਰੇਦਾਰ ਬਣ ਜਾਈਏ ਗੁਰੂ ਦੇ ਚਰਨਾਂ ਦੇ, ਸਾਡੀ ਗੱਲ ਬਣਨੀ ਸ਼ੁਰੂ ਹੋ ਜਾਣੀ ਹੈ। ਪਵਨ ਗੁਰੂ ਦੀ ਪਹਿਰੇਦਾਰੀ ਕਰਕੇ ਪਾਣੀ ਪਿਤਾ ਦੇ ਸਾਰੇ ਰਾਜ ਸਾਹਮਣੇ ਆ ਜਾਂਦੇ ਆ।
ਧਰਤੀ ਮਾਤਾ ਵਰ ਕਰਨਾ ਸ਼ੁਰੂ ਕਰ ਦਿੰਦੀ ਹੈ। ਪ੍ਰਕਿਰਤੀ ਮਾਂ ਇਹ ਕਾਲ ਪੁਰਖ ਦਾ ਦਿਸਦਾ ਰੂਪ ਆ, ਅਣਦਿਸਦੇ ਦਾ ਦਿਸਦਾ ਰੂਪ ਹੈ ਇਹ। ਤਾਂ ਮਹਾਰਾਜ ਕਹਿੰਦੇ ਇਹਨੂੰ ਅਸੀਂ ਚੀਨੀਏ, ਸ਼ੁਰੂਆਤ ਆਪਣੇ ਤੋਂ ਹੋਣੀ ਆ। ਆਹ ਸਰੀਰ ਜਿਹੜਾ ਦਿੱਤਾ ਨਾ ਹਰਮੰਦਰ, ਇਹ ਤੋਂ ਸ਼ੁਰੂ ਹੋਣੀ ਹੈ। ਇਹਨੂੰ ਜਿੰਨਾ ਵਧੀਆ ਖਵਾ ਸਕਦੇ ਹੋ, ਪਿਆ ਸਕਦੇ ਹੋ, ਸਾਫ ਸੁਥਰਾ ਰੱਖ ਸਕਦੇ ਹੋ, ਉਨਾ ਹੀ ਰੱਖੋ। ਜਿੱਥੇ ਤੁਸੀਂ ਹੈਗੇ ਹੋ, ਜਿਹੇ ਜਿਹੀ ਥਾਂ 'ਤੇ ਵੱਸਦੇ ਹੋ, ਜਿਹੇ ਜਿਹਾ ਤੁਹਾਡਾ ਸਮਾਜ ਹੈ, ਉਹਦੇ ਅਨੁਸਾਰ ਤੁਹਾਡਾ ਖਾਣ ਪਾਣ ਜਿਉਣ ਬਣਿਆ ਹੋਇਆ, ਇਹਨੂੰ ਤਕੜਾ ਰੱਖੋ। ਜੇ ਅੱਜ ਵਰਗੇ ਹਾਲ ਹੁੰਦੇ ਫਿਰ ਤਾਂ ਬਾਬੇ ਨਾਨਕ ਦੇ ਮੂਹਰੇ 10-15 ਜਣਿਆਂ ਦਾ ਇੱਕ ਜਥਾ ਚਾਹੀਦਾ ਸੀ, ਜਿਹੜਾ ਪਹਿਲਾਂ ਜਾ ਕੇ ਦੱਸਿਆ ਕਰਦਾ, ਗੁਰੂ ਜੀ ਆਹ ਖਾਂਦੇ ਨਹੀਂ, ਆਹ ਇੱਥੇ ਬਣਾਉਣਾ ਬੰਦ ਕਰ ਦਿਓ, ਆਹ ਹੱਥ ਨਾ ਲਾ ਦਿਓ, ਆਹ ਹੱਥ ਲੱਗ ਗਿਆ ਤਾਂ ਹੋ ਜੂ। ਅੱਜ ਵੀ ਆਪਾਂ ਸਫ਼ਰ ਕਰਕੇ ਦੇਖ ਲਓ, ਕਿੰਨੀ ਕੁ ਮਰਜ਼ੀ ਚੱਲਦੀ ਹੁੰਦੀ ਆਪਣੀ। ਜੋ ਹੁੰਦਾ ਉਵੇਂ ਹੀ ਚੱਲਣਾ ਪੈਂਦਾ, ਉਵੇਂ ਹੀ ਛਕਣਾ ਪੈਂਦਾ। ਜਿਹੋ ਜਿਹੇ ਦੇਸ਼ਾਂ 'ਚ ਸੂਬਿਆਂ 'ਚ ਜਾਂਦੇ ਉੱਥੇ ਉਹੀ ਹੁੰਦਾ। ਇਹ ਬਹੁਤ ਛੋਟੀਆਂ ਗੱਲਾਂ ਜਿੱਥੇ ਸਾਨੂੰ ਲਿਆ ਕੇ ਸਿੱਟਤਾ। ਊਰਜਾ ਪਰਮ ਪਿਤਾ ਪਰਮਾਤਮਾ ਦੀ ਕੰਮ ਕਰਦੀ ਹੈ, ਭਾਵੇਂ ਕਾਸੇ 'ਚ ਹੈ। ਬਾਬੇ ਨੇ ਤਾਂ ਨਿਬੇੜਤਾ, ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਈ। ਬਾਬਾ ਕਹਿੰਦਾ ਪਾਣੀ ਵੀ ਇੱਕ ਜੀਵ ਆ, ਦਾਤਾ ਪਿਤਾ ਇਹ ਤੋਂ ਸਾਰੀ ਹਰਿਆਲੀ ਬਣਦੀ ਹੈ, ਸਭ ਜੀਵ ਇਹ ਤੋਂ ਪੈਦਾ ਹੁੰਦੇ ਆ। ਆਓ ਅੱਗੇ ਆਪਾਂ ਪੁੱਛੀਏ ਬਾਬਾ ਜੀ ਨੂੰ ਅਗਲੀਆਂ ਪੰਕਤੀਆਂ। ਕਹਿ ਤੋ ਪੜ੍ਹ ਤੋ ਸੁਣ ਤੋ ਏਕ, ਧੀਰਜ ਧਰਮ ਧਰਨੀ ਧਰ ਟੇਕ। ਮਹਾਰਾਜ ਕਹਿੰਦੇ ਕਹਿਣਾ, ਪੜ੍ਹਨਾ ਅਤੇ ਸੁਣਨਾ ਇੱਕੋ ਹੀ ਗੱਲ ਆ। ਭਾਵੇਂ ਤਾਂ ਮੰਨ ਲਓ ਵੀ ਅਸੀਂ ਆਹ ਬਾਣੀ ਪੜ੍ਹ ਕੇ ਕਹਿ ਰਹੇ ਹਾਂ, ਪੜ੍ਹ ਰਹੇ ਹਾਂ, ਤੁਸੀਂ ਸੁਣ ਰਹੇ ਹੋ। ਗੁਰੂ ਨਾਨਕ ਕਹਿੰਦੇ ਫਲ ਇੱਕੋ ਹੀ ਆ। ਸੁਰਤ ਤੁਹਾਡੀ ਸੁਣਨ 'ਚ ਹੈ, ਮੇਰੀ ਪੜ੍ਹ ਕੇ ਸੁਣਾਉਣ 'ਚ ਹੈ। ਇਹਨੂੰ ਆਪਾਂ ਕਰਨਾ ਕਿ ਧੀਰਜ ਧਰਮ ਧਰਨੀ ਧਰ ਟੇਕ। ਸਾਡੇ ਅੰਦਰ ਧੀਰਜ ਪੈਦਾ ਹੋਵੇ, ਗੁਰੂ ਦੀ ਬਾਣੀ ਨੂੰ ਜਾਣਨ ਦਾ, ਸੂਤਰਾਂ ਨੂੰ ਸਮਝਣ ਦਾ, ਸਮਝ ਕੇ ਲਾਗੂ ਕਰਨ ਦਾ। ਧਰਤੀ ਨੂੰ ਜਿਹੜਾ ਧਾਰਨ ਕੀਤਾ, ਜਿਹੜੀ ਸ਼ਕਤੀ ਨੇ ਪਰਮ ਪਿਤਾ ਪਰਮਾਤਮਾ ਨੇ, ਉਹਦੀ ਟੇਕ ਰੱਖਣੀ ਆ। ਉਹਦੀ ਟੇਕ ਇੱਕੋ ਦੇ ਅਰਥਾਂ ਹੀ ਬਣਨਗੇ ਸਾਰੇ। ਅਸਲ ਦੇ ਵਿੱਚ ਅਰਥ ਕਰਨੇ ਨਹੀਂ ਪੈਂਦੇ, ਜਦੋਂ ਤੁਸੀਂ ਜੁੜ ਜਾਂਦੇ ਤੁਹਾਨੂੰ ਦਿਸਦੇ ਆ, ਤੁਸੀਂ ਸਾਫ਼ ਬੋਲਦੇ ਹੋ। ਇਹੀ ਕਾਰਨ ਆ ਕਿ ਸਮੇਂ-ਸਮੇਂ 'ਤੇ ਜੁੜੇ ਹੋਏ ਸਾਧੂ ਸੰਤਾਂ 'ਤੇ ਤਸੱਦਦ ਹੋਏ ਆ, ਕਿਉਂਕਿ ਜਿਹੜੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਫਿਰਦੇ ਹੁੰਦੇ ਆ, ਉਹ ਮਰਜ਼ਾਦਾ 'ਚ ਉਲਝ ਜਾਂਦੇ ਆ। ਫਿਰ ਮਰਜ਼ਾਦਾ ਬਣਾਈ ਆਪ ਹੀ ਹੁੰਦੀ ਹੈ ਅਤੇ ਉਹ ਆਪ 'ਤੇ ਭਾਰੂ ਹੋ ਜਾਂਦੀ ਹੈ। ਕਦੇ ਕਿਸੇ ਪ੍ਰਮਾਤਮਾ ਨੇ ਗੁਰੂ ਪੀਰ ਨੇ ਆ ਕੇ ਤੁਹਾਡੇ ਕੰਨ 'ਚ ਫੂਕ ਨਹੀਂ ਮਾਰੀ ਕਿ ਆਹ ਮਰਜ਼ਾਦਾ ਬਣਾ ਲਾ ਫੇਰ ਮਿਲੂਗਾ। ਉਹ ਅਸਗੂ ਹੀ ਬਣਾਉਣੇ ਆ ਸਾਰੀ, ਖੁਦ ਹੀ ਬਣਾ ਕੇ ਖੁਦ ਹੀ ਉਲਝ ਜਾਂਦੇ ਆ ਮੱਕੜੀ ਵਾਂਗੂ, ਫਿਰ ਉੱਥੇ ਸਾਡੀ ਮੌਤ ਹੋ ਜਾਂਦੀ ਹੈ। ਕਹਿ ਤੋ ਪੜ੍ਹ ਤੋ ਸੁਣ ਤੋ ਏਕ, ਧੀਰਜ ਧਰਮ ਧਰਨੀ ਧਰ ਟੇਕ। ਇਹੀ ਉਹਦਾ ਧਰਮ ਹੈ। ਸਾਡੇ ਅੰਦਰ ਧੀਰਜ, ਉਹ ਧਰਨੀ ਧਰ ਦੇ ਉੱਤੇ ਟੇਕ, ਜਿਹਨੇ ਸਾਰੇ ਖੰਡ ਬ੍ਰਹਿਮੰਡ ਬਣਾਏ ਆ। ਜਤ ਸਤ ਸੰਜਮ ਹਿਰਦੈ ਸਮਾਏ। ਜਦੋਂ ਹੀ ਸਾਡੀ ਟੇਕ ਉਹਦੇ 'ਤੇ ਚਲੀ ਜਾਣੀ ਹੈ, ਆਪਣੇ ਆਪ ਹੀ ਸਾਡੇ ਅੰਦਰ ਜਤ ਆ ਜਾਣਾ, ਆਪਣੇ ਆਪ ਹੀ ਸਾਡੇ ਅੰਦਰ ਸਤ ਆ ਜਾਣਾ, ਅਤੇ ਆਪਣੇ ਆਪ ਹੀ ਸੰਜਮ ਆ ਜਾਣਾ। ਫਿਰ ਬੰਦਾ ਕਾਨੂੰਨ ਤੋਂ ਡਰਦਾ ਨਹੀਂ, ਚੋਰੀ ਕਰਦਾ ਵੀ ਕਾਨੂੰਨ ਦਾ ਡਰ ਆ ਜਾਂ ਬੇਇੱਜ਼ਤੀ ਹੋ ਜੂ। ਉਹਨੂੰ ਪਤਾ ਜੇ ਚੀਜ਼ ਮੇਰੀ ਨਹੀਂ ਤਾਂ ਉਹ ਚੱਕਦਾ ਹੀ ਨਹੀਂ ਹੈ, ਭਾਵੇਂ ਕੁਛ ਵੀ ਹੈ। ਉਹਦੇ 'ਚ ਸੰਜਮ ਆ ਜਾਂਦਾ। ਬਹੁਤ ਪੱਖਾਂ ਤੋਂ ਜੀਵਨ ਉਹਦਾ ਐਸਾ ਉੱਚਾ ਉੱਠ ਜਾਂਦਾ ਕਿ ਉਹਨੂੰ ਕਿਸੇ ਨੇ ਕਿਹਾ ਨਹੀਂ ਹੁੰਦਾ। ਇਹ ਉਹਦੇ 'ਤੇ ਟੇਕ ਰੱਖਣ ਨਾ ਆਉਂਦਾ। ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤੀ ਆਏ। ਅਤੇ ਫਿਰ ਆਉਂਦੀ ਆ, ਜਿਵੇਂ ਐਸੇ ਸਮਾਜ ਦੇ ਵਿੱਚੋਂ ਪਹਿਲਾਂ ਪਿੰਡਾਂ 'ਚ ਮੁਕਾਬਲੇ ਹੁੰਦੇ ਆ, ਫਿਰ ਬਲਾਕਾਂ ਦੇ, ਜ਼ਿਲ੍ਹਿਆਂ ਦੇ, ਪੰਜਾਬ ਦੇ, ਦੇਸ਼ ਦੇ, ਫਿਰ ਇੱਕ ਵਿਸ਼ਵ ਪੱਧਰ 'ਤੇ ਹੁੰਦਾ। ਉੱਥੇ ਚੋਣ ਹੁੰਦੀ ਹੈ ਕਿ ਕਿਹੜੇ ਕਿਹੜੇ ਚੁਣੇ ਗਏ। ਕਰੀਮ ਬਿਲਕੁਲ ਚੱਕੀ ਜਾਂਦੀ ਹੈ। ਅਤੇ ਆਈਂ ਸਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਅਸੀਂ ਤੁਰੇ ਜਾਓ, ਪੜ੍ਹੋ ਸੁਣੋ ਮੰਨਣ ਕਰੋ, ਕਰਦੇ ਚੌਥੇ ਪਦ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਉੱਥੇ ਮਨ ਉਡਾਰੀਆਂ ਲਾਉਣੀਆਂ ਸ਼ੁਰੂ ਕਰ ਦਿੰਦਾ, ਚੇਤਨਾ ਜਾਣਾ ਸ਼ੁਰੂ ਕਰ ਦਿੰਦੀ ਹੈ। ਚੌਥੇ ਪਦ ਕੋ ਜੇ ਮਨ ਪਤਿਆਏ। ਚੌਥੇ ਪਦ 'ਤੇ ਜਾ ਕੇ ਗੱਲਾਂ ਨਿਬੜ ਜਾਂਦੀਆਂ। ਥੱਲੇ ਵਾਲਾ ਸਿਸਟਮ ਸਰੇਆਮ ਦਿਸਣ ਲੱਗ ਜਾਂਦਾ। ਸਾਰਾ ਵਰਤਾਰਾ ਜਿਹੜਾ ਇਹ ਅਲੱਗ ਦਿਸਦਾ। ਉਹ ਜਿਹੜਾ ਰੂਹਾਨੀ ਵਰਤਾਰਾ, ਜੋ ਸਾਡੇ ਸਹਿਸਤਰਾਰ ਦਾ ਵਰਤਾਰਾ, ਅਲੱਗ ਦਿਸਦਾ। ਅਤੇ ਪਤਾ ਲੱਗਦਾ ਵੀ ਉਹ ਮਾਲਕ ਆ ਜਿਹੜਾ ਉਹਦੇ ਹੁਕਮ 'ਚ ਸਾਰਾ ਹੋ ਰਿਹਾ।
ਸਾਚੇ ਨਿਰਮਲ ਮੈਲ ਨਾ ਲਾਗਾ। ਫਿਰ ਉੱਥੋਂ ਵਾਲਾ ਜਿਹੜਾ ਸੱਚ ਜਦੋਂ ਭਾਰੂ ਹੋ ਜਾਂਦਾ, ਇੰਨਾ ਨਿਰਮਲ ਕਰ ਦਿੰਦਾ ਸਾਡੀ ਆਤਮਾ ਨੂੰ, ਸਾਨੂੰ ਫਿਰ ਮੈਲ ਨਹੀਂ ਲੱਗ ਸਕਦੀ ਦੁਬਾਰਾ। ਫਿਰ ਤਿਲਕ ਕੇ ਡਿੱਗਣ ਦਾ ਡਰ ਖਤਮ ਹੋ ਜਾਂਦਾ। ਜਿਹਨੂੰ ਸੰਸਾਰ 'ਚ ਰਹਿੰਦੇ ਅਸੀਂ ਯੋਗ ਭ੍ਰਿਸ਼ਟ ਕਹਿੰਦੇ ਆ, ਇਦੋਂ ਪਿੱਛੇ ਪਿੱਛੇ ਚਾਂਸ ਸੀ ਥੱਲੇ ਡਿੱਗਣ ਦੇ, ਪਰ ਜਦੋਂ ਚੌਥੇ ਪਦ ਤੇ ਚਲਿਆ ਜਾਂਦਾ ਫਿਰ ਪਿਛਾ ਨਹੀਂ ਮੁੜਦਾ। ਅਗਾਂਹ ਕੋ ਤਰਾਂਗ ਸਾਚੇ ਨਿਰਮਲ ਮੈਲ ਨਾ ਲਾਗਾ, ਗੁਰ ਕਾ ਸ਼ਬਦ ਭਰਮ ਭਉ ਭਾਗਾ। ਤੇ ਗੁਰੂ ਦਾ ਸ਼ਬਦ ਸਾਫ਼ ਸਪਸ਼ਟ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਉਹਦਾ ਜਿਹੜਾ ਸ਼ਬਦ, ਜਿਹੜਾ ਆਦਿ ਸੱਚ ਆ ਸ਼ਬਦ, ਜਿਹੜਾ ਜੁਗਾਦ ਸੱਚ ਹੈ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ ਆ ਨਾ, ਇੱਕ ਓਂਕਾਰ ਦਾ ਉਹ ਸ਼ਬਦ ਸਾਹਮਣੇ ਆ ਜਾਂਦਾ। ਗੁਰ ਕਾ ਸ਼ਬਦ ਭਰਮ ਭਉ ਭਾਗਾ। ਸਾਰੇ ਭਰਮ ਸਾਰੇ ਭਉ ਭੱਜ ਜਾਂਦੇ ਆ, ਇੱਕੋ ਹੀ ਅਨਾਦ ਨਾਦ ਰਹਿ ਜਾਂਦਾ ਉਹਦੀ ਬਰਕਤ ਸ਼ਬਦ ਦੀ। ਸੂਰਤ ਮੂਰਤ ਆਦਿ ਅਨੂਪ, ਉਹਦੇ ਜਿਹੜੇ ਦਰਸ਼ਨ ਦਿਦਾਰੇ ਆ, ਜਿਹੜੀ ਫੋਮ ਤੁਹਾਨੂੰ ਦੱਸਿਆ, ਤੇ ਉਹਦੀ ਜਿਹੜੀ ਮੂਰਤ ਆ, ਜੋ ਸਥਾਪਤ ਆ ਸਾਰੇ ਪੂਰਾ ਸੰਸਾਰ ਵਰਲਡ ਤੁਹਾਨੂੰ ਲੱਗਦਾ ਵੀ ਇੱਕੋ ਸੱਤਾ 'ਚ ਤਿਰਭਵਨ ਤਿੰਨੇ ਲੋਕ ਇੱਕੋ ਜੋਤ 'ਚ ਸਮਾਏ ਹੋਇਆ। ਸੂਰਤ ਮੂਰਤ ਆਦਿ ਅਨੂਪ, ਉਹ ਆਦਿ ਤੋਂ ਸੱਚ ਆ ਜਿਹੜਾ, ਜਿਹਦੀ ਗੱਲ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਰਦੇ ਆ, ਉਹ ਆਦਿ ਸਾਹਮਣੇ ਆਉਂਦਾ। ਸੂਰਤ ਮੂਰਤ ਆਦਿ ਅਨੂਪ, ਉਹ ਅਕਾਲ ਮੂਰਤ ਆ, ਸਮੇਂ ਤੋਂ ਬਾਹਰ ਸਥਿਤ ਆ ਉਹ। ਸੂਰਤ ਮੂਰਤ ਆਦਿ ਅਨੂਪ। ਅਨੂਪ ਕਿਆ ਕਹਿਣੇ, ਜਿਹੜੇ ਕਿਹਾ ਨਹੀਂ ਜਾ ਸਕਦਾ। ਉਪਮਾ ਤੋਂ ਪਰੇ ਕਿੰਨੀ ਕੁ ਕਰੀ ਜਾਓਗੇ, ਸਾਰੀ ਜ਼ਿੰਦਗੀ ਲਾ ਦੇ ਭਾਵਾਂ। ਬਾਬਾ ਕਹਿੰਦਾ ਲੱਖਾਂ ਜੀਭਾਂ ਹੋਣ, ਲੱਖਾਂ ਲੱਖਾਂ ਵਾਰੀ ਕਹਿਣ, ਫਿਰ ਵੀ ਨਹੀਂ ਗੱਲ ਬਣਦੀ। ਉਹ ਤਾਂ ਪਰੇ ਆ। ਨਾਨਕ ਜਾਚਾ ਸਾਚ ਸਰੂਪ। ਗੁਰੂ ਨਾਨਕ ਕਹਿੰਦੇ ਇਹ ਨਾਨਕ ਤਾਂ ਉਸ ਸੱਚੇ ਸਰੂਪ ਨੂੰ ਜਾਚ ਰਿਹਾ ਜਿਹਦੀ ਗੱਲ ਉੱਪਰ ਕਰਕੇ ਆਏ ਆ ਸਾਰੀ। ਕਿਤੇ ਕੱਟੜਤਾ ਦੀ ਗੱਲ ਨਹੀਂ, ਕਿਤੇ ਕਿਸੇ ਨੂੰ ਮਾੜਾ ਕਹਿਣ ਦੀ ਗੱਲ ਨਹੀਂ, ਕਿਸੇ ਨੂੰ ਵਡਿਆਉਣ ਦੀ ਗੱਲ ਨਹੀਂ। ਗੱਲ ਸਿਰਫ ਇੰਨੀ ਹੈ ਕਿ ਇਹ ਸ਼ਿਵ ਸ਼ਕਤੀ ਦਾ ਖੇਲ ਆ, ਪਰਮ ਪਿਤਾ ਪਰਮਾਤਮਾ ਦਾ, ਜਿਹਦਾ ਸ਼ਕਤੀ ਦੇ ਵੱਸ ਪੈ ਕੇ ਅਸੀਂ ਰਸਾਂ 'ਚ ਹੀ ਜੀਵਨ ਨਾ ਬਰਬਾਦ ਕਰ ਲਈਏ। ਸ਼ਿਵ ਪਰਮ ਪਿਤਾ ਪਰਮਾਤਮਾ ਦਾ ਸਾਨੂੰ ਚੇਤਾ ਆ ਜੇ, ਰਾਮ ਰਸ ਦਾ ਚੇਤਾ ਆ ਜੇ, ਹਰੀ ਰਸ ਦਾ ਚੇਤਾ ਆ ਜੇ, ਸਾਡੇ ਅੰਦਰ ਉਹ ਰਮਿਆ ਵਾ ਰਾਮ ਪ੍ਰਗਟ ਹੋ ਜੇ, ਹਰੀ ਰਸ ਸਾਡੇ ਜਵਾਨ 'ਤੇ ਆ ਜੇ, ਸਾਨੂੰ ਉਹ ਰਸ ਮਿਲਣਾ ਸ਼ੁਰੂ ਹੋ ਜੇ। ਉਹਦੇ ਲਈ ਸੈਟਿੰਗ ਹੈ। ਜੀਵਨ ਤੁਹਾਡਾ, ਮਰਜ਼ੀ ਤੁਹਾਡੀ ਹੈ, ਕਿੱਥੇ ਵਰਤਣਾ ਇਹ ਵੀ ਤੁਹਾਡੀ ਮਰਜ਼ੀ ਹੈ। 100% ਨਹੀਂ, 1000% ਆਜ਼ਾਦੀ ਦਿੱਤੀ ਵੀ ਹੈ। ਇਦੋਂ ਵੱਡੀ ਆਜ਼ਾਦੀ ਨਹੀਂ ਹੋ ਸਕਦੀ। ਕਰਤੇ ਪੁਰਖ ਵੱਲੋਂ ਇਹ ਵੀ ਆਜ਼ਾਦੀ ਹੈ ਕਿ ਤੁਸੀਂ ਰੱਬ ਨੂੰ ਵੀ ਗਲਤ ਬੋਲੋ, ਰੱਬ ਨੂੰ ਵੀ ਕਹੋ ਅਸੀਂ ਨਹੀਂ ਮੰਨਦੇ, ਤੁਹਾਨੂੰ ਫਿਰ ਵੀ ਬਖਸ਼ਦਾ। ਉਹ ਪਤਿੱਤਾਂ ਨੂੰ ਪਾਵਨ ਕਰਨ ਵਾਲਾ, ਉਹ ਕਹਿੰਦਾ ਕੋਈ ਗੱਲ ਨਹੀਂ, ਇਹ ਵੀ ਮੇਰੇ ਲਾਡਲੇ ਪੁੱਤ ਆ, ਕੋਈ ਹੁੰਦਾ ਜਿੱਦੀ ਐਂ ਬੋਲਣ ਵਾਲਾ ਵੀ। ਇਹ ਸਾਰੀ ਸਮਝ ਪੈ ਜਾਣੀ ਆ। ਗੁਰੂ ਨਾਨਕ ਕਹਿੰਦੇ ਅਸੀਂ ਤਾਂ ਉਸ ਦੇ, ਉਹ ਜਿਹੜਾ ਇੱਕ ਓਂਕਾਰ ਦਾ ਪਸਾਰਾ, ਉਹਦੇ ਸੱਚੇ ਸਰੂਪ ਨੂੰ ਜਾਚ ਲਿਆ। ਨਾਨਕ ਜਾਚਾ ਸੱਚ ਸਰੂਪ, ਉਹ ਜਿਹੜਾ ਸਤਿਨਾਮ ਹੈ, ਜਿਹਦੇ ਗੁਣ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਗਾਏ ਆ। ਕਬੀਰ ਸਾਹਿਬ ਹੋਰਾਂ ਨੇ, ਰਵਿਦਾਸ ਸਾਹਿਬ ਹੋਰਾਂ ਨੇ, ਸਾਰੇ ਸੰਤਾਂ ਭਗਤਾਂ ਨੇ ਅੱਜ ਵੀ ਗਾ ਰਹੇ ਆ ਅਤੇ ਗਾਉਂਦੇ ਰਹਿਣਾ। ਪੂਰੇ ਵਰਲਡ ਦੇ ਵਿੱਚ ਸਾਧੂ ਸੰਤ ਸੰਨਿਆਸੀ ਗੁਰੂ ਪੀਰ ਉਹਦੇ ਜਸਤੀ ਲੱਗੇ ਹੋਏ ਆ। ਹਰ ਥਾਂ ਮਹਾਰਾਜ ਕਹਿੰਦੇ ਜਿੱਧਰ ਵੀ ਦੇਖੋਗੇ, ਪੌਣ ਵੀ ਉਹਦੇ ਗੀਤ ਗਾ ਰਿਹਾ, ਪਾਣੀ ਵੀ ਉਹਦੇ ਗੀਤ ਗਾ ਰਿਹਾ, ਅਗਨੀ ਵੀ ਉਹਦੇ ਗੀਤ ਗਾ ਰਹੀ ਹੈ, ਸਾਰੇ ਖੰਡ ਬ੍ਰਹਮੰਡ ਉਹਨੂੰ ਹੀ ਗਾ ਰਹੇ ਆ। ਅਸੀਂ ਕਸੂਮ ਬਣਦੇ ਹਾਂ, ਅਸੀਂ ਵੀ ਗਾ ਲਈਏ। ਆਹੀ ਤਾਂ ਖੇਡ ਆ ਇੱਕ। ਜਿੱਦੇ ਸਮਝ ਆ ਗਈ ਸਾਰੇ ਭਰਮ ਖਤਮ। ਮੁੜ ਕੇ ਤਾਂ ਇੱਕ ਜਾਗਰਤੀ ਦਿਸਦੀ ਹੈ ਕਿ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੈ, ਕਿੱਥੇ ਪਈ ਹੈ, ਗੁਰੂ ਤੁਹਾਨੂੰ ਤੋਰਦਾ, ਉਹ ਧਾਰਨ ਕਰ ਲਓ। ਜਿੱਥੋਂ ਤੁਹਾਨੂੰ ਗਿਆਨ ਮਿਲਣਾ, ਤੁਹਾਡਾ ਮੂੰਹ ਨੇ ਉੱਧਰ ਮੋੜ ਦੇਣਾ। ਤੁਹਾਡੇ ਘਰੇ ਕੋਈ ਤਕਲੀਫ ਹੈ, ਗੁਰੂ ਨੂੰ ਪਤਾ ਕਿ ਇਹਦੀ ਹੱਡੀਆਂ ਦੀ ਤਕਲੀਫ, ਉਹਨੇ ਹੱਡੀਆਂ ਵਾਲੇ ਡਾਕਟਰ ਵੱਲ ਭੇਜ ਦੇਣਾ। ਪੇਟ ਦੀ ਤਕਲੀਫ, ਉਹਨੇ ਪੇਟ ਵਾਲੇ ਵੱਲ ਭੇਜ ਦੇਣਾ। ਹਰ ਤਰ੍ਹਾਂ ਦਾ ਸਿਸਟਮ ਹੈ ਸੰਸਾਰ 'ਚ, ਅਤੇ ਸਾਰੇ ਥਾਈਂ ਉਹ ਆਪ ਹੀ ਆ। ਡਾਕਟਰ ਵੀ ਉਹ ਆਪ ਹੀ ਆ, ਮਾਸਟਰ ਵੀ ਉਹ ਆਪ ਹੀ ਆ, ਲੀਡਰ ਵੀ ਉਹ ਆਪ ਹੀ ਆ। ਆਪੇ ਆਪ ਹੀ ਆ ਉਹ। ਜਿੱਦੇ ਉਵੇਂ ਸੈਟਿੰਗਾਂ ਦੀ ਸਮਝ ਆਊ ਨਾ, ਉਹਦੇ ਦਵੈਤ ਨਹੀਂ ਰਹੂ, ਦੂਜਾ ਭਾਉ ਨਹੀਂ ਰਹੂ। ਸਾਨੂੰ ਕਦੇ ਹੀਨ ਭਾਵਨਾ ਨਹੀਂ ਮਹਿਸੂਸ ਹੋ ਕਿ ਮੈਂ ਦੂਜੇ ਥਾਂ ਚੱਲਿਆ, ਦੂਜਾ ਹੈ ਹੀ ਨਹੀਂ। ਉਹਦੇ ਤਾਂ ਫਿਰ ਗੀਤ ਨਿਕਲਦੇ ਅੰਦਰੋਂ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਉਹਦਾ ਪਸਾਰਾ ਦਿਸਦਾ। ਆਓ, ਬਹੁਤ ਸਾਂਝ ਪੈ ਗਈ ਹੈ, ਮਹਾਰਾਜ ਕਿਰਪਾ ਕਰਨ। ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸੱਚ ਸਰੂਪ। ਜੁੜੇ ਰਹੋ, ਜਾਣਨ ਦੀ ਕੋਸ਼ਿਸ਼ ਕਰੋ।
ਆਪਣੇ ਅੰਦਰੋਂ ਮਿਲਣਾ, ਅੰਦਰੋਂ ਹੀ ਜਾਣਨਾ। ਜਿੰਨੀ ਕੁ ਸਾਨੂੰ ਹੁਕਮ ਹੈ ਮਾਤਾ ਦਾ ਉਹਨਾਂ ਕੁ ਅਸੀਂ ਦੱਸ ਰਹੇ ਹਾਂ। ਜਿਵੇਂ ਜਿਵੇਂ ਅੱਗੇ ਸਾਂਝਾਂ ਪੈਣੀਆਂ ਆਪਾਂ ਸਤਸੰਗ ਕਰਦੇ ਰਵਾਂਗੇ। ਆਉਣ ਵਾਲੇ ਸਮਿਆਂ ਦੇ ਵਿੱਚ ਆਪਾਂ ਇਹ ਸੰਗਤਾਂ ਵੀ ਸ਼ੁਰੂ ਕੀਤੀਆਂ ਵੀ ਆ, ਪਰ ਹੋਰ ਵੀ ਆਪਾਂ ਉਹਨੂੰ ਇਹਨਾਂ ਕਹਿ ਲਓ ਚੈਨਲ 'ਤੇ ਹੀ ਪਾ ਦਿਆ ਕਰਾਂਗੇ। ਅਤੇ ਮਹਾਰਾਜ ਰਹਿਮਤ ਕਰ ਰਹੇ ਆ। ਜਿੱਥੇ ਜਿੱਥੇ ਕੋਈ ਜਗਿਆਸੂ ਬੈਠਾ ਜਿਵੇਂ ਜਿਵੇਂ ਬੁਲਾ ਰਿਹਾ ਆਪਾਂ ਜਾ ਰਹੇ ਹਾਂ। ਸਤਿਗੁਰੂ ਰਹਿਮਤ ਕਰਨ। 10ਵੇਂ ਪਾਤਸ਼ਾਹ ਦਾ ਜੋ ਜੋ ਹੁਕਮ ਹੈ ਆਪਾਂ ਹੁਕਮ ਵਜਾਉਣਾ। ਮਹਾਰਾਜ ਜੋ ਜ਼ਿੰਮੇਵਾਰੀਆਂ ਬਖਸ਼ਿਸ਼ ਕਰਕੇ ਗਏ ਮਾਂ ਦੇਸਾਂ ਨੂੰ, ਮਾਤਾ ਨੇ ਸਾਡੇ 'ਤੇ ਰਹਿਮਤ ਕੀਤੀ ਹੈ। ਆਪਾਂ ਤਾਂ ਡੰਕਾ ਖੜਕਾਉਣਾ, ਜਿਹਨੂੰ ਸੁਣ ਜਾਣਾ ਉਹਨੇ ਸੁਣ ਲੈਣਾ, ਜਾਂ ਜਿਹਨੂੰ ਉਹ ਸੁਣਾਉਣਾ ਚਾਹੁੰਦਾ ਉਹਨੂੰ ਸੁਣੀ ਜਾਣਾ। ਵਾਹਿਗੁਰੂ ਰਹਿਮਤ ਕਰਨ। ਅੰਗ ਸੰਗ ਸਹਾਈ ਰਹਿਣ, ਬਰਕਤਾਂ ਪਾਉਣ ਸਭ ਦੇ ਘਰੀਂ। ਜੁੜੇ ਰਹੋ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।